ਨੂੰ ਸਾਰੇ ਸੱਜਣਾਂ ਨੂੰ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਡਾਕਟਰ ਪੂਰਨ ਸਿੰਘ ਜਿਹੜੀ ਸ਼ਖਸੀਅਤ ਹੈ, ਅਸੀਂ ਸਾਰੇ ਜਣੇ ਉਹਨਾਂ ਤੋਂ ਵਾਕਫ ਹਾਂ ਤੇ ਉਹਨਾਂ ਨੇ ਬਹੁਤ ਕੰਮ ਕੀਤਾ ਸਿੱਖੀ ਦੇ ਉੱਤੇ ਔਰ ਕਈ ਕਿਤਾਬਾਂ ਵੀ ਲਿਖੀਆਂ, ਤਕਰੀਬਨ ਦਰਜਨ ਤੋਂ ਉੱਤੇ ਕਿਤਾਬਾਂ ਲਿਖੀਆਂ ਹੋਈਆਂ। ਔਰ ਇਟ ਇਜ਼ ਸੋ ਨਾਈਸ ਕਿ ਵਹਿਮਾਂ ਭਰਮਾਂ ਤੇ ਹੋਰ ਪਾਸਿਓਂ ਕਈ ਕਿਤਾਬਾਂ ਕਿਵ ਸਚਿਆਰਾ ਹੋ ਵੀ ਹੈ, ਬੜੀ ਵਧੀਆ ਕਿਤਾਬ ਮੈਂ ਪੜ੍ਹੀ ਤੇ ਗੁਰਮਤਿ ਦਰਸ਼ਨ ਦੀ ਵਿਲੱਖਣਤਾ ਤੇ ਸੰਗਰਾਮ ਦੀ ਮਹੱਤਤਾ ਕੀ ਹੈ ਉਹਦੇ ਬਾਰੇ ਵੀ ਹੈ, ਹੋਰ ਵੀ ਇਹਨਾਂ ਨੇ ਐਡਿਟ ਕੀਤੀਆਂ। ਤੇ ਪਿਛਲੀ ਕਿਤਾਬ ਜਿਹੜੀ ਬੀਬੀ ਹਰਨਾਮ ਕੌਰ ਦੀ ਸੀ, ਰੀਅਲੀ ਆਈ ਓਪਨਰ। ਉਹਨਾਂ ਦੀ ਨਵੀਂ ਕਿਤਾਬ ਬਿਲਕੁਲ ਆਈ ਹੈ, ਮਾਸ ਖਾਣ ਜਾਂ ਨਾ ਖਾਣ ਬਾਰੇ ਮਨੋਤਾਂ ਤੇ ਵਹਿਮ। ਸੋ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਡਾਕਟਰ ਸਾਹਿਬ ਇਸ ਬਾਰੇ ਸਾਰੀ ਡਿਟੇਲ ਸਾਰੀ ਸੰਗਤ ਦੇ ਚ ਆ ਕੇ ਡਿਟੇਲ ਦੱਸੋ। ਸੋ ਡਾਕਟਰ ਪੂਰਨ ਸਿੰਘ ਜੀ ਨੇ ਹੀ ਐਗਰੀਡ, ਹੀ ਸੈਡ ਹੀ ਵਿਲ ਡੂ ਇਟ। ਤੇ ਪਲੀਜ਼ ਡਾਕਟਰ ਸਾਹਿਬ ਇਸ ਕਿਤਾਬ ਬਾਰੇ ਐਂਡ ਹੋਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ, ਕਈ ਚੀਜ਼ਾਂ ਰੀਅਲੀ ਐਸੀਆਂ ਜਿਹੜੀਆਂ ਸਾਰਿਆਂ ਨੂੰ ਸ਼ਾਇਦ ਨਾ ਪਤਾ ਹੋਣ, ਕਿਉਂਕਿ ਮੈਂ ਵੀ ਪਹਿਲੀ ਵਾਰੀ ਕਈ ਪੁਆਇੰਟਸ ਨੋਟ ਕੀਤੇ ਆ। ਸੋ ਪਲੀਜ਼ ਤੁਸੀਂ ਟੇਕ ਓਵਰ ਤੇ ਕਰੋ। ਸੋ ਸਾਰਿਆਂ ਨੂੰ ਰਿਕੁਐਸਟ ਹੈ, ਪਲੀਜ਼ ਆਪਣੇ ਆਪ ਨੂੰ ਮਿਊਟ ਕਰ ਲੈਣ ਤੇ ਡਾਕਟਰ ਸਾਹਿਬ ਨੂੰ ਇਸ ਤੇ ਕਰਨ। ਜੀ ਸਮੂਹ ਵੈਬਨਰ ਤੇ ਹਾਜ਼ਰ ਸੱਜਣਾ ਦਾ ਧੰਨਵਾਦ ਕਿ ਤੁਸੀਂ ਮੈਨੂੰ ਅਵਸਰ ਵਰਤਿਆ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆਉਂਦੀ ਹੈ ਜੀ? ਆਵਾਜ਼ ਆ ਰਹੀ ਜੀ, ਆ ਰਹੀ, ਠੀਕ ਆ ਰਹੀ ਜੀ। ਜਿੱਥੋਂ ਤੱਕ ਇਹ ਪੁਸਤਕ ਲਿਖਣ ਦਾ ਮਨੋਰਥ ਸੀ, ਕੋਈ ਮਨ ਚ ਨਹੀਂ ਸੀ ਧਾਰਿਆ। ਕੁਦਰਤੀ ਇੱਥੇ ਤਕਰੀਬਨ ਕਾਫੀ ਸਮਾਂ ਪਹਿਲਾਂ ਡਾਕਟਰ ਗੁਰਬਖਸ਼ ਸਿੰਘ ਹੁਣੀ ਬੈਠੇ ਸੀ ਘਰ, ਤੇ ਮੈਂ ਉਹਨਾਂ ਨੇ ਇੱਕ ਲੇਖ ਦਿੱਤਾ। ਉਹ ਲੇਖ ਉਹਨਾਂ ਨੇ ਪੜ੍ਹਿਆ ਤੇ ਮੈਨੂੰ ਕਹਿੰਦੇ ਮੇਰੇ ਕੋਲ ਬੈਠ। ਤੇ ਲੇਖ ਦੇ ਅੰਦਰ ਜੋ ਲਿਖੇ ਰੈਫਰੈਂਸ ਦਿੱਤੇ ਹੋਏ ਸੀ, ਤੇ ਮੈਨੂੰ ਕਹਿੰਦੇ ਇਹਨਾਂ ਨੂੰ ਖੋਜੋ, ਇਹ ਰੈਫਰੈਂਸਸ ਜੇ ਦਿੱਤੇ ਆ ਜਿੱਥੋਂ, ਉਹਨਾਂ ਕਿਤਾਬਾਂ ਨੂੰ ਪੜ੍ਹੋ ਤੇ ਤੁਸੀਂ ਇੱਕ ਕਿਤਾਬ ਹੀ ਲਿਖ ਦਿਓ। ਮੈਂ ਕਿਹਾ ਡਾਕਟਰ ਸਾਹਿਬ ਮੈਂ ਯਤਨ ਕਰੂੰਗਾ, ਤੇ ਪਰ ਕਾਫੀ ਸਮਾਂ ਲੱਗਿਆ। ਕੁਝ ਪੁਸਤਕਾਂ ਇੰਡੀਆ ਤੋਂ ਆਰਡਰ ਕਰਨੀ ਪਈਆਂ ਤੇ ਅਖੀਰ ਭਾਵੇਂ ਇਹ ਜ਼ਿਆਦਾ ਮੈਟਰ ਮੈਂ ਇਕੱਠਾ ਨਹੀਂ ਕਰ ਸਕਿਆ, ਤੇ ਇੱਕ ਦੂਜੇ ਇਹ ਵੀ ਸੀ ਕੋਈ ਮੈਂ ਸੰਖੇਪ ਹੀ ਰੱਖਣਾ ਚਾਹੁੰਦਾ ਸੀ। ਤੇ ਇਹਦੇ ਵਿੱਚ ਟਾਈਟਲ ਦੇ ਵਿੱਚ ਜੋ ਸੁਝਾਇਆ ਭਾਈ ਸਾਹਿਬ ਜਸਵੀਰ ਸਿੰਘ ਉਹਨਾਂ ਨੇ ਆਪਣੇ ਦਿੱਤਾ ਵੀ ਟਾਈਟਲ ਇਸ ਤਰ੍ਹਾਂ ਰੱਖੋ, ਕਿਉਂਕਿ ਕਿਸੇ ਇੱਕ ਧਰਮ ਪ੍ਰਤੀ, ਧਰਮ ਵਿਸ਼ੇਸ਼ ਬਾਰੇ ਨਹੀਂ ਹੈ। ਇਹ ਜਿਵੇਂ ਟਾਈਟਲ ਦੱਸਦਾ ਹੈ, ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ। ਤੇ ਦੁਨੀਆ ਦੇ ਅੰਦਰ ਹਰ ਇੱਕ ਧਰਮ ਦੇ, ਜਿਵੇਂ ਦੋ ਧਰਮਾਂ ਦੇ ਖਾਸ ਕਰਕੇ ਤਿੰਨ ਧਰਮਾਂ ਚ ਹੀ ਕਹਿ ਸਕਦੇ ਹਾਂ, ਜਿਵੇਂ ਇਸਲਾਮ ਦੇ ਅੰਦਰ ਹਲਾਲ ਮਾਸ ਖਾਣ ਦੀ ਆਗਿਆ ਹੈ, ਦੂਜੇ ਪਾਸੇ ਯਹੂਦੀਆਂ ਚ ਕੋਸ਼ਰ ਮਾਸ ਖਾਣ ਦੀ ਆਗਿਆ ਹੈ। ਉਹਨਾਂ ਨੂੰ ਧਾਰਮਿਕ ਰੰਗਤ ਇੱਕ ਧਰਮ ਦਾ ਅੰਗ ਮੰਨਿਆ ਗਿਆ। ਹਿੰਦੂ ਧਰਮ ਅੰਦਰ ਵੀ ਜੋ ਦੇਵਤੇ ਨੂੰ ਬਲੀ ਕੀਤਾ ਮਾਸ ਸੀ, ਉਸ ਨੂੰ ਖਾਣ ਦੀ ਆਗਿਆ ਸੀ। ਇਹਨਾਂ ਦੇ ਧਾਰਮਿਕ ਗ੍ਰੰਥਾਂ ਚ ਅੰਕਿਤ ਹੈ। ਮਾਸ ਪ੍ਰਤੀ ਕੋਈ ਰੁਕਾਵਟ ਨਹੀਂ ਸੀ, ਪਰ ਉਹ ਜ਼ਰੂਰੀ ਸੀ ਕਿ ਦੇਵਤੇ ਨੂੰ ਪ੍ਰਸੰਨ ਕਰਕੇ ਜਾਂ ਦੇਵਤੇ ਨੂੰ ਭੇਟ ਕੀਤਾ ਗਿਆ ਮਾਸ ਹੋਵੇ, ਉਸ ਨੂੰ ਖਾਣ ਦੀ ਆਗਿਆ ਹਿੰਦੂ ਧਰਮ ਦੇ ਵਿੱਚ ਇਹ ਪਰੰਪਰਾ ਸੀ। ਜਿੱਥੋਂ ਤੱਕ ਅੱਜ ਦੇ ਅਜੋਕੇ ਸਮੇਂ ਅਸੀਂ ਸਿੱਖਾਂ ਨੇ ਵੀ ਬਹੁਤ ਤਰ੍ਹਾਂ ਦੇ ਵਹਿਮ ਸਹੇੜ ਲਏ ਨੇ, ਉਸੇ ਤਰ੍ਹਾਂ ਜਿਹੜਾ ਇਹ ਮਾਸ ਖਾਣ ਬਾਰੇ ਵਹਿਮ ਆ, ਇਹ ਬਹੁਤ ਚਰਚਿਤ ਵਿਸ਼ਾ ਹੋ ਗਿਆ ਸਿੱਖਾਂ 'ਚ। ਤੇ ਕੁਝ ਸੰਸਥਾਵਾਂ ਸਨ ਜਾਂ ਕੁਝ ਸਿੱਖ ਧਰਮ ਦੇ ਅੰਦਰ ਕੁਝ ਗਰੁੱਪ ਸਨ
ਜਿਨ੍ਹਾਂ ਨੇ ਬਹੁਤ ਜ਼ਿਆਦਾ ਕੱਟੜਤਾ ਦਿਖਾਈ, ਇੱਥੋਂ ਤੱਕ ਕਿ ਇੱਕ ਦੂਜੇ ਨਾਲ ਤੋੜ ਵਿਛੋੜੇ ਵੀ ਹੋਏ, ਰਿਸ਼ਤੇ ਤੈਅ ਕਰਨ ਦੇ ਵਿੱਚ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਸੀ, ਕਿਉਂਕਿ ਉਹਦੇ ਵਿੱਚ ਮਾਸ ਨੂੰ ਇੱਕ ਆਧਾਰ ਮੰਨ ਲਿਆ ਜਾਂਦਾ ਸੀ। ਜੇ ਮਾਸ ਖਾਂਦਾ ਉਹਨੂੰ ਧਰਮੀ ਨਹੀਂ ਗਿਣਿਆ ਜਾਂਦਾ, ਜੋ ਮਾਸ ਨਹੀਂ ਖਾਂਦਾ ਉਹਨੂੰ ਚੰਗਾ ਧਰਮੀ ਮੰਨਿਆ ਜਾਂਦਾ ਉਹਨਾਂ ਦੀ ਸੋਚ ਅਨੁਸਾਰ। ਪਰ ਗੁਰਮਤ ਦਾ ਫੈਸਲਾ ਸੰਬੰਧੀ ਹੋਰ ਆ। ਇਹ ਕੁਝ ਗੱਲਾਂ ਸਨ ਜਿਨ੍ਹਾਂ ਕਰਕੇ ਮੈਨੂੰ ਇਹ ਪੁਸਤਕ ਲਿਖਣੀ ਪਈ, ਤੇ ਕਈ ਚੰਗਾ ਹੰਗਾਰਾ ਮਿਲਿਆ। ਜਿਵੇਂ ਸਰਦਾਰ ਰਜਿੰਦਰ ਸਿੰਘ ਹੋਣੀ, ਸ਼੍ਰੋਮਣੀ ਖਾਲਸਾ ਪੰਚਾਇਤ ਵਾਲੇ, ਉਹਨਾਂ ਨੇ ਬੜੀ ਖੁਸ਼ੀ ਪ੍ਰਗਟਾਈ। ਤੇ ਇਹ ਅੱਜ ਮੈਂ ਤੁਹਾਡੇ ਨਾਲ ਕੁਝ ਸਾਂਝ ਕਰਦਾ ਹਾਂ। ਤੇ ਜਿਵੇਂ ਅੱਜ ਸਾਡਾ ਦਿਖਾਂਤ ਮੈਂ ਲੇਖ ਕਰ ਚੁੱਕਿਆ ਵੀ ਮਾਸ ਨੂੰ ਇੱਕ ਇਹੋ ਜਿਹਾ ਧਰਮ ਦੇ ਅੰਗ ਦੇ ਤੌਰ ਤੇ ਘੁਸੇੜਿਆ ਜਾ ਰਿਹਾ ਹੈ, ਖਾਸ ਕਰਕੇ ਸਿੱਖਾਂ ਵੱਲੋਂ। ਤੇ ਕੋਈ ਲੋਕ ਕਹਿੰਦੇ ਜੋ ਆਂਡੇ ਖਾਂਦੇ ਨੇ ਉਹ ਵੈਜੀਟੇਰੀਅਨ ਹੋ ਸਕਦੇ ਨੇ, ਕੋਈ ਕਹਿੰਦੇ ਆਂਡੇ ਖਾਣ ਵਾਲੇ ਵੀ ਵੈਜੀਟੇਰੀਅਨ ਹੋ ਸਕਦੇ, ਕਿਉਂਕਿ ਪਿੱਛੇ ਇੱਕ ਦੁਖਦਾਈ ਘਟਨਾ ਵਾਪਰੀ ਅੰਮ੍ਰਿਤਸਰ 'ਚ। ਕਿਸੇ ਪਰਿਵਾਰ 'ਚ ਕਾਫੀ ਸਾਲਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਬੜੀ ਸ਼ਰਧਾ ਸੀ ਉਹਨਾਂ ਦੀ। ਉਹ ਪਰਿਵਾਰ ਦੇ ਅੰਦਰੋਂ, ਪਰਿਵਾਰ 'ਚੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਗਏ ਚੁੱਕ ਕੇ ਸਤਕਾਰ ਕਮੇਟੀ ਵਾਲੇ। ਉਹਨਾਂ ਤੇ ਦੋਸ਼ ਇਹ ਲਾਇਆ ਕਿ ਪਰਿਵਾਰ ਅੰਡੇ ਖਾਂਦਾ ਹੈ। ਬੜਾ ਹਿਰਦਾ ਬਲੁੰਦਰਿਆ ਗਿਆ। ਅਸੀਂ ਮਾਸ ਨੂੰ ਇੱਕ ਇਹੋ ਜਿਹਾ ਮੰਨ ਲਿਆ ਵੀ ਬਹੁਤ ਭੈੜਾ ਕਰਮ ਹੈ। ਅਸੀਂ ਭਾਵੇਂ ਹੋਰ ਮਾੜੇ ਵੈਸ਼ੀ ਸਾਡੇ ਅੰਦਰ ਸੰਸਕਾਰ ਮਾੜੇ ਹੋਣ, ਉਸ ਨੂੰ ਅਸੀਂ ਆਧਾਰ ਨਹੀਂ ਬਣਾਉਂਦੇ। ਪਰ ਜਿਹੜੀ ਬਾਹਰੀ ਤੌਰ ਤੇ ਅਸੀਂ ਦੇਖਦੇ ਹਾਂ ਵੀ ਜੀ ਇਹਦਾ ਮਾਸ ਖਾਂਦੇ ਨੇ, ਇਹ ਆਂਡੇ ਖਾਂਦੇ ਨੇ, ਤੇ ਉਹ ਪਰਿਵਾਰ ਨੇ ਬਹੁਤ ਰੋਸ ਕੀਤਾ। ਪਰ ਉੱਥੇ ਕੌਣ ਸੁਣਵਾਈ? ਇਹਨਾਂ ਦੇਸ਼ਾਂ ਅੰਦਰ ਤਾਂ ਅਸੀਂ ਕਹਿ ਸਕਦੇ ਹਾਂ ਵੀ ਕੋਈ ਪਰਿਵਾਰ 'ਚ ਵੜ ਕੇ ਕਿਸੇ ਦੇ ਘਰੋਂ ਇਹੋ ਜਿਹਾ ਕਰਮ ਨਹੀਂ ਕੀਤਾ ਜਾ ਸਕਦਾ। ਤੇ ਇਹਦੇ ਵਿੱਚ ਮੈਂ ਕੁਝ ਸਾਲ ਪਹਿਲਾਂ ਦੀ ਗੱਲ ਆ, ਕੁਝ ਪ੍ਰਚਾਰਕ ਹੈ, ਮੈਂ ਨਾਂ ਨਹੀਂ ਲਵਾਂਗਾ, ਉਹ ਘਰਾਂ 'ਚ ਆਉਂਦੇ ਸੀ ਤੇ ਪਹਿਲਾਂ ਉਹ ਫਰਿੱਜਾਂ ਫੋਲ ਲੈਂਦੇ ਸੀ ਵੀ ਤੁਹਾਡੇ ਘਰ 'ਚ ਆਂਡੇ ਰੱਖਿਆ ਜਾਂ ਮਾਸ ਰੱਖਿਆ ਹੋਇਆ। ਉਹਨਾਂ ਦਾ ਨਿਸ਼ਾਨਾ ਹੀ ਸੀ। ਨਿਸ਼ਾਨਾ ਤਾਂ ਹੋਣਾ ਚਾਹੀਦਾ ਸੀ ਧਰਮ ਦਾ, ਵੀ ਧਰਮ ਦੇ ਚੰਗੇ ਗੁਣ ਪੈਦਾ ਕੀਤੇ ਜਾਣ, ਲੋਕਾਂ ਨੂੰ ਇਹ ਪ੍ਰਚਾਰਿਆ ਜਾਵੇ। ਪਰ ਉਹ ਪਹਿਲਾਂ ਦੇਖਦੇ ਸੀ ਪਰਿਵਾਰ ਦਾ ਖਾਣ ਪੀਣ ਕਿਸ ਤਰ੍ਹਾਂ ਦਾ। ਤੇ ਜਿਵੇਂ ਹੁਣ ਕਈ ਸਾਡੇ ਦੂਜੇ ਬੰਗਾਲ ਦੇ ਵਿੱਚ ਮੈਂ ਜੋ ਪੜ੍ਹਦਾ ਸੀ, ਮੈਂ ਹੈਰਾਨ ਸੀ, ਉਹ ਮੱਛੀ ਖਾਣ ਵਾਲਿਆਂ ਨੂੰ ਵੀ ਸ਼ਾਕਾਹਾਰੀ ਮੰਨਦੇ ਆ, ਜੋ ਮੱਛੀ ਲੋਕ ਖਾਂਦੇ ਨੇ। ਪਰ ਸਾਡੇ ਲਈ ਤਾਂ ਬੜਾ ਸੋਹਣਾ ਉਪਦੇਸ਼ ਸੀ ਗੁਰੂ ਨਾਨਕ ਸਾਹਿਬ ਦਾ ਵੀ ਮਾਸ ਕਰ ਮੂਰਖ ਝਗੜੇ, ਗਿਆਨ ਤਾਂ ਨਹੀਂ ਜਾਣੇ, ਕੌਣ ਮਾਸ ਕੌਣ ਸਾ ਕਹਾਵੇ, ਕਿਸ ਮੈਂ ਪਾਪ ਸਮਾਣੇ। ਤੇ ਇਹ ਗੁਰੂ ਸਾਹਿਬ ਨੇ ਮਾਸ ਖਾਣ ਜਾਂ ਨਾ ਖਾਣ ਵਾਲੇ ਦੀ ਚਰਚਾ ਕਰਨ ਵਾਲੇ ਨੂੰ ਮੂਰਖ ਆਖ ਦਿੱਤਾ। ਤੇ ਜੇ ਅਸੀਂ ਇਸ ਸੰਬੰਧ ਚ ਬਹਿਸ ਕਰਦੇ ਰਹਾਂਗੇ ਵੀ ਕੀ ਮਾਸ ਖਾਣਾ ਜ਼ਰੂਰੀ ਹੈ, ਕੀ ਸਿੱਖ ਧਰਮ ਮਾਸ ਖਾਣ ਦੀ ਇਜਾਜ਼ਤ ਦਿੰਦਾ ਹੈ, ਕੀ ਆਂਡੇ ਖਾਣਾ ਵੀ ਜ਼ਰੂਰੀ ਹੈ, ਜੇ ਆਂਡੇ ਖਾਣ ਵਾਲਾ ਵੀ ਸਿੱਖ ਰਹਿ ਸਕਦਾ, ਤਾਂ ਅਸੀਂ ਉਸ ਕੈਟਾਗਰੀ 'ਚ ਆਵਾਂਗੇ ਜਿਸ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਮੂਰਖ ਹਾਂ। ਤੇ ਇੱਕ ਦੂਜੇ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ। ਪਿੱਛੇ ਆਪਾਂ ਨੂੰ ਭਾਰਤੀ ਸਮਾਜ ਬਾਰੇ ਪਤਾ ਕੀ ਉੱਥੇ ਲੋਕਾਂ ਤੇ ਜ਼ੁਲਮ ਹੋਇਆ, ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਕੁੱਟਿਆ ਮਾਰਿਆ ਜਾਂਦਾ, ਕਈਆਂ ਦੀ ਮੌਤਾਂ ਹੋਈਆਂ। ਉਹਨਾਂ ਨੂੰ ਕਿਹਾ ਜਾਂਦਾ ਸੀ ਗਊ ਮਾਸ ਲੈ ਕੇ ਜਾ ਰਹੇ ਨੇ, ਕਿਸੇ ਨੂੰ ਕੋਈ ਪੁੱਛਗਿੱਛ ਨਹੀਂ ਹੁੰਦੀ ਸੀ ਮਾਸ ਕਿਸ ਚੀਜ਼ ਦਾ। ਇੱਕ ਬਹਾਨਾ ਸੀ, ਉਹਨਾਂ ਦੇ ਅੰਦਰ ਇੱਕ ਡਰ ਪੈਦਾ ਕਰ ਦਿੱਤਾ। ਤੇ ਡਰ ਪੈਦਾ ਕੀਤੀ। ਇੱਥੇ ਯੂਪੀ ਦੇ ਵਿੱਚ ਬਹੁਤ ਬੁੱਚੜਖਾਨੇ ਸਨ ਜਿਹੜੇ ਕਿ ਬੰਦ ਕਰਵਾ ਦਿੱਤੇ। ਉਹਨਾਂ ਦਾ ਰੋਜੀ ਰੋਟੀ ਦਾ ਜਿਹੜਾ ਆਧਾਰ ਸੀ ਉਸ ਨੂੰ ਵੀ ਖਤਮ ਕੀਤਾ ਗਿਆ। ਤੇ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਵੀ ਅਸੀਂ ਕੀ ਖਾਂਦੇ ਆ, ਤੇ ਸਾਨੂੰ ਸਿਰਫ ਆਪਣਾ ਮੁਲਾਂਕਣ ਕਰਨਾ ਪਵੇਗਾ ਅਸੀਂ ਸਮਾਜ ਨੂੰ ਕੀ ਦਿੰਦੇ ਆ। ਤੇ ਇੱਥੇ ਆਪਣੇ ਸਵਾਮੀ ਰਾਮ ਤੀਰਥ ਦੇ ਬਚਨ ਮੈਂ ਸਾਂਝੇ ਕਰਦਾ
ਉਹ ਐਫਸੀ ਕੱਲ ਲਾਹੌਰ ਵਿੱਚ ਗਣਿਤ ਦੇ ਪ੍ਰੋਫੈਸਰ ਸਨ ਤੇ ਡਾਕਟਰ ਅਲਾਮਾ ਇਕਬਾਲ ਦੇ ਜਮਾਤੀ ਸਨ। ਜਦੋਂ ਵਿਦੇਸ਼ ਗਏ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਮਾਸਾਹਾਰੀ ਜਾਂ ਸ਼ਾਕਾਹਾਰੀ, ਇੱਕ ਤਕਰੀਬਨ 1902 ਤੇ 4 ਦਰਮਿਆਨ ਦੀ ਗੱਲ ਹੈ, ਉਹਨਾਂ ਨੇ ਜੋ ਉੱਤਰ ਦਿੱਤਾ ਸੀ ਉਹ ਅੱਜ ਵੀ ਢੁਕਵਾਂ ਹੈ। ਉਹਨਾਂ ਕਿਹਾ ਸੀ ਕਿ ਰੁੱਖ ਕਾਰਬਨ ਡਾਈਆਕਸਾਈਡ ਖਾਂਦੇ ਹਨ ਤੇ ਬਾਹਰ ਆਕਸੀਜਨ ਕੱਢਦੇ ਹਨ, ਜਿਸ ਨਾਲ ਅਸੀਂ ਜਿਉਂਦੇ ਹਾਂ। ਜੇ ਅਸੀਂ ਕਾਰਬਨ ਡਾਈਆਕਸਾਈਡ ਲਈਏ ਜਾਂ ਤਾਂ ਮਰ ਜਾਵਾਂਗੇ, ਪਰ ਕਿਸੇ ਆਧਾਰ ਉੱਤੇ ਰੁੱਖਾਂ ਦੇ ਮਿੱਠੇ ਤੇ ਸੁੰਦਰ ਫਲਾਂ ਅਤੇ ਉਹਨਾਂ ਦੁਆਰਾ ਛੱਡੀ ਗਈ ਆਕਸੀਜਨ ਤੋਂ ਮੂੰਹ ਲੈਣਾ ਉਚਿਤ ਹੋਵੇਗਾ। ਇਸ ਤਰ੍ਹਾਂ ਚਾਹੇ ਕੋਈ ਵੈਸ਼ਨੂ ਆ ਚਾਹੇ ਮਾਸਾਹਾਰੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਦੇਖਣਾ ਇਹ ਕਿ ਸਮੁੱਚੇ ਜੀਵਨ ਨੂੰ ਸੁੰਦਰ ਤੇ ਸੁਖੀ ਬਣਾਉਣ ਵਿੱਚ ਅਸੀਂ ਕਿਤਨਾ ਯੋਗਦਾਨ ਪਾਉਂਦੇ ਹਾਂ। ਇੱਕ ਮਾਸਾਹਾਰੀ ਵੀ ਅਧਿਆਤਮਿਕ ਰੂਪ ਵਿੱਚ ਬਹੁਤ ਉੱਨਤੀ ਕਰ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਕੋਈ ਸ਼ਾਕਾਹਾਰੀ ਹੋਣ ਕਰਕੇ ਅਧਿਆਤਮਿਕ ਉਚਾਈਆਂ ਨੂੰ ਛੂਹ ਲਵੇ। ਇਹ ਬੜਾ ਵੱਡਾ ਇੱਕ ਵਹਿਮ ਫੈਲਾਇਆ ਜਾ ਰਿਹਾ ਸੀਗਾ ਕਿ ਜੋ ਰੱਬ ਤੱਕ ਪਹੁੰਚਣਾ ਜਾਂ ਉੱਚੀ ਵਸਤਾਂ ਨੂੰ ਪਹੁੰਚਣਾ, ਉਹਦੀ ਜਿਹੜੀ ਖੁਰਾਕ ਆ ਉਹ ਸ਼ਾਕਾਹਾਰੀ ਹੋਣਾ ਜ਼ਰੂਰੀ ਹੈ। ਇਹ ਲੋਕਾਂ ਨੇ ਆਪਣੀ ਮਨ ਘੜਤ ਸ਼ਰਤਾਂ ਜਾਂ ਰੱਖੀਆਂ ਹੁੰਦੀਆਂ ਸਨ, ਜਾਂ ਵਹਿਮ ਫੈਲਾਇਆ ਜਾਂਦਾ ਸੀ। ਤੇ ਭਾਵੇਂ ਵਿਗਿਆਨਿਕ ਤੌਰ ਤੇ ਵਿਗਿਆਨਿਕ ਦੀ ਕਸਵੱਟੀ ਉੱਪਰ ਇਹੋ ਜਿਹੀ ਕੋਈ ਗੱਲ ਨਹੀਂ, ਇਹ ਆਮ ਵਿਦਵਾਨਾਂ ਦੀ ਗੱਲ ਵੀ ਹੈ। ਜਿਵੇਂ I know it's me. And then Okay, only for a ma'am. week or two. ਅਕਾਲੀ ਕੌਰ ਸਿੰਘ ਜੀ ਬਾਰੇ ਆਪਾਂ ਸਭ ਜਾਣਦੇ ਹਾਂ। ਉਹ ਬੜੇ ਗੁਰਮੁਖ ਸਿੰਘ ਨਿਹੰਗ ਬਾਣੇ 'ਚ ਰਹਿੰਦੇ ਸਨ, ਪਰ ਉਹਨਾਂ ਦਾ ਇਹ ਮੰਨਣਾ ਸੀ ਕਿ ਸਿੱਖਾਂ ਨੂੰ ਝਟਕਾ ਮਾਸ ਖਾਣਾ ਚਾਹੀਦਾ ਹੈ। ਤੇ ਅੱਜ ਅਸੀਂ ਹਿੰਸਾ ਦੀ ਗੱਲ ਕਰਦੇ ਹਾਂ, ਜਿਵੇਂ ਭਾਈ ਕਾਹਨ ਸਿੰਘ ਨਾਭਾ, ਉਹ ਤਾਂ ਕਹਿੰਦੇ ਅਸੀਂ ਸਿੱਖਾਂ ਨੇ ਆਪਣਾ ਜੀਵਨ ਜੈਨੀਆਂ ਵਾਂਗੂ ਅਪਣਾ ਲਿਆ ਹੈ। ਦੂਜੇ ਪਾਸੇ ਇੱਕ ਭਾਰਤ ਦੇ ਬੜੇ ਦਾਰਸ਼ਨਿਕ ਹੋਏ ਨੇ ਵਿਦਵਾਨ, ਉਹਨਾਂ ਦੇ ਨਾਮ ਬਾਰੇ ਆਪਾਂ ਸਭ ਜਾਣਦੇ ਹਾਂ, ਸਵਾਮੀ ਵਿਵੇਕਾਨੰਦ ਜੀ। ਸਵਾਮੀ ਵਿਵੇਕਾਨੰਦ ਜੀ, ਉਹਨਾਂ ਨੇ ਇੱਕ ਅਹਿੰਸਾ ਦੀ ਨਵੀਂ ਪਰਿਭਾਸ਼ਾ ਦਿੱਤੀ। ਉਹਨਾਂ ਅਨੁਸਾਰ ਅਸਲ ਅਹਿੰਸਾ ਉਹ ਹੈ ਜੇਕਰ ਅੰਦਰੋਂ ਸਾਡੇ ਈਰਖਾ ਪੂਰੀ ਤਰ੍ਹਾਂ ਮਨਫੀ ਹੋ ਜਾਵੇ। ਕਈ ਵਾਰ ਸਾਡਾ ਮਾਪਦੰਡ ਇਹ ਹੁੰਦਾ ਹੈ ਕਿ ਫਲਾਣਾ ਵਿਅਕਤੀ ਚੰਗਾ ਕਰਮ ਕਰਦਾ ਹੈ ਤੇ ਲੋਕਾਂ ਨੂੰ ਦਾਨ ਦਿੰਦਾ ਹੈ, ਉਹ ਵੀ ਬ੍ਰਹਮ ਪ੍ਰਸਤੀ ਅਧੀਨ ਜਾਂ ਪੁਜਾਰੀਵਾਦ ਦੀ ਨੀਤੀ ਅਨੁਸਾਰ। ਪਰ ਅਸਲ ਸਚਾਰਾ ਉਹੀ ਵਿਅਕਤੀ ਹੋ ਸਕਦਾ ਹੈ ਜਿਸ ਅੰਦਰ ਰੱਤੀ ਭਰ ਵੀ ਈਰਖਾ ਨਾ ਹੋਵੇ। ਸੰਸਾਰ ਵਿੱਚ ਜਾਣੇ ਜਾਣ ਵਾਲੇ ਵੱਡੇ ਵੱਡੇ ਮਨੁੱਖ ਆਪਣੇ ਨਾਮ ਦੀ ਪ੍ਰਸਿੱਧੀ ਲਈ ਜਾਂ ਲਾਲਚ ਅਧੀਨ ਇੱਕ ਦੂਜੇ ਪ੍ਰਤੀ ਈਰਖਾ ਕਰਦੇ ਹਨ। ਜਿੰਨਾ ਚਿਰ ਮਨੁੱਖਾਂ ਦੇ ਅੰਦਰੋਂ ਈਰਖਾ ਨਹੀਂ ਮਰਦੀ, ਉਤਨਾ ਚਿਰ ਉਹ ਅਹਿੰਸਾ ਦਾ ਧਾਰਨੀ ਨਹੀਂ ਹੋ ਸਕਦਾ। ਜਿਵੇਂ ਗਊ ਤੇ ਭੇਡ ਮਾਸ ਨਹੀਂ ਖਾਂਦੇ, ਕੀ ਉਹ ਮਹਾਨ ਜੋਗੀ ਹਨ? ਕਿ ਕੋਈ ਮੂਰਖ ਆਖ ਸਕਦਾ ਹੈ ਕਿ ਮੈਂ ਇਹ ਨਹੀਂ ਖਾਂਦਾ, ਮੈਂ ਉਹ ਚੀਜ਼ ਨਹੀਂ ਖਾਂਦਾ? ਚਲੋ ਇਹ ਤਾਂ ਹੋ ਸਕਦਾ ਕਿ ਉਹ ਜਾਨਵਰਾਂ ਤੋਂ ਵਿਲੱਖਣ ਹੈ। ਜਿਸ ਮਨੁੱਖ ਅੰਦਰ ਕਦੀ ਕਿਸੇ ਪ੍ਰਤੀ ਈਰਖਾ ਨਾ ਉਪਜੇ, ਦੁਸ਼ਮਣਾਂ ਦੀ ਤਰੱਕੀ ਉੱਤੇ ਖੁਸ਼ ਹੋਵੇ, ਉਹ ਇਨਸਾਨ ਭਗਤ ਹੈ, ਜੋਗੀ ਹੈ, ਭਾਵੇਂ ਉਹ ਨਿਤ ਸੂਰ ਦਾ ਮਾਸ ਖਾਵੇ। ਇਹ ਸਵਾਮੀ ਵਿਵੇਕਾਨੰਦ ਦੇ ਸ਼ਬਦ ਹਨ, ਜੋ ਉਹਨਾਂ ਦੀ ਕਿਤਾਬ ਕੰਪਲੀਟ ਵਰਕਸ ਆਫ ਵਿਵੇਕਾਨੰਦ ਵੋਲਿਊਮ 3 ਪੇजेस 67 ਤੋਂ 68। ਮੈਂ ਇਸ ਤਰ੍ਹਾਂ ਦੀ ਹੋਰ ਬੜਾ ਯਤਨ ਕੀਤਾ ਕਿ ਕੀ ਪਰੰਪਰਾ ਨੂੰ ਮੈਂ ਸਾਂਝਾ ਕਰਾਂ ਕਿ ਵੱਖ-ਵੱਖ ਧਰਮਾਂ ਅੰਦਰ, ਵੱਖ-ਵੱਖ ਫਿਰਕਿਆਂ ਅੰਦਰ ਮਾਸ ਪ੍ਰਤੀ ਕੀ ਮਨੌਤਾਂ ਹਨ। ਤੇ ਅਸਲ ਜਿਹੜਾ ਤੱਤ ਹੈ, ਅਸੀਂ ਸਹਿਨਸ਼ੀਲਤਾ ਵਾਲੀ ਉਦਾਰ ਨੀਤੀ ਅਪਣਾਈਏ। ਇਹ ਹਰ ਵਿਅਕਤੀ ਦਾ ਨਿੱਜੀ ਫੈਸਲਾ ਹੈ, ਜਾਂ ਕਈ ਵਾਰ ਸਿਹਤ ਸੰਬੰਧੀ ਲੋੜਾਂ ਨੂੰ ਮੁੱਖ ਰੱਖ ਕੇ ਫੈਸਲੇ ਹੁੰਦੇ ਹਨ ਕਿ ਕੀ ਖਾਣਾ ਜ਼ਰੂਰੀ ਹੈ ਤੇ ਕੀ ਨਹੀਂ ਖਾਣਾ। ਇਹ ਮੁੱਖ ਤੌਰ ਤੇ ਕੁਝ ਗੱਲਾਂ ਹਨ, ਤੇ ਕੁਝ ਮੈਂ ਹਿੰਦੂ ਧਰਮ ਦੇ ਇੱਕ ਬੜੀ ਗੱਲ ਪ੍ਰਚਾਰੀ ਗਈ ਹੈ। ਹੁਣ ਆਮ ਤੌਰ ਤੇ ਕਿਹਾ ਜਾਂਦਾ ਜੀ ਇਹ ਗਊ ਨਹੀਂ ਖਾਂਦੇ, ਗਊ ਮਾਸ ਨਹੀਂ ਖਾਂਦੇ। ਸਾਡੇ ਵਿੱਚ ਵੀ ਵਹਿਮ, ਖਾਸ ਕਰਕੇ ਪੰਜਾਬੀਆਂ 'ਚ ਜੋ ਮਾਸਾਹਾਰੀ ਹਨ, ਉਹ ਹੋਰ ਚੀਜ਼ਾਂ ਦਾ ਮਾਸ ਖਾ ਲੈਣਗੇ ਜੇ ਕਹਿੰਦੇ ਗਊ ਮਾਸ, ਕਹਿੰਦੇ ਗਊ ਮਾਸ ਨਹੀਂ ਖਾਣਾ। ਇਹ ਵਹਿਮ ਉਹਨਾਂ ਦੇ ਅੰਦਰ ਕਿੱਥੋਂ ਪੈਦਾ ਹੋਇਆ? ਇਹ ਬਹੁ ਗਿਣਤੀ ਦੇ ਸਮਾਜ ਦੇ ਪ੍ਰਭਾਵ ਕਾਰਨ ਕੋਈ ਪ੍ਰਚਾਰਿਆ ਗਿਆ ਕਿ ਹਿੰਦੂ ਨੂੰ ਉਹ ਆਪਣੇ ਗਊ ਨੂੰ ਉਹ ਪਵਿੱਤਰ ਮੰਨਦੇ ਹਨ।
ਹੁਣ ਮੈਂ ਤੇ ਬੜੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਤੇ ਜੇ ਅਸੀਂ ਕਿਸੇ ਨੂੰ ਪੁੱਛਾਂਗੇ ਨਾ ਕਿ ਹਿੰਦੂ ਗਊ ਮਾਸ ਖਾਂਦੇ ਹਨ ਤਾਂ ਉਹਨਾਂ ਦਾ ਉੱਤਰ ਹੁੰਦਾ ਇਹ ਮੰਨਣਯੋਗ ਨਹੀਂ ਹੈ। ਤੇ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਵਿਦਵਾਨ ਬ੍ਰਾਹਮਣ ਆਖਦੇ ਹਨ ਕਿ ਹਿੰਦੂ ਕਦੇ ਵੀ ਗਊ ਮਾਸ ਦਾ ਸੇਵਨ ਨਹੀਂ ਕਰਦੇ, ਸਗੋਂ ਉਹ ਤਾਂ ਗਊ ਨੂੰ ਪਵਿੱਤਰ ਜਾਨਵਰ ਸਮਝਦੇ ਹਨ ਅਤੇ ਹਮੇਸ਼ਾ ਗਊ ਹੱਤਿਆ ਦਾ ਵਿਰੋਧ ਕਰਦੇ ਹਨ। ਇਸ ਤੱਥ ਵਿੱਚ ਕੋਈ ਸਚਾਈ ਨਹੀਂ ਹੈ। ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਅੰਦਰ ਪਸ਼ੂਆਂ ਦੀ ਬਲੀ ਦੇਣ ਬਾਰੇ ਵਿਸਤਾਰ ਵਿੱਚ ਲਿਖਿਆ ਹੋਇਆ ਹੈ ਅਤੇ ਵੱਖ-ਵੱਖ ਦੇਵਤਿਆਂ ਨੂੰ ਖੁਸ਼ ਕਰਨ ਲਈ ਵੱਖ-ਵੱਖ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ। ਇਹਨਾਂ ਕਰਮਕਾਂਡਾਂ ਨੂੰ ਕਰਨ ਦੀ ਵਿਧੀ ਵੈਦਿਕ ਸ਼ਰੂਤੀਆਂ ਪੁਸਤਕਾਂ ਨੇ ਇਹ, ਜਿਨ੍ਹਾਂ ਨੂੰ ਬ੍ਰਾਹਮਣ ਪੁਸਤਕਾਂ ਦਾ ਨਾਮ ਦਿੱਤਾ ਗਿਆ ਹੈ, ਅੰਦਰ ਅੰਕਿਤ ਹੈ। ਇਹਨਾਂ ਵਿੱਚ ਪੁਜਾਰੀ ਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬਲੀ ਦੀ ਰਸਮ ਨੂੰ ਨਿਭਾਇਆ ਜਾਵੇ। ਇਹਨਾਂ ਧਾਰਮਿਕ ਸੂਤਰਾਂ ਦਾ ਵਿਸ਼ਾ ਵਸਤੂ ਸਿਰਫ ਜਾਨਵਰਾਂ ਤੱਕ ਸੀਮਤ ਨਹੀਂ, ਸਗੋਂ ਦਰਖਤਾਂ ਅਤੇ ਅਨਾਜ ਦਾ ਵੀ ਸੰਬੰਧ ਹੈ ਅਤੇ ਉਹਨਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੈ ਕਿ ਜੋ ਵਸਤੂਆਂ ਖਾਣ ਪੀਣ ਵਿੱਚ ਪ੍ਰਯੋਗ ਹੁੰਦੀਆਂ ਹਨ ਉਹਨਾਂ ਸਾਰਿਆਂ ਵਿੱਚ ਜਾਨ ਹੁੰਦੀ ਹੈ। ਇਸ ਵੈਦਿਕ ਸ਼ਰੂਤੀ ਵਿੱਚ ਸਪਸ਼ਟ ਕੀਤਾ ਗਿਆ ਹੈ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਇਹ ਹੈ ਤੇ ਜੇ ਹਰ ਇੱਕ ਅੰਦਰ ਦਾਣੇ ਅੰਦਰ ਹਰ ਇੱਕ ਜੀ ਹਨ। ਇਸ ਵਿੱਚ ਇਹ ਨਹੀਂ ਕਿਹਾ ਗਿਆ ਕਿ ਜਾਨਵਰਾਂ ਜਾਂ ਅਨਾਜ ਨੂੰ ਖਾਣ ਤੋਂ ਸੰਕੋਚ ਕੀਤਾ ਜਾਵੇ। ਇੱਥੇ ਨਸੀਹਤ ਕੀਤੀ ਗਈ ਹੈ ਕਿ ਦੁਖਦਾਈ ਨਤੀਜਿਆਂ ਤੋਂ ਬਚਾਓ ਲਈ ਯੋਗ ਕਰਮ ਕਾਂਡ ਕੀਤੇ ਜਾਣ ਤਾਂ ਜੋ ਤੁਸੀਂ ਇੱਥੇ ਖਾਂਦੇ ਹੋ ਉਸ ਦੇ ਨਤੀਜੇ ਮੰਗਤ ਭਾਗੇ ਨਾ ਹੋਣ। ਇਹ ਸੁਰਗਾਂ ਤੇ ਨਰਕਾਂ ਦੀ ਗੱਲ ਹੈ। ਇਹ ਉਸ ਤਰ੍ਹਾਂ ਦੀ ਪ੍ਰਕਿਰਿਆ ਜਿਵੇਂ ਮਾਸ ਆਹਾਰ ਨੂੰ ਜਿਹੜੇ ਮੁਸਲਮਾਨ ਨੇ ਉਹ ਹਲਾਲ ਮਾਸ ਤਿਆਰ ਕਰਨ ਚ ਧਾਰਮਿਕ ਪ੍ਰਕਿਰਿਆ ਵਰਤਦੇ ਹਨ ਤੇ ਇਸ ਤਰ੍ਹਾਂ ਹੀ ਯਹੂਦੀ ਲੋਕ ਹਨ ਉਹ ਕੋਸ਼ਰ ਨੂੰ ਬਣਾਉਣ ਦੀ ਰਸਮ ਵਿੱਚ ਧਾਰਮਿਕ ਪ੍ਰਕਿਰਿਆ ਵਰਤਦੇ ਹਨ। ਹੁਣ ਸਾਡੇ ਮਲੰਕ ਨੇ ਸੀ ਕਿ ਹਿੰਦੂ ਮੁੜ ਤੋਂ ਹੀ ਸ਼ਾਕਾਹਾਰੀ ਹਨ ਜਾਂ ਕਿ ਹਿੰਦੂਆਂ ਜਾਂ ਬ੍ਰਾਹਮਣਾਂ ਨੇ ਕਦੀ ਗਊ ਮਾਸ ਨਹੀਂ ਖਾਧਾ। ਇਹਨਾਂ ਸਵਾਲਾਂ ਦਾ ਉੱਤਰ ਸਾਨੂੰ ਉਹਨਾਂ ਦੇ ਧਾਰਮਿਕ ਗ੍ਰੰਥਾਂ ਚੋਂ ਮਿਲ ਸਕੇਗਾ। ਭਾਰਤ ਦੇ ਜਿਵੇਂ ਕਿ ਮੈਂ ਉਲੇਖ ਕਰ ਚੁੱਕਾ ਉਹਨਾਂ ਦਾ ਸਵਾਮੀ ਵਿਵੇਕਾਨੰਦ ਜੀ ਬੜੇ ਮਹਾਨ ਸਨ। 1892 ਜਦੋਂ ਵਿਸ਼ਵ ਧਾਰਮਿਕ ਸੰਮੇਲਨ ਹੋਇਆ ਸ਼ਿਕਾਗੋ ਵਿੱਚ, ਇਹ ਹਿੰਦੂ ਧਰਮ ਵੱਲੋਂ ਸਵਾਮੀ ਵਿਵੇਕਾਨੰਦ ਜੀ ਸ਼ਾਮਲ ਹੋਏ ਸਨ। ਆਪ ਲਿਖਦੇ ਹਨ ਕਿ ਆਪ ਜੀ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਾਚੀਨ ਕਰਮਕਾਂਡ ਮੁਤਾਬਿਕ ਉਹ ਆਦਮੀ ਚੰਗਾ ਹਿੰਦੂ ਨਹੀਂ ਜੋ ਗਊ ਮਾਸ ਨਹੀਂ ਖਾਂਦਾ। ਉਸਨੂੰ ਕੁਝ ਨਿਸ਼ਚਿਤ ਅਵਸਰਾਂ ਤੇ ਬੈਲ ਦੀ ਬਲੀ ਦੇ ਕੇ ਉਸ ਦਾ ਮਾਸ ਜ਼ਰੂਰ ਖਾਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ ਉਹ ਅੱਗੇ ਲਿਖਦੇ ਹਨ ਕਿ ਵੱਖ-ਵੱਖ ਥਾਵਾਂ ਤੇ ਪੇਂਡੂ ਦੇਵਤੇ ਤੇ ਵਹਿਮਾਂ ਭਰਮਾਂ ਅਨੁਸਾਰ ਰਿਵਾਜ ਬਣੇ ਹੁੰਦੇ ਹਨ। ਇਹ ਸਾਡੇ ਸੁਭਾਅ ਵਿੱਚ ਹੈ ਕਿ ਅਸੀਂ ਉਹਨਾਂ ਵਹਿਮਾਂ ਭਰਮਾਂ ਨੂੰ ਧਰਮ ਦਾ ਅੰਗ ਮੰਨਣ ਲੱਗ ਜਾਂਦੇ ਹਾਂ। ਅਜਿਹੇ ਵਿਸ਼ਵਾਸ ਸਵੈ ਵਿਰੋਧੀ ਹੁੰਦੇ ਨੇ, ਪਤਾ ਨਹੀਂ ਲੱਗਦਾ ਉਹਨਾਂ ਨੂੰ ਮੰਨੀਏ ਜਾਂ ਨਾ ਮੰਨੀਏ। ਦੇਖੋ, ਦੱਖਣੀ ਭਾਰਤ ਦਾ ਬ੍ਰਾਹਮਣ ਜਾਂ ਦੂਸਰੇ ਇਲਾਕੇ ਦੇ ਬ੍ਰਾਹਮਣ ਨੂੰ ਮਾਸ ਖਾਂਦੇ ਨੂੰ ਦੇਖਦਾ ਹੈ ਤਾਂ ਹੱਕਾ ਬੱਕਾ ਹੋ ਜਾਂਦਾ ਸੀ। ਉੱਤਰੀ ਭਾਰਤ ਦੇ ਬ੍ਰਾਹਮਣਾਂ ਲਈ ਸੈਂਕੜੇ ਬੱਕਰਿਆਂ ਦੀ ਕੁਰਬਾਨੀ ਕਰਨੀ ਜਾਂ ਬਲੀ ਦੇਣੀ ਪਵਿੱਤਰ ਕਰਮ ਸੀ। ਭਾਰਤ ਅੰਦਰ ਕੋਈ ਸਮਾਂ ਸੀ ਜਦੋਂ ਗਊ ਮਾਸ ਖਾਣ ਤੋਂ ਬਿਨਾਂ ਬ੍ਰਾਹਮਣ ਹੀ ਨਹੀਂ ਅਖਵਾ ਸਕਦੇ ਸੀ। ਦੇਖੋ, ਬੜੀ ਵੱਡੀ ਇਹ ਗੱਲ ਆ। ਅੱਜ ਦੇ ਸ਼ਾਇਦ ਕਿਸੇ ਨੂੰ ਕਹੀਏ ਉਹ ਮੰਨੇ ਨਾ। ਇਹ ਵੇਦਾਂ ਅੰਦਰ ਦਰਜ ਹੈ ਜਦੋਂ ਕੋਈ ਸੰਨਿਆਸੀ ਰਾਜਾ ਜਾਂ ਕੋਈ ਪ੍ਰਮੁੱਖ ਹਸਤੀ ਘਰ ਆਉਂਦੀ ਤਾਂ ਉਸ ਦੇ ਆਓ ਭਗਤ ਕਰਨ ਲਈ ਚੰਗੇ ਬਲਦ ਨੂੰ ਮਾਰਿਆ ਜਾਂਦਾ ਸੀ। ਇਹ ਉਹ ਹੁਣ ਕੇ ਲਿਖਦੇ ਨੇ, ਸਮੇਂ ਅਨੁਸਾਰ ਮਹਿਸੂਸ ਕੀਤਾ ਗਿਆ ਕਿ ਖੇਤੀਬਾੜੀ ਕਰਨਾ ਲੋਕਾਂ ਦਾ ਮੁੱਖ ਕਿੱਤਾ ਸੀ। ਬਲਦਾਂ ਨੂੰ ਮਾਰਨ ਨਾਲ ਉਹਨਾਂ ਦੀ ਨਸਲ ਖਤਮ ਹੋਣ ਦਾ ਡਰ ਪੈਦਾ ਹੋ ਗਿਆ। ਇਸ ਕਰਕੇ ਪਰੰਪਰਾ ਬੰਦ ਹੋਈ। ਇਹ ਉਹਨਾਂ ਨੇ ਆਪਣੇ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ ਨੇ, ਪਰ ਇਹਨਾਂ ਵਿਚਾਰਾਂ ਨੂੰ ਡਾਕਟਰ ਅੰਬੇਦਕਰ ਸਹਿਮਤੀ ਨਹੀਂ ਦਿੰਦੇ। ਉਹਨਾਂ ਨੇ ਇਹ ਬਲਦਾਂ ਦੀ ਕੋਈ ਨਸਲ ਖਤਮ ਹੋਣ ਦੇ ਕਾਰਨ ਗਊ ਮਾਸ ਨੂੰ ਨਹੀਂ ਛੱਡਿਆ। ਡਾਕਟਰ ਅੰਬੇਦਕਰ ਅਨੁਸਾਰ ਗਊਆਂ ਦੀ ਬਲੀ ਜਾਂ ਗਊ ਮਾਸਕਾਂ ਦਾ ਵਿਰੋਧ ਬ੍ਰਾਹਮਣਾਂ ਵੱਲੋਂ ਸਮੇਂ ਦੀ ਮੰਗ ਅਨੁਸਾਰ ਕੀਤਾ ਗਿਆ। ਉਹ ਕਾਰਨ ਸੀ ਉਹ ਧਰਮ ਦਾ ਹਾਵੀ ਹੋਣਾ। ਆਪਾਂ ਨੂੰ ਸਭ ਨੂੰ ਪਤਾ ਕਿ ਭਾਰਤ ਦੇ ਨਾਲ ਲੱਗਦੇ ਦੇਸ਼ ਚੀਨ, ਥਾਈਲੈਂਡ, ਨੇਪਾਲ, ਜਾਪਾਨ, ਕੋਰੀਆ, ਇਹ ਸਭ ਬੁੱਧ ਧਰਮ ਦੇ ਪ੍ਰਭਾਵ ਅਧੀਨ ਸਨ। ਬੁੱਧ ਧਰਮ ਦਾ ਫੈਲਾਅ ਬਹੁਤ ਹੋਇਆ
ਤੇ ਉਹਨਾਂ ਵੱਲੋਂ ਇੱਕ ਜੀਵ ਹੱਤਿਆ ਦਾ ਪ੍ਰਚਾਰ ਕੀਤਾ ਗਿਆ ਸੀ ਜਾਂ ਹਿੰਸਾ ਦਾ ਪ੍ਰਚਾਰ ਕੀਤਾ ਗਿਆ ਸੀ, ਤੇ ਜਿਸ ਕਰਕੇ ਬ੍ਰਾਹਮਣਾਂ ਨੇ ਪਸ਼ੂਆਂ ਦੀ ਬਲੀ ਦੀ ਪਰੰਪਰਾ ਨੂੰ ਬੰਦ ਕੀਤਾ। ਇੱਕ ਗੱਲ ਇਹ ਆਉਂਦੀ ਹੈ ਕਿ ਜਦੋਂ ਕਿਤੇ 100 ਗਾਈਆਂ ਜਾਂ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਸੀ ਤਾਂ ਲੋਕ ਮਹਾਤਮਾ ਬੁੱਧ ਨੂੰ ਅਪਰੋਚ ਕਰਦੇ ਸੀ ਵੀ ਉੱਥੇ ਇਹ ਕਰਮ ਹੋ ਰਿਹਾ, ਤੁਸੀਂ ਜਾਓ ਤੇ ਰੋਕੋ। ਤੇ ਉਹਨਾਂ ਨੂੰ ਜਦੋਂ ਕਿਤੇ ਮਹਾਤਮਾ ਬੁੱਧ ਦਾ ਇੰਨਾ ਪ੍ਰਭਾਵ ਸੀ ਭਾਰਤ ਅੰਦਰ, ਜਦੋਂ ਕਿਤੇ ਉਹ ਜਾਂਦੇ ਤੇ ਬਲੀ ਦੀ ਰਸਮ ਰੋਕ ਦਿੱਤੀ ਜਾਂਦੀ ਸੀ। ਤੇ ਇੱਕ ਸਾਡੇ ਕੋਲ ਸਬੂਤ ਹੋਰ ਹੈਗਾ, ਮਨੁ ਸਿਮਰਤੀ। ਮਨੁ ਸਿਮਰਤੀ ਦੇ ਅੰਦਰ ਸ਼ਰਾਧਾਂ ਦੇ ਦਿਨਾਂ 'ਚ, ਸ਼ਰਾਧ ਇੱਕ ਰਸਮ ਹੈ ਹਿੰਦੂ ਧਰਮ ਅੰਦਰ, ਆਪਣੇ ਪਿਤਰਾਂ ਨੂੰ, ਪੁਰਾਣੇ ਮਰ ਚੁੱਕੇ ਵਿਅਕਤੀਆਂ ਨੂੰ ਖਾਣ ਪੀਣ ਦਾ ਸਮਾਨ ਪਹੁੰਚਾਉਣ ਲਈ। ਸ਼ਰਾਧ ਦਾ ਅਰਥ ਇਹ ਸ਼ਬਦ ਬਣਿਆ ਸ਼ਰਧਾ ਤੋਂ। ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਜੇ ਅਸੀਂ ਬ੍ਰਾਹਮਣ ਨੂੰ ਵੱਖਰੇ ਵੱਖਰੇ ਵਿਸ਼ੇਸ਼ ਜਾਨਵਰਾਂ ਦਾ ਮਾਸ ਖਵਾਵਾਂਗੇ ਤਾਂ ਉਹਨਾਂ ਦੇ ਪਿੱਤਰ ਜਿਹੜੇ ਹਨ, ਬਜ਼ੁਰਗ ਹਨ, ਲੰਬੇ ਸਮੇਂ ਲਈ ਰੱਜੇ ਰਹਿ ਸਕਦੇ ਹਨ। ਹੁਣ ਜਦੋਂ ਇਹਨਾਂ ਦੀ ਇਸ ਰਸਮ ਨੂੰ ਦੇਖਦੇ ਹਾਂ, ਇਸ ਕਰਮ ਕਾਂਡ ਨੂੰ ਦੇਖਦੇ ਹਾਂ, ਤਾਂ ਜਦੋਂ ਕਹਿੰਦੇ ਨੇ ਕਿ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਮਾਸ ਆਹਾਰ ਬਹੁਤ ਮਹੱਤਵਪੂਰਨ ਆ, ਤਾਂ ਅਸੀਂ ਇਹ ਮੰਨ ਹੀ ਨਹੀਂ ਸਕਦੇ ਕਿ ਬ੍ਰਾਹਮਣ ਮੁੱਢ ਤੋਂ ਸ਼ਾਕਾਹਾਰੀ ਸਨ, ਕਿਉਂਕਿ ਜਦੋਂ ਆਪਣੇ ਪਿੱਤਰਾਂ ਨੂੰ ਪਹੁੰਚਾਉਣ ਲਈ ਮਾਸ ਆਹਾਰ ਭੇਜਦੇ ਹਨ, ਜਾਂਦਾ ਤਾਂ ਬ੍ਰਾਹਮਣ ਰਾਹੀਂ ਸੀ ਨਾ, ਬ੍ਰਾਹਮਣ ਹੀ ਖਾਂਦਾ ਸੀ, ਤੇ ਫਿਰ ਮਹਿਸੂਸ ਕਰਦੇ ਸੀ ਸਾਡੇ ਪਿੱਤਰਾਂ ਨੂੰ ਪਹੁੰਚ ਜਾਵੇਗਾ। ਜਾਂ ਬ੍ਰਾਹਮਣ ਦੀ ਸ਼ੈਤਾਨੀ ਸੀ, ਉਹ ਕਹਿੰਦਾ ਜੋ ਤੁਸੀਂ ਮੈਨੂੰ ਦੇਵੋਗੇ ਉਹ ਤੁਹਾਡੇ ਪਿੱਤਰਾਂ ਨੂੰ ਪਹੁੰਚ ਜਾਵੇਗਾ। ਇਹ ਕੁਝ ਕੁ ਮੈਂ ਰੈਫਰੈਂਸ ਸੰਖੇਪ ਵਿੱਚ ਹੀ ਤੁਹਾਡੇ ਨਾਲ ਸਾਂਝੇ ਕੀਤੇ ਹਨ। ਤੇ ਬਾਕੀ ਹੈਗੇ ਮਹਾਤਮਾ ਆਪਣੇ ਅਸ਼ੋਕ ਦੇ ਜੋ ਸਤੰਭ ਉਹਨਾਂ ਨੇ ਬਣਾਏ ਥਾਂ ਥਾਂ, ਉਹਦੇ ਵਿੱਚ ਕਿਤੇ ਨਹੀਂ ਕਿਹਾ ਗਿਆ ਵੀ ਗਊ ਪਵਿੱਤਰ ਜਾਨਵਰ ਹੈ। ਈਵਨ ਮਨੁ ਸਿਮਰਤੀ ਦੇ ਅੰਦਰ ਵੀ ਗਊ ਨੂੰ ਪਵਿੱਤਰ ਜਾਨਵਰ ਨਹੀਂ ਕਿਹਾ ਗਿਆ, ਤੇ ਕਿਤੇ ਨਹੀਂ ਲਿਖਿਆ ਕਿ ਗਊ ਪਵਿੱਤਰ ਜਾਨਵਰ ਹੈ, ਗਊ ਮਾਸ ਨਹੀਂ ਖਾਣਾ ਚਾਹੀਦਾ। ਸਗੋਂ ਹਰ ਤਰ੍ਹਾਂ ਦੇ ਮਾਸ ਨੂੰ ਖਾਣ ਦੀ ਖੁੱਲ੍ਹ ਹੈ, ਇਹ ਮਨੁ ਸਿਮਰਤੀ ਅੰਦਰ ਹੈ। ਤੇ ਬਾਕੀ ਅਸ਼ੋਕ, ਰਾਏ ਅਸ਼ੋਕ ਦੇ ਸ਼ਾਹੀ ਫਰਮਾਨ, ਉਹਦੇ ਵਿੱਚ ਕਿਤੇ ਗਊ ਨੂੰ ਪਵਿੱਤਰ ਜਾਨਵਰ ਨਹੀਂ ਕਿਹਾ ਗਿਆ। ਅਸੀਂ ਫਿਰ ਇਹ ਸਾਡਾ ਇਹ ਮੰਨਣਾ ਹੈ ਕਿ ਬ੍ਰਾਹਮਣ ਗਊ ਮਾਸ ਖਾਂਦਾ ਸੀ, ਤੇ ਗਊ ਮਾਸ ਉਹ ਬੁੱਧ ਧਰਮ ਦੇ ਹਾਵੀ ਹੋਣ ਕਾਰਨ, ਬੁੱਧ ਧਰਮ ਦਾ ਪ੍ਰਚਾਰ ਵੱਧ ਜਾਣ ਕਾਰਨ ਇਹਨਾਂ ਨੇ ਆਪਣੇ ਆਪ ਨੂੰ ਸ਼ਾਕਾਹਾਰੀ ਹੋਣ ਦਾ ਭਰਮ ਪ੍ਰਚਾਰਿਆ, ਜਾਂ ਲੋਕਾਂ ਨੂੰ ਦੱਸਿਆ ਕਿ ਅਸੀਂ ਸ਼ਾਕਾਹਾਰੀ ਹਾਂ। ਇੱਕ ਜਿਹੜੀ ਖਾਸ ਸਭ ਨੇ ਅੱਜ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਭਾਰਤ ਦੁਨੀਆ ਦੇ ਵਿੱਚ ਦੂਜਾ ਦੇਸ਼ ਹੈ ਜੋ ਗਊ ਮਾਸ ਬਾਹਰ ਭੇਜਦਾ ਹੈ, ਤੇ ਇਹਨਾਂ ਦੇ ਜੇ ਬੁੱਚੜਖਾਨੇ ਹਨ ਉਹ ਵੀ ਹਿੰਦੂਆਂ ਦੇ ਹਨ। ਜੋ ਪਿੱਛੇ ਧੱਕਾ ਕੀਤਾ ਗਿਆ ਜਾਂ ਰਾਜਪੁਰੇ ਵਿੱਚ ਇੱਕ ਬੁੱਚੜਖਾਨਾ ਸੀ ਬੰਦ ਕਰਵਾਇਆ ਗਿਆ, ਜਾਂ ਯੂਪੀ ਦੇ ਵਿੱਚ ਕੁਝ ਗਰੀਬ ਮੁਸਲਮਾਨਾਂ ਦੇ ਬੁੱਚੜਖਾਨੇ ਸਨ, ਉਹਨਾਂ ਨੂੰ ਧੱਕੇ ਨਾਲ ਬੰਦ ਕੀਤਾ ਗਿਆ। ਪਰ ਅਸੀਂ ਇਹ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਭਾਰਤ ਦੂਜਾ ਦੇਸ਼ ਆ, ਗਊ ਮਾਸ ਜਾਂ ਮੱਝਾਂ ਦਾ ਮਾਸ ਵੇਚ ਕੇ ਵੱਧ ਮੁਦਰਾ ਕਮਾਉਂਦਾ ਹੈ। ਉਹ ਜਿੰਨੇ ਇਹਦੇ ਪ੍ਰੋਸੈਸਿੰਗ, ਫੂਡ ਪ੍ਰੋਸੈਸਿੰਗ ਸੈਂਟਰ ਨੇ, ਉਹ ਸਭ ਹਿੰਦੂਆਂ ਦੇ ਹਨ। ਹੁਣ ਅਸੀਂ ਦੇਖਣਾ ਇਹ ਦੋਗਲੀ ਨੀਤੀ ਕਿਉਂ, ਇਹ ਅੱਜ ਵੀ ਹੋ ਰਿਹਾ। ਬੜੀਆਂ ਗੱਲਾਂ ਆਪਾਂ ਇਹਦੇ ਵਿੱਚ ਮੈਂ ਜ਼ਿਆਦਾ ਵਿਸਤਾਰ 'ਚ ਨਹੀਂ ਜਾਂਦਾ। ਫਿਰ ਇਸਲਾਮ ਦੇ ਅੰਦਰ ਹਲਾਲ ਮਾਸ ਖਾਣ ਦੀ ਹੈਗੀ, ਉਹ ਕੁਝ ਖਾਸ ਗੱਲਾਂ ਨੇ। ਉਹ ਕਹਿੰਦੇ ਜਾਨਵਰ ਨੂੰ ਵੱਢਣ ਸਮੇਂ ਅੱਲਾ ਦਾ ਨਾਮ ਉਚਾਰਨਾ ਹੁੰਦਾ ਹੈ, ਵੱਢਣ ਵਾਲਾ ਹਥਿਆਰ ਤਿੱਖਾ ਹੋਣਾ ਚਾਹੀਦਾ ਹੈ। ਜਿਸ ਜਾਨਵਰ ਨੂੰ ਹਲਾਲ ਕਰਨਾ ਉਹ ਜਾਨਵਰ ਵੀ ਹੋਸ਼ੀ ਵਿੱਚ ਨਾ ਹੋਵੇ, ਜਾਨਵਰ ਨੂੰ ਪੁੱਠਾ ਟੰਗਿਆ ਹੋਵੇ ਤਾਂ ਖੂਨ ਵਹਿਣ ਦਿੱਤਾ ਜਾਵੇ। ਤੇ ਹਲਾਲ ਕਰਨ ਦੀ ਵਿਧੀ ਮੁਸਲਮਾਨ ਦੇ ਹੱਥੀਂ ਹੋਣੀ ਜ਼ਰੂਰੀ ਹੈ। ਕਿਸੇ ਜਾਨਵਰ ਨੂੰ ਹਲਾਲ ਕਰਨਾ, ਉਸ ਨੂੰ ਪਹਿਲਾਂ ਕੁਦਰਤੀ ਖੁਰਾਕ
ਖਾਣ ਨੂੰ ਦਿੱਤੀ ਜਾਵੇ। ਅੱਜ ਇੱਕ ਇਹਦਾ ਵਹਿਮ ਹੈ, ਤੁਸੀਂ ਜੇ ਕਿਤੇ ਫਾਰਮੇਸੀ ਸਟੋਰ ਚ ਆਓ ਜਾਂ ਡਰੱਗ ਸਟੋਰ ਚ ਆਓ, ਉਹਨਾਂ ਵਿੱਚ ਸਪਲੀਮੈਂਟਸ ਵੀ ਲੈਣੇ ਆ, ਉੱਥੇ ਇੱਕ ਹਲਾਲ ਸਪਲੀਮੈਂਟਸ ਤੁਹਾਨੂੰ ਦੇਖਣ ਨੂੰ ਮਿਲਣਗੇ। ਮੈਨੂੰ ਪਹਿਲਾਂ ਪਤਾ ਨਹੀਂ ਸੀ ਹੁੰਦਾ, ਤੇ ਹਲਾਲ ਸਪਲੀਮੈਂਟਸ ਹੈ। ਮੁਸਲਮਾਨ ਜੋ ਆਪਣਾ ਸਪਲੀਮੈਂਟਸ ਆਪਣੀ ਚੰਗੀ ਸਿਹਤ ਲਈ ਖਾਂਦੇ ਨੇ, ਉਹ ਹਲਾਲ ਸਪਲੀਮੈਂਟਸ ਵਰਤਦੇ ਨੇ। ਜਦੋਂ ਯਹੂਦੀ ਸਪਲੀਮੈਂਟਸ ਵਰਤਦੇ ਨੇ, ਉਹਨਾਂ ਦੇ ਸਪਲੀਮੈਂਟਸ ਕੋਸ਼ਰ ਸਪਲੀਮੈਂਟਸ ਨੇ। ਜੇ ਤੁਸੀਂ ਕਿਤੇ ਗੇੜਾ ਵੀ ਮਾਰੋ, ਜੇ ਨਹੀਂ ਮਾਸ ਖਾਂਦੇ, ਘੱਟੋ ਘੱਟ ਸੁਪਰ ਸਟੋਰ ਦੇ ਵਿੱਚ ਗੇੜਾ ਕੱਢੋ ਜਿੱਥੇ ਮਾਸ ਡਿਸਪਲੇ ਕੀਤਾ ਹੁੰਦਾ, ਉਹਨਾਂ ਦੇ ਵਿੱਚ ਕੋਸ਼ਰ ਤੇ ਹਲਾਲ ਮਾਸ ਮਿਲਦਾ ਹੈ। ਤੇ ਫਿਰ ਆ ਗਿਆ ਜੈਨ ਧਰਮ। ਆਪਣੇ ਇੰਡੀਆ ਦੇ ਵਿੱਚ ਇੱਕ ਜੈਨ ਧਰਮ ਹੈ ਜਿਹਨੇ ਸਭ ਤੋਂ ਵੱਧ ਅਹਿੰਸਾ ਦਾ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਇਹਨਾਂ ਦੇ ਬਾਰੇ ਇੱਕ ਰੈਫਰੈਂਸ ਵੀ ਦਿੱਤਾ ਗੁਰਬਾਣੀ 'ਚ। ਤੇ ਹੋਰ ਕੋਈ ਧਰਮ ਅਹਿੰਸਾ ਦਾ ਇੰਨਾ ਹਾਮੀ ਨਹੀਂ ਸੀ ਜਿੰਨਾ ਜੈਨ ਧਰਮ। ਹੁਣ ਜੈਨ ਧਰਮ ਦੇ ਵਿੱਚ ਇੱਕ ਬੜੀ ਹਾਸੇ ਹੋਣੀ ਗੱਲ ਹੈ, ਉਹ ਸ਼ਾਕਾਹਾਰੀਆਂ ਕਿਸੇ ਪ੍ਰਕਾਰ ਦੇ ਜਾਨਵਰ ਦਾ ਸੇਵਨ ਤਾਂ ਨਹੀਂ ਕਰਦੇ, ਸਗੋਂ ਧਰਤੀ ਹੇਠ ਉਗਾਈਆਂ ਜਾਂਦੀਆਂ ਸਬਜ਼ੀਆਂ ਜਿਵੇਂ ਆਲੂ, ਲਸਣ, ਗਾਜਰ ਤੇ ਪਿਆਜ਼ ਦੀ ਵਰਤੋਂ ਵੀ ਨਹੀਂ ਕਰਦੇ। ਤੇ ਉਹ ਕਿਉਂਕਿ ਜੀਵ ਨੂੰ ਕਿਸੇ ਨੂੰ ਕਸ਼ਟ ਨਹੀਂ ਦੇਣਾ। ਇਹ ਹੋ ਸਕਦਾ ਕਿ ਹੋਰ ਫਿਰਕੇ ਅੰਦਰ ਵੀ ਇਸ ਤਰ੍ਹਾਂ ਦੀ ਸੋਚ ਹੋਵੇ, ਤੇ ਜੇਕਰ ਕਿ ਸਬਜ਼ੀ ਉੱਤੇ ਕੋਈ ਜੀਵ ਕੀਟਾਣੂ ਮਰੇ ਵੀ ਦੇਖ ਲੈਣ ਤਾਂ ਉਹ ਜਿਹੜੇ ਜੈਨੀ ਨੇ ਉਹਦਾ ਪ੍ਰਯੋਗ ਨਹੀਂ ਕਰਦੇ, ਉਸਨੂੰ ਖਾਂਦੇ ਨਹੀਂ। ਤੇ ਕੁਝ ਜੈਨ ਵਿਦਵਾਨ ਵੀਗਨਿਜ਼ਮ ਦੇ ਹੱਕ ਵਿੱਚ ਵੀ ਹਨ, ਜਿਸ ਵਿੱਚ ਦੁੱਧ ਦਹੀਂ ਦੇ ਪ੍ਰਯੋਗ ਦੀ ਮਨਾਹੀ ਹੁੰਦੀ ਨੇ। ਇਸ ਇੱਥੇ ਵੀ ਬਹੁਤ ਜ਼ਿਆਦਾ ਨੇ, ਵੈਸਟਰਨ ਸੋਸਾਇਟੀ ਵਿੱਚ ਵੀ ਵੀਗਨ ਜਿਹੜੇ ਹੈਗੇ ਲੋਕ, ਉਹ ਅੰਡਾ ਨਹੀਂ ਖਾਂਦੇ, ਦੁੱਧ ਦਹੀਂ ਦਾ ਪ੍ਰਯੋਗ ਨਹੀਂ ਕਰਦੇ ਹੈਗੇ ਪਰਿਵਾਰ। ਤੇ ਉਹਦੇ ਵਿੱਚ ਕੁਝ ਚੀਜ਼ਾਂ ਦੇ ਇਹਨਾਂ ਦੇ ਵਹਿਮ ਆ। ਗ੍ਰਸਤੀ ਵਿਅਕਤੀ 4 ਚੀਜ਼ਾਂ ਤੋਂ ਦੂਰ ਰਹੇ: ਸ਼ਰਾਬ, ਮਾਸ, ਘਿਓ ਤੇ ਸ਼ਹਿਦ। 5 ਪ੍ਰਕਾਰ ਦੇ ਫਲਾਂ ਤੋਂ ਪਰਹੇਜ਼ ਕਰੇ ਜੋ ਅੰਜੀਰ ਤੇ ਵਰਗ ਚ ਆਉਂਦੇ ਹਨ। ਇਹ ਜੈਨੀਆਂ ਦੇ ਅੰਦਰ ਹੈ। ਉਸ ਤੋਂ ਬਾਅਦ ਆ ਗਿਆ ਬੁੱਧ ਧਰਮ। ਬੁੱਧ ਧਰਮ ਦੇ ਅੰਦਰ ਖਾਣ ਪੀਣ ਸੰਬੰਧੀ ਕੋਈ ਵਿਸ਼ੇਸ਼ ਨਿਯਮ ਨਹੀਂ ਹਨ। ਗੌਤਮ ਬੁੱਧ ਦੇ ਸਮੇਂ ਮੋਕਸ਼ ਨੂੰ ਖਾਣ ਪੀਣ ਪ੍ਰਤੀ ਖੁੱਲ੍ਹ ਹੁੰਦੀ ਸੀ। ਜੋ ਕੁਝ ਲੋਕ ਉਹਨਾਂ ਦੇ ਚਿੱਪੀ ਕਟੋਰ ਵਿੱਚ ਭਿੱਖਿਆ ਪਾ ਦਿੰਦੇ ਸਨ, ਭਾਵੇਂ ਮਾਸ ਹੋਵੇ ਜਾਂ ਬੇਹੀ ਰੋਟੀ, ਉਹ ਖਾ ਲੈਂਦੇ ਸਨ। ਉਹ ਆਪ ਕਤਲ ਨਹੀਂ ਸੀ ਕਰਦੇ, ਆਪ ਮਾਸ ਨਹੀਂ ਸੀ ਬਣਾਉਂਦੇ, ਪਰ ਉਹ ਜੋ ਕੋਈ ਇਹਨਾਂ ਨੂੰ ਦੇਣ ਦਾ ਸੀ, ਖਾ ਲੈਂਦੇ ਸੀ। ਪਰ ਬੁੱਧ ਧਰਮ ਦੇ ਵਿੱਚ ਇੱਕ ਵੱਡੀ ਸਮੱਸਿਆ ਇਹ ਹੀ ਹੈ ਕਿ ਬੁੱਧ ਧਰਮ ਵਿੱਚ ਵੱਖ-ਵੱਖ ਵਰਗਾਂ ਦੇ, ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਬੁੱਧ ਧਰਮ ਅਪਣਾਇਆ। ਜਿਵੇਂ ਤਿੱਬਤ ਦੇ ਬੋਧੀ ਕਦੇ ਵੀ ਮੱਛੀ ਨਹੀਂ ਖਾਣਗੇ, ਤੇ ਆਮ ਕਰਕੇ ਮੁਰਗਾ ਮੁਰਗੀ ਦਾ ਮਾਸ ਤੇ ਕਿਸੇ ਪ੍ਰਕਾਰ ਦੇ ਮਾਸ ਤੋਂ ਦੂਰ ਰਹਿਣਗੇ। ਤੇ ਉਹ ਜਿਵੇਂ ਥਾਈਲੈਂਡ 'ਚ ਵੀ ਹੋਰ ਮਾਸ ਮੱਛੀ ਬੜੀ ਕਾਮਨ ਸੀ। ਤੇ ਇੱਕ ਪ੍ਰੋਫੈਸਰ ਹੋਏ ਵੈਂਡੀ ਡੋਨੀਜ਼ਰ, ਬਹੁਤ ਤਗੜੀ ਹੋਈ ਹੈ, ਜਿਹਨੇ ਦਾ ਹਿੰਦੂ ਕਿਤਾਬ, ਬਹੁਤ ਤਗੜੀ ਕਿਤਾਬ ਲਿਖੀ ਹੈ। ਉਹ ਕਹਿੰਦੀ 2006 ਵਿੱਚ ਉਸਨੂੰ ਗਰਮੀ ਵਿੱਚ ਇੱਕ ਤਿੱਬਤ 'ਚ ਬੋਧੀ ਮਿਲਿਆ। ਉਸਨੇ ਕਿਹਾ ਕਿ ਨੈਤਿਕ ਦੇ ਆਧਾਰ ਉੱਤੇ ਉਹ ਤਿੱਬਤੀ ਗਊ ਖਾ ਸਕਦਾ ਹੈ, ਪਰ ਮੱਛੀ ਨਹੀਂ। ਉਹ ਕਹਿੰਦੇ ਇਸ ਨਾਲ ਜ਼ਿਆਦਾ ਜੀਵਾਂ ਦੀ ਹੱਤਿਆ ਨਹੀਂ ਹੁੰਦੀ। ਜਦੋਂ ਜੇ ਗਊ ਮਾਰਦੇ ਆ ਨਾ, ਉਹ ਕੁਝ ਪਰਿਵਾਰ ਦਾ ਜਿਹੜਾ ਆਹਾਰ ਬਣ ਜਾਂਦਾ ਹੈ। ਤੇ ਵੱਡੇ ਜਾਨਵਰ ਨੂੰ ਮਾਰਨ ਨਾਲ ਉਹ ਕਹਿੰਦੇ ਘੱਟ ਪਾਪ ਲੱਗਦਾ, ਤੇ ਛੋਟੇ ਜੀਵਾਂ ਨੂੰ ਜ਼ਿਆਦਾ ਗਿਣਤੀ 'ਚ ਮਾਰਨਾ ਪੈਂਦਾ। ਇਹ ਤਿੱਬਤੀ ਬੋਧੀਆਂ ਦੀ ਸੋਚ ਹੈ। ਹੁਣ ਅਸੀਂ ਪਿੱਛੇ ਦੱਸਿਆ ਵੀ ਬੁੱਧ ਧਰਮ ਦੇ ਵਿੱਚ ਜਾਂਦੀ ਖਾਣ ਪ੍ਰਤੀ ਕੋਈ ਖਾਸ ਸਖਤ ਨਿਯਮ ਨਹੀਂ ਹਨ। ਤੇ ਜੇ ਖਾਣ ਦੀ ਖੁੱਲ੍ਹ ਤਾਂ ਇਹਨਾਂ ਨੂੰ ਹੈਗੀ, ਜੇ ਭਿਕਸ਼ੂ ਨੂੰ ਪਤਾ ਲੱਗ ਜੇ ਕਿ ਵਿਸ਼ੇਸ਼ ਤੌਰ ਤੇ ਉਹਦੇ ਲਈ ਮਾਸ ਬਣਾਇਆ, ਤਾਂ ਉਹ ਨਹੀਂ ਖਾਵੇਗਾ। ਜੇ ਉਹਨੂੰ ਦੱਸਿਆ ਨਾ ਜਾਵੇ, ਜੇ ਉਹਦੀ ਕਟੋਰੀ 'ਚ ਪਾ ਦਿੱਤਾ ਜਾਵੇ ਚਿੱਪੀ 'ਚ, ਤਾਂ ਉਹ ਮਾਸ ਖਾ ਲੈਂਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਮਹਾਤਮਾ ਬੁੱਧ ਦੀ ਮੌਤ ਵੀ ਹੋਈ ਆ, ਉਹ ਸੂਰ ਦੇ ਮਾਸ ਖਾਣ ਨਾਲ ਹੋਈ। ਉਹ ਠੀਕ ਤਰ੍ਹਾਂ ਨਾਲ ਨਹੀਂ ਬਣਿਆ ਹੋਇਆ ਸੀ। ਉਹ ਸ਼ਰਧਾ ਨਾਲ ਕੋਈ ਲਿਆਇਆ ਤੇ ਮਹਾਤਮਾ ਬੁੱਧ ਨੇ ਉਹ ਜਵਾਬ ਨਹੀਂ ਦਿੱਤਾ ਤੇ ਮਾਸ ਖਾ ਲਿਆ। ਹੁਣ ਕੋਸ਼ਰ ਤੇ ਹਲਾਲ ਬਾਰੇ ਵੀ ਕੋਈ ਬੜਾ ਫਰਕ ਨਹੀਂ, ਬਣਾਉਣ ਦਾ ਤਰੀਕਾ ਇੱਕੋ ਹੀ ਹੈ। ਪਰ ਜਿਹੜੇ ਯਹੂਦੀ ਨੇ ਬੜੇ ਕੱਟੜ ਨੇ, ਉਹ ਕਿਸੇ ਗੈਰ ਯਹੂਦੀ ਕੋਲੋਂ ਮਾਸ ਮੰਗਵਾ ਵੀ ਨਹੀਂ ਸਕਦੇ।
ਤੇ ਉਹ ਸਿਰਫ ਯਹੂਦੀ ਕੋਲੋਂ ਹੀ ਮਾਸ ਲੈ ਸਕਣਗੇ। ਤੇ ਉਹਨਾਂ ਦੀ ਕੱਟੜਤਾ ਇੰਨੀ ਹੈ ਕਿ ਜਿਹੜਾ ਮੁਸਲਮਾਨ ਆ ਉਹ ਕੋਸ਼ਰ ਮਾਸ ਖਾ ਲੈਂਦਾ, ਜਿਹੜਾ ਯਹੂਦੀ ਆ ਉਹ ਹਲਾਲ ਮਾਸ ਨਹੀਂ ਖਾਂਦਾ। ਇਹਨਾਂ ਦੇ ਜਿਵੇਂ ਮੈਂ ਪਿੱਛੇ ਵੀ ਉਲੇਖ ਕੀਤਾ ਕਿ ਇਹਨਾਂ ਦੇ ਵੀ ਜਿਹੜੇ ਸਪਲੀਮੈਂਟਸ ਆ, ਵੱਖਰੇ ਕੋਸ਼ਰ ਸਪਲੀਮੈਂਟਸ ਆ। ਈਸਾਈ ਧਰਮ ਦੇ ਅੰਦਰ ਪਹਿਲਾਂ ਸੂਰ ਦਾ ਮਾਸ ਨਹੀਂ ਸੀ ਖਾਂਦੇ, ਕਿਉਂਕਿ ਧਰਮ ਤੇ ਇੱਕੋ ਵਾਰੀ ਪੈਦਾ ਹੋਏ, ਇਕੱਠੇ ਹੀ ਹੋਏ ਇੱਕੋ ਇਲਾਕੇ ਚੋਂ, ਈਸਾਈ ਮਤ, ਯਹੂਦੀ ਤੇ ਇਸਲਾਮ। ਇਹ ਸੂਰ ਦਾ ਮਾਸ ਨਹੀਂ ਸੀ ਖਾਂਦੇ ਈਸਾਈ ਪਹਿਲਾਂ। ਇਹਨਾਂ ਵਿੱਚ ਕੋਈ ਵਰਤ ਰੱਖਣ ਦੀ ਗੱਲ ਸੀ, ਵਰਤਾਂ ਦੇ ਦਿਨਾਂ ਚ ਨਹੀਂ ਸਿਖਾਉਂਦੇ। ਪਰ ਹੁਣ ਅਜੋਕੇ ਸਮੇਂ ਈਸਾਈ ਧਰਮ ਵਿੱਚ ਕੋਈ ਮਾਸ ਪ੍ਰਤੀ ਕੱਟੜਤਾ ਨਹੀਂ ਹੈ। ਤੇ ਚੀਨੀ ਲੋਕਾਂ ਚ ਮਨਾਓ ਤਾਂ ਉਹ ਹਰ ਇੱਕ ਤਰੀਕੇ ਦਾ ਮਾਸ ਖਾ ਲੈਂਦੇ ਨੇ। ਪਹਿਲਾਂ ਗਊ ਮਾਸ ਨਹੀਂ ਖਾਧਾ ਜਾਂਦਾ ਸੀ, ਉਹਦਾ ਕੋਈ ਵਹਿਮ ਨਹੀਂ ਸੀ, ਉਹ ਅਫੋਰਡ ਨਹੀਂ ਸੀ ਕਰਦੇ। ਜਦੋਂ ਕੋਈ ਆਰਥਿਕਤਾ ਤੌਰ ਤੇ ਥੋੜੇ ਜਿਹੇ ਚਾਈਨੀ ਲੋਕ ਸਥਾਪਿਤ ਹੋਏ ਨੇ, ਹੁਣ ਗਊ ਮਾਸ ਵੀ ਉੱਥੇ ਆਮ ਖਾਣ ਲੱਗੇ। ਉਹਨਾਂ ਦੇ ਅੰਦਰ ਤਰ੍ਹਾਂ ਦੇ ਮਾਸ, ਉਹ ਕੁੱਤੇ ਦਾ ਮਾਸ ਵੀ, ਸੱਪਾਂ ਦਾ ਵੀ, ਇਹ ਵੱਖ-ਵੱਖ ਫਿਰਕਿਆਂ ਚ ਸਾਰੇ ਨਹੀਂ ਖਾਂਦੇ, ਪਰ ਜੋ ਕੋਈ ਚੀਜ਼ ਮਿਲਦੀ ਹੈ ਉਹ ਚੀਨੀ ਲੋਕਾਂ 'ਚ ਕੋਈ ਖਾਣ ਪ੍ਰਤੀ ਵਹਿਮ ਨਹੀਂ ਹੈ, ਉਹ ਹਰ ਇੱਕ ਤਰ੍ਹਾਂ ਮਾਸ ਖਾ ਲੈਂਦੇ ਨੇ। ਤੇ ਜਿਵੇਂ ਸਾਡੇ ਪਹਿਲਾਂ ਕਹਿ ਚੁੱਕੇ ਵੀ ਆਮ ਲੋਕਾਂ 'ਚ, ਬਾਹਰਲੇ ਲੋਕਾਂ ਦੇ ਸ਼ਾਇਦ ਇੱਕ ਮੰਨਦੇ ਕਿ ਬਾਹਲੇ ਭਾਰਤ ਦੇ ਅੰਦਰ ਜਿਹੜੇ ਹਿੰਦੂ ਨੇ ਮਾਸ ਨਹੀਂ ਖਾਂਦੇ। ਇਹ ਆਪਾਂ ਪਹਿਲਾਂ ਉਲੇਖ ਕਰ ਚੁੱਕੇ ਹਾਂ ਵੀ ਹਿੰਦੂ ਤਾਂ ਗਊ ਮਾਸ ਵੀ ਖਾਂਦਾ ਸੀ, ਪਰ ਹੁਣ ਜੋ ਮਾਸ ਖਾਂਦੇ ਨੇ ਬਹੁਤ ਘੱਟ ਨੇ। ਕੁਝ ਖਾਂਦੇ ਨੇ ਲੋਕ, ਬ੍ਰਾਹਮਣ ਵੀ ਖਾਂਦੇ ਗਊ ਮਾਸ ਇੱਥੇ, ਪਰ ਜ਼ਿਆਦਾ ਨਹੀਂ ਖਾਂਦੇ। ਤੇ ਇੱਕ ਉਹ ਇਹਨਾਂ ਦੇ ਅੰਦਰ ਵਹਿਮ, ਉਹ ਮੰਗਲਵਾਰ ਵਾਲੇ ਦਿਨ ਮਾਸ ਨਹੀਂ ਖਾਂਦੇ। ਡਾਕਟਰ ਗੁਰਦਰਸ਼ਨ ਸਿੰਘ ਨੇ ਪਿੱਛੇ ਇੱਕ ਦੱਸਿਆ ਸੀ ਵੀ ਹਿੰਦੁਸਤਾਨ ਦੇ ਵਿੱਚ ਧਾਰਮਿਕ ਕੱਟੜਤਾ ਠੋਸੀ ਜਾ ਰਹੀ ਹੈ। ਜਿਵੇਂ ਆਪਾਂ ਗੱਲ ਕੀਤੀ ਹੈ ਵੀ ਬੁੱਚੜਖਾਨੇ ਬੰਦ ਕਰਾਏ ਯੂਪੀ 'ਚ, ਉਹ ਮੰਗਲਵਾਰ ਨੂੰ ਉੱਥੇ ਮਾਸ ਮਿਲਦਾ ਹੀ ਨਹੀਂ। ਮਾਸ ਬਣਾਉਣ ਦੀ ਮਨਾਹੀ ਹੈ, ਕਿਉਂਕਿ ਹਿੰਦੂ ਧਰਮ ਦਾ ਵਿਸ਼ਵਾਸ ਹੈ ਮੰਗਲਵਾਰ ਨੂੰ ਮਾਸ ਨਹੀਂ ਖਾਂਦੇ। ਜਾਂ ਜਦੋਂ ਗ੍ਰਹਿਣ ਹੋਵੇ, ਸੂਰਜ ਗ੍ਰਹਿਣ, ਚੰਦ ਗ੍ਰਹਿਣ, ਉਦੋਂ ਅੱਗ ਵੀ ਪਾਉਣੀ ਮਾੜੀ ਸਮਝਦੇ ਸੀ। ਹੋ ਸਕਦਾ ਅੱਜ ਦੇ ਜੋ ਕਿ ਸਮੇਂ ਇਹੋ ਜਿਹਾ ਸਾਰੇ ਨਾ ਕਰਦੇ ਹੋਣ, ਪਰ ਇਹ ਇਹਨਾਂ ਦੇ ਅੰਦਰ ਇੱਕ ਵਹਿਮ ਸੀ। ਤੇ ਹੁਣ ਜਿਵੇਂ ਕਈ ਕੰਟਰੀਆਂ ਵਿੱਚ ਘੋੜੇ ਦਾ ਮਾਸ ਪਹਿਲਾਂ ਖਾਂਦਾ ਜਾਂਦਾ ਸੀ, ਹੁਣ ਨਹੀਂ ਖਾਧਾ ਜਾਂਦਾ। ਤੇ ਕੁੱਤਿਆਂ ਦਾ ਮਾਸ ਵੀ ਖਾਧਾ ਜਾਂਦਾ ਸੀ। ਤੇ ਸਾਡੇ ਵੱਖ-ਵੱਖ ਹੁਣ ਗੱਲ ਆ ਗਈ ਸਿੱਖਾਂ ਦੇ ਇੱਕ ਵਹਿਮ। ਆਪਾਂ ਨੂੰ ਕਾਮਾਗਾਟਾਮਾਰੂ ਜਹਾਜ਼ ਬਾਰੇ ਪਤਾ ਹੋਵੇਗਾ। ਤੇ 22 ਜੁਲਾਈ 1914 ਨੂੰ ਜੇ ਸ਼ਾਮ ਦੇ ਵੇਲੇ ਕਾਮਾਗਾਟਾਮਾਰੂ ਜਹਾਜ਼ ਨੇ ਵਾਪਸ ਜਾਣ ਲਈ ਉਹਨਾਂ ਨੂੰ ਸਮਾਨ ਦਿੱਤਾ ਗਿਆ। ਉਹਦੇ ਵਿੱਚ ਇੱਕ ਜਿਉਂਦੀਆਂ ਭੇਡਾਂ ਵੀ ਚਾੜੀਆਂ ਗਈਆਂ। ਭੇਡਾਂ ਉਹਨਾਂ ਨੂੰ ਕਿਉਂ ਦਿੱਤੀਆਂ ਗਈਆਂ? ਉਹ ਬਤੈਰ ਜੋ ਉਹ ਸਿੱਖ ਸਨ, ਜ਼ਿਆਦਾ ਤੌਰ ਤੇ ਮਾਸ ਆਹਾਰ ਵਰਤਦੇ ਸਨ। ਇੱਕ ਨਾਲ ਇੱਕ ਉਦੋਂ ਇੰਨਾ ਵਹਿਮ ਨਹੀਂ ਸੀ ਜਿੰਨਾ ਅੱਜ ਵਹਿਮ ਫੈਲਾਇਆ ਜਾ ਰਿਹਾ। ਕਾਮਾਗਾਟਾਮਾਰੂ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ, ਤੇ ਉਹਦੇ ਵਿੱਚ ਮਾਸ ਆਹਾਰ ਵੀ ਵਰਤਿਆ ਜਾਂਦਾ ਸੀ, ਤੇ ਭੇਡਾਂ ਵੀ ਲਾਈਵ ਚਾੜੀ ਗਈਆਂ। ਤੇ ਇਹ ਜਿੱਥੋਂ ਤੱਕ ਸਿੱਖ ਰਾਜਮੈਂਟ ਦੀ ਗੱਲ ਵੀ ਆਉਂਦੀ ਹੈ, ਮੈਂ ਇਹ ਵੀ ਪਤਾ ਕੀਤਾ ਜਦੋਂ ਸਿੱਖ ਰਾਜਮੈਂਟ ਬਣੀ ਹੈ ਮੁੱਢ ਤੋਂ ਹੀ ਮਾਸ ਆਹਾਰ ਦਾ ਉੱਥੇ ਸੇਵਨ ਹੁੰਦਾ ਸੀ। ਤੇ ਬਾਕੀ ਇਤਿਹਾਸਿਕ ਪੁਸਤਕਾਂ ਦੇ ਅੰਦਰ ਇਹ ਮਿਲਦਾ ਵੀ ਗੁਰੂ ਹਰਗੋਬਿੰਦ ਸਾਹਿਬ ਸਮੇਂ ਤੋਂ ਸ਼ਿਕਾਰ ਦੀ ਪਰੰਪਰਾ ਸਿੱਖਾਂ ਸ਼ੁਰੂ ਹੋਈ। ਸ਼ਿਕਾਰ ਉਹ ਮਾਸ ਦਾ ਕਰਦੇ ਸੀ, ਤੇ ਮਾਸ ਉਹ ਉਦੋਂ ਲੰਗਰ 'ਚ ਬਣਦਾ ਸੀ। ਅੱਜ ਵੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਜਿਹੜੇ ਬਣਜਾਰੇ ਜਾਂ ਹੋਰ ਸਿਗਲੀ ਘਰ ਆ, ਉਹਨਾਂ ਦੇ ਇਲਾਕਿਆਂ ਵਿੱਚ ਲੰਗਰ 'ਚ ਹਮੇਸ਼ਾ ਨਹੀਂ ਬਣਦਾ, ਮਾਸ ਤਿਆਰ ਹੁੰਦਾ ਹੈ ਤੇ ਉਹਨੂੰ ਮਾਸ ਵਰਤਾਇਆ ਜਾਂਦਾ ਹੈ। ਇਹ ਕੁਝ ਬਾਕੀ ਮੈਨੂੰ ਪਤਾ ਨਹੀਂ। ਡਾਕਟਰ ਸਾਹਿਬ ਸਮਾਂ ਕਿੰਨਾ ਕੁ? ਤੇ ਤੁਸੀਂ ਕਰੀ ਚਲੋ ਅਜੇ ਹੈਗੇ ਸਾਡੇ ਕੋਲ 15-20 ਮਿੰਟ। ਹਾਂ, ਇੱਕ ਦੋ ਗੱਲਾਂ ਜਿਹੜੀ ਮੈਂ ਦੱਸਣੀ ਵੀ ਸਾਡੇ ਸਿੱਖ ਧਰਮ ਦੇ ਵਿੱਚ ਅਸੀਂ ਮਾਸ ਖਾਣ ਦੀ ਜਿਹੜੀ ਚੀਜ਼ ਸੀ ਨਾ, ਅਸੀਂ ਉਹਦੇ ਅਰਥ ਹੀ ਗਲਤ ਲੈ ਲਏ। ਹੁਣ ਗੁਰੂ ਨਾਨਕ ਸਾਹਿਬ ਦਾ ਜੋ ਫੈਸਲਾ ਸੀ, ਮੈਂ
गुरबाणी अंदर बड़ा उन्होंने स्पष्ट लिखा ते बे मास जिहड़ा हैगा आहार ये अपना ਇਹਦੇ ਪ੍ਰਤੀ ਕਿਸੇ ਨਾਲ ਕੋਈ ਬਹਿਸ नहीं खानी भी की खाना चंगा की नहीं खाना चंगा। ते हुण मैं जिहड़े शब्द ने गुरबाणी दे एक मलार राग दी बाणी आ ਇਹ ਵਾਰ ਆ ਵਾਰ ਦੇ ਵਿੱਚ ਸ਼ਲੋਕ ਮਹਲਾ ਪਹਿਲੇ ਥੱਲੇ ਹੈਗਾ ਇਹ मैं शब्द थोड़े जिहे पढ़ देना 1299 पेज ते पहला मासों निम्या मासे अंदर वास जियो पाए मास मुंह मिलिया हड चम तन मास मासों बाहर कढ़िया मम्मा मास गरास मुंह मासे का जी मुंह मासे का जी मासे की मासे अंदर सास बड़ा होया ब्याया कर ले आया मास मासों ही मास उपजै मासों सबो साक सतगुर मिले हुक्म बुझिए ताको आवे रास आप छुटे न छुटिए नानक बचन बलास। ये कहानी इस तरह हैगी कि कुरुक्षेत्र के खेत्र विच कुरुक्षेत्र दे गुरु नानक साहब उत्थे गए सन उदों उत्थे सूरज ग्रहण सी अग पाउणी सूरज ग्रहण दिनां दे विच बहुत माड़ा समझा जाता हिंदू धर्म च कहते एक गुरु साहब का कोई सीगा सिख सेवक राजकुमार वो हिरन का मांस ले आया ते गुरु साहब ने वो मांस उत्थे रढ़ना शुरू कर दिता ते उत्थे पंडित जी का नाम अरदम सिंह बागड़िया नानू कहते ने वो गुरु साहब नाल झगड़ा करन ते बहस कर ली आ गया ते गुरु साहब ने उस प्रथाई ये बाणी रची दसी जाती है ते ये गाहां जो महिला पहला थले आंदा मास मास कर मूर्ख झगड़े ज्ञान ते नहीं जाने कौन मास कौन सा कहावे किस में पाप समाने। हुण इन्हां दा एक पिछोकड़ च धार्मिक हिंदू धार्मिक ग्रंथां दा रेफरेंस दिंदे ने गैंडा मार होम जग किए देवतियां की बाणे माच छोड़ बैस नक पकड़े राती मानस खाने फड़ कर लोकां नूं दिखलावे ज्ञान ध्यान नहीं सूझे नानक अंधे सो क्या कहिए कह ना कह बूझे। ये उस प्रति है ते अगे फिर बड़े दार्शनिक विचार ने अंधा सोए जे अंध कमावे तिस हृदय से लोचन नाही मात पिता की रक्त निपुण्य मच्छी मास ना खाई। वो जे असी कहते मास नहीं पैदा होया माँ बाप दे मेल नाल ही बंदा पैदा हुंदा इस्त्री पुरखे जां नसमेला उथे मंद कमाही मासों निम्मे मासों जम्मे हम मासे के भांडे ज्ञान ध्यान कछ सूझे नाही चतर कहावे पांडे बाहर का मास मंदा स्वामी घर का मास चंगेरा जी जंत सब मासों होए जी लै बसेरा साडा असी जन्मी भी जम्मे भी उथों साडा बसेरा भी मास च पख पखे पख तज छोड़े अंध गुरु जन केरा मासों निम्मे मासों जम्मे हम मासे के भांडे ज्ञान ध्यान के सूझे नाही चतर कहावे भांडे। ते ये फिर अगे कहंदे गुरु साहब वो पंडित नूं मास प्राणी मास कतेबी पुराणा दे विच उन्हां दे कतेबां दे विच इस्लाम धर्म की पुस्तक च चौं जुग मास कमाना जज काज ब्याह सुहावे ब्याह शादी दे विच मास बर्तन नूं बड़ा चंगा समझिया जांदा सी अमीरी दसी जांदी सी उत्थे मास समाना इस्त्री पुरख निपजे मासों पातशाह सुल्ताना भी इस्त्री पुरखों का जो पैदाइश है सारी मास से पैदा होंदी है बड़े बड़े चाहे पातशाह सुल्तान ने जे वो दिसे नरक जाते तो उनका दान ना लेना दिंदा नरक सुरग लेंदे देखो ये तगाना आप ना बुझे लोक भजाए पांडे खरा सियाना पांडे का मतलब पंडित ब्राह्मण नाल ये बहस सी ते अगे दार्शनिक विचार बड़े गुरु साहब दे पांडे तू जाने ही नहीं कथों मास पन्ना तो यो अन्न कमाद कपाह तो पानी
ਅੰਨ ਕਮਾਦ ਕਪਾਹਾਂ ਤੋਇਓ ਉਤਰੈ ਪਵਨ ਗੰਨਾ। ਇਹ ਪਾਣੀ ਦੇ ਅਸੀਂ ਮੰਨਦੇ ਵੀ ਪਾਣੀ ਧੁੱਪ ਪਾਣੀ ਦਾ ਸਭ ਕੁਛ ਤੋਆ ਆਖੇ ਬਹੁ ਵਿਦ ਬਹੁ ਵਿਦ ਅੱਛਾ ਤੋਏ ਬਹੁਤ ਬਿਕਾਰਾ ਇਹ ਰਸ ਛੋੜ ਹੋਵੇ ਸੰਨਿਆਸੀ ਨਾਨਕ ਹੈ ਵਿਚਾਰਾ। ਇਹ ਗੁਰੂ ਸਾਹਿਬ ਦਾ ਜੋ ਗੁਰਬਾਣੀ ਅੰਦਰ ਮਾਸ ਪ੍ਰਤੀ ਹੈ ਉਹ ਵਿਚਾਰ ਸਾਨੂੰ ਮਿਲ ਸਕਦੇ, ਸਾਰੇ ਪੜ੍ਹ ਸਕਦੇ ਆ। ਤਕਰੀਬਨ 1299 ਤੋਂ ਲੈ ਕੇ 1290 ਤੱਕ ਇਹ ਮਲਾਰ ਰਾਗ ਦੀ ਬਾਣੀ ਦੇ ਸ਼ਬਦ ਹਨ ਤੇ ਇਹ ਦਾਰਸ਼ਨਿਕ ਵਿਚਾਰ ਆ, ਬੜੀ ਦਾਰਸ਼ਨਿਕ ਬਹਿਸ ਆ। ਅਸੀਂ ਇਹਦੇ ਮਿਸ ਇੰਟਰਪ੍ਰੀਟੇਸ਼ਨ ਭਾਵੇਂ ਆਪਣੇ ਤੌਰ ਤੇ ਜੇ ਮਰਜ਼ੀ ਕਰੇ ਜਾਈਏ, ਪਰ ਗੁਰੂ ਸਾਹਿਬ ਦਾ ਜਦੋਂ ਸਿਧਾਂਤ ਆ ਉਹ ਸਪਸ਼ਟ ਹੈ। ਇੱਕ ਖਾਲਸਾ ਨਿਊਜ਼ ਦੇ ਉੱਪਰ ਬੜੇ ਸੋਹਣੇ ਵਿਚਾਰ ਸੀ, ਮੈਂ ਉਹ ਰਿਕਾਰਡ ਕੀਤੇ ਅਰਮਿੰਦਰ ਸਿੰਘ ਦੇ। ਉਹ ਕਹਿੰਦੇ ਅੱਜ ਅੱਧੀ ਤੋਂ ਵੱਧ ਦੁਨੀਆ ਮਾਸ ਖਾਂਦੀ ਹੈ, ਨਾਲੇ ਸਾਗ ਤੇ ਸਬਜ਼ੀ ਦੀ। ਇਹ ਸਿਰਫ ਭੋਜਨ ਲੜੀ ਦਾ ਹਿੱਸਾ ਹਨ। ਗੁਰਮਤਿ ਦਾ ਵੀ ਇਹੀ ਸਿਧਾਂਤ ਆ, ਮਾਸ ਸਿਰਫ ਭੋਜਨ ਲੜੀ ਦਾ ਹਿੱਸਾ ਹਨ। ਜੇ ਤੁਹਾਡੇ ਸਰੀਰ ਨੂੰ ਲੋੜ ਹੈ, ਜਿਵੇਂ ਦਾਲ ਸਬਜ਼ੀ ਅਸੀਂ ਖਾਂਦੇ ਆ, ਜੇ ਉਹ ਭੋਜਨ ਲੜੀ ਦਾ ਹਿੱਸਾ ਹਨ ਤਾਂ ਇਹ ਕੋਈ ਸਮੱਸਿਆ ਨਹੀਂ ਤੁਹਾਨੂੰ ਖਾਣ ਦੀ। ਇਹਨਾਂ ਨੂੰ ਧਰਮ ਚ ਵਾੜਨਾ ਨਜਾਇਜ਼ ਹੈ, ਠੀਕ ਹੈ ਨਾ। ਅੱਜ ਅਸੀਂ ਪੁਰਾਣੇ ਸਮੇਂ ਨੇ ਜਦੋਂ ਕੁਝ ਹੁੰਦਾ ਨਹੀਂ ਸੀ, ਜਿੱਥੇ ਸਨੋ ਕਵਰਡ ਜਿਹੜੇ ਇਲਾਕੇ ਨੇ ਉਹ ਜਾਨਵਰਾਂ ਨੂੰ ਮਾਰਦੇ ਸੀ, ਉਹਨਾਂ ਦਾ ਮਾਸ ਖਾਂਦੇ ਸੀ, ਉਹਨਾਂ ਦੀ ਜੋ ਚਮੜੀ ਸੀ ਉਹਨਾਂ ਨੇ ਕੱਪੜੇ ਪਾਉਂਦੇ ਸੀਗੇ। ਤੇ ਚਲੋ ਜਦੋਂ ਆਪਣੇ ਸਮੇਂ ਦੇ ਅਨੁਸਾਰ ਹੌਲੀ ਹੌਲੀ ਧਰਤੀ ਬਾਰੇ ਆਪਣੇ ਜਿਹੜੇ ਖਾਣ ਬਾਰੇ, ਚੀਜ਼ਾਂ ਬਾਰੇ, ਸਬਜ਼ੀਆਂ ਬਾਰੇ ਗਿਆਨ ਵਧਿਆ ਤੇ ਸਾਡੇ ਲਈ ਹੋਰ ਚੋਇਸਸ ਵਧੀਆਂ। ਇਹ ਵੱਖ-ਵੱਖ ਇਲਾਕੇ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਫਸਲਾਂ ਉਗਾਈਆਂ ਜਾਂਦੀਆਂ ਤੇ ਜਾਨਵਰਾਂ ਦਾ ਵੀ ਵੱਖ-ਵੱਖ ਹੁਣ ਸ਼ਿਕਾਰ ਕਰਨ ਦੀ ਗੱਲ ਆਉਂਦੀ ਆ। ਤੇ ਜੇ ਹੁਣ ਗੁਰੂ ਸਾਹਿਬ ਸ਼ਿਕਾਰ ਕਰਦੇ ਸੀ, ਇੱਕ ਮੈਨੂੰ ਦ੍ਰਿਸ਼ਟਾਂਤ ਚਿੱਤੇ ਆ ਗਿਆ 1985-86 ਦੀ ਆ। ਕੋਈ ਪ੍ਰਚਾਰਕ ਅਮਰੀਕਾ ਦੇ ਕਿਸੇ ਗੁਰਮਤ ਕੈਂਪ 'ਚ ਸ਼ਾਮਲ ਹੋਇਆ। ਉਹ ਬੱਚਿਆਂ ਨੇ ਕਿਤੇ ਸਵਾਲ ਪੁੱਛਿਆ ਵੀ ਗੁਰੂ ਸਾਹਿਬ ਸ਼ਿਕਾਰ ਕਰਦੇ ਸੀ? ਹਾਂ, ਉਹ ਕਹਿੰਦਾ ਸ਼ਿਕਾਰ ਕਰਦੇ ਸੀ। ਕਿ ਗੁਰੂ ਸਾਹਿਬ ਮਾਸ ਖਾਂਦੇ ਸ਼ਿਕਾਰ ਕੀਤੇ ਜਾਨਵਰਾਂ ਦਾ? ਉਹ ਪ੍ਰਚਾਰਕ ਕਹਿੰਦਾ ਨਹੀਂ ਜੀ, ਉਹ ਮੌਤ 'ਚ ਸ਼ਿਕਾਰ ਕਰਦੇ ਸੀ। ਉਹ ਬੱਚਿਆਂ ਨੇ ਬਹੁਤ ਬੁਰਾ ਮਨਾਇਆ। ਇਹ ਗੈਰ ਕਾਨੂੰਨੀ ਆ। ਕਿਸੇ ਜਾਨਵਰ ਨੂੰ ਮਾਰ ਕੇ ਸੜਨ ਲਈ, ਗਲਣ ਲਈ ਤੁਸੀਂ ਜੰਗਲ ਵਿੱਚ ਸੁੱਟਦੇ ਹੋ। ਇਹ ਫਿਰ ਉਹਦੇ ਕੋਲ ਕੋਈ ਜ਼ਰੂਰਤ ਨਹੀਂ ਸੀ। ਅਸੀਂ ਬਹੁਤ ਡਰਦੇ। ਪ੍ਰਚਾਰਕ ਆਮ ਸਵਾਲ ਪੁੱਛਿਆ ਜਾਂਦਾ, ਪੰਥਪ੍ਰੀਤ ਤੋਂ ਵੀ ਸਵਾਲ ਪੁੱਛੇ ਜਾਂਦੇ, ਭਾਈ ਧੁੰਦਾ ਜਦੋਂ ਬੜੇ ਸਵਾਲ ਪੁੱਛੇ। ਸਾਡਾ ਕੋਈ ਹੋਰ ਨਹੀਂ ਸਵਾਲ ਅਸੀਂ ਪੁੱਛਣਾ ਹੁੰਦਾ ਵੀ ਜੀਵਨ ਨੂੰ ਅਸੀਂ ਕਿਵੇਂ ਸ਼੍ਰੇਸ਼ਟ ਬਣਾਉਣਾ। ਸਾਡਾ ਲੋਕਾਂ ਦਾ ਇਹ ਫਸਾਉਣਾ ਹੁੰਦਾ ਵੀ ਪੁੱਛੀਏ ਕਿ ਮਾਸ ਖਾਣਾ ਠੀਕ ਆ, ਕਿ ਉਹ ਮਾਸ ਖਾਂਦੇ ਆ। ਨਿੱਜੀ ਸਵਾਲ ਪ੍ਰਸ਼ਨ ਕਰਕੇ ਅਸੀਂ ਕਿਸੇ ਨੂੰ ਉਡਾਉਣੇ ਸਵਾਲ ਪੁੱਛ ਕੇ ਬੜੇ ਖੁਸ਼ ਹੁੰਦੇ ਆ। ਪਰ ਗੁਰਮਤ ਅੰਦਰ ਬੜੇ ਸੰਦੇਸ਼ ਨੇ ਸਚਿਆਰ ਬਣ ਲਈ। ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਗੁਰੂ ਸਾਹਿਬ ਦਾ ਪਹਿਲੇ ਸਿਧਾਂਤ ਹੈ। ਇਹ ਅਸੀਂ ਆਪਣੇ ਨੂੰ ਲੋਕਾਂ ਨੂੰ ਇਹੀ ਪੁੱਛਣਾ ਵੀ ਤੁਸੀਂ ਮਾਸ ਖਾਂਦੇ ਹੋ? ਮਾਸ ਨਹੀਂ ਖਾਂਦੇ? ਕੀ ਤੁਸੀਂ ਆਂਡੇ ਖਾਂਦੇ ਹੋ? ਕਦੇ ਕਿਸੇ ਨੇ ਨਹੀਂ ਪੁੱਛਿਆ ਵੀ ਸਮਾਜ ਲਈ ਤੁਸੀਂ ਕੀ ਕੰਮ ਕਰਦੇ ਹੋ, ਚੰਗੇ ਜੀਵਨ ਲਈ ਕੀ ਕਰਦੇ ਹੋ, ਇਹ ਵਹਿਮਾਂ ਭਰਮਾਂ ਤੋਂ ਕਿਵੇਂ ਮੁਕਤ ਹੋਣਾ। ਪਰ ਸਾਡਾ ਇਹ ਮੁੱਖ ਸਵਾਲ ਹੁੰਦਾ ਵੀ ਤੁਸੀਂ ਕੀ ਖਾਂਦੇ ਹੋ। ਜੇ ਪਤਾ ਲੱਗ ਜਾਏ ਪ੍ਰਚਾਰਕ ਖਾਂਦੇ ਆ ਤਾਂ ਉਹਦਾ ਵਿਰੋਧ ਕੀਤਾ ਜਾਂਦਾ। ਮੈਨੂੰ ਇੱਥੇ ਯਾਦ ਆ ਮਸਕੀਨ ਜੀ ਨਾਲ ਬਹੁਤ ਪੰਗਾ ਪੈਂਦਾ ਸੀ। ਗਿਆਨੀ ਸੰਤ ਸਿੰਘ ਮਸਕੀਨ ਚੰਗੇ ਪ੍ਰਚਾਰਕ ਮੰਨੇ ਜਾਂਦੇ ਸੀ। 1982-83 ਇੱਥੇ ਆਏ। ਕੁਝ ਵਹਿਮੀ ਲੋਕਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ, ਜੀ ਤੁਸੀਂ ਮਾਸ ਖਾਂਦੇ ਹੋ? ਉਹ ਮਾਸ ਦਾ ਵਿਰੋਧ ਨਹੀਂ ਸੀ ਕਰਦੇ ਤੇ ਉਹਨਾਂ ਲਈ ਇੱਕ ਬੜਾ ਅੜਿੱਕਾ, ਅਸੀਂ ਹੋਰ ਗੱਲਾਂ ਨਹੀਂ ਸੁਣਨੀਆਂ ਤੇ ਉਹਨਾਂ ਤੇ ਨਿੱਜੀ ਪ੍ਰਸ਼ਨ ਕਰ ਦਿੰਦੇ ਸੀ। ਤੇ ਇੱਕ ਮੈਂ ਤੁਹਾਨੂੰ ਇੱਕ ਮਹਾਨ ਗਦਰੀ ਹੋਏ ਨੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ, ਬਾਬਾ ਵਿਸਾਖਾ ਸਿੰਘ ਜੀ ਗਦਰੀ ਹੋਏ ਨੇ। ਇਹ ਅੰਡੇਮਾਨ ਜੇਲ੍ਹ ਵਿੱਚ ਤਕਰੀਬਨ ਕੈਦੀਆਂ ਨਾਲ ਬਹੁਤ ਦੁਰਵਿਹਾਰ ਕੀਤਾ ਜਾਂਦਾ ਸੀ। ਖੁਰਾਕ ਤਾਂ ਮਾੜੀ ਹੁੰਦੀ ਸੀ ਕੈਦੀਆਂ ਲਈ, ਖਾਸ ਕਰਕੇ ਜੋ ਸਾਡੇ ਗਦਰੀ ਸੀ, ਕਿਉਂਕਿ ਅੰਗਰੇਜ਼ ਵੀ ਇਹਨਾਂ ਤੋਂ ਬਹੁਤ ਔਖੇ ਸੀ।
ਕਿਉਂਕਿ ਉਹਨਾਂ ਦੇ ਰਾਜ ਭਾਗ ਦਾ ਖਤਰਾ ਸੀ ਉਹਨਾਂ ਨੂੰ। ਤੇ ਬਾਬਾ ਵਿਸਾਖਾ ਸਿੰਘ ਬਾਰੇ ਗੱਲ ਹੁੰਦੀ ਹੈ ਤੇ ਇਹਨਾਂ ਨੂੰ ਕਹਿੰਦੇ ਤਬਦਿਕ ਹੋ ਗਈ। ਤੇ ਅੰਗਰੇਜ਼ ਡਾਕਟਰ ਬੜਾ ਚੰਗਾ ਸੀ। ਉਹਨੇ ਪੁੱਛਿਆ ਵੀ ਮੈਂ ਦਵਾਈ ਦੇਵਾਂ ਵੀ ਇਹਨਾਂ ਨੇ ਕੁਝ ਖਾਣਾ ਪੀਣਾ ਨਹੀਂ, ਇਹ ਤਾਂ ਕੱਟੜ ਸ਼ਾਕਾਹਾਰੀ ਨੇ, ਤੇ ਜੇ ਮੈਂ ਉਹ ਦਵਾਈ ਦਾ ਬੜਾ ਕੋਈ ਅਸਰ ਨਹੀਂ ਹੋਣਾ। ਤੇ ਇਹਦੇ ਬਾਰੇ ਸਾਇੰਟੀਫਿਕ ਮਾਤਾ ਨਹੀਂ ਕਹਿ ਸਕਦੇ ਵੀ ਕਿਹੜੀ ਦਵਾਈ ਜਿਹਦਾ ਮਾਸ ਖਾਣਾ ਜ਼ਰੂਰੀ ਹੈ। ਮਾਸ ਦਾ ਪ੍ਰੋਟੀਨ ਜ਼ਿਆਦਾ ਹੋ ਸਕਦੀ ਹੈ, ਜੇ ਮਾਸ ਉਹ ਵੀ ਉਹਦੀ ਖੁਰਾਕ ਚੰਗੀ ਹੁੰਦੀ। ਤੇ ਉੱਥੇ ਦੰਦੇ ਹੀ ਨਹੀਂ ਸੀ ਉਹ, ਜੇ ਦੰਦੇ ਵੀ ਸੀ ਤੇ ਬਾਬਾ ਵਿਸਾਖਾ ਸਿੰਘ ਜੀ ਖਾਂਦੇ ਨਹੀਂ ਸੀ। ਤੇ ਉਹ ਡਾਕਟਰ ਨੇ ਆਖਿਆ ਵੀ ਬਚਣਾ ਨਹੀਂ ਇਹਨਾਂ ਨੇ, ਜੇ ਇਹਨਾਂ ਨੇ ਮਾਸ ਵਗੈਰਾ ਨਹੀਂ ਖਾਦਾ ਤੇ ਤੁਸੀਂ ਮੈਨੂੰ ਦੱਸੋ ਇਹਨਾਂ ਦੇ ਨੇੜੇ ਕੌਣ ਆ। ਉਹ ਕਹਿੰਦੇ ਇਹਨਾਂ ਦੇ ਸਾਥੀ ਬਾਬਾ ਜਵਾਲਾ ਸਿੰਘ, ਉਹ ਵੀ ਕੈਦੀ ਸੀ ਉੱਥੇ, ਗਦਰੀ ਸੀ। ਕਹਿੰਦੇ ਉਹਨਾਂ ਨੇ ਬਾਬਾ ਜਵਾਲਾ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਝੂਠਾ ਮੁੱਠਾ ਬਿਮਾਰ ਕਰਕੇ ਉੱਥੇ ਹਸਪਤਾਲ ਦਾਖਲ ਕਰ ਦਿਆ, ਉਹਦਾ ਮੰਜਾ ਵੀ ਕੋਲ ਹੀ ਲਗਾ ਦਿੱਤਾ। ਉਹ ਬਾਬਾ ਜਵਾਲਾ ਸਿੰਘ ਜੀ ਫਿਰ ਬਾਬਾ ਵਿਸਾਖਾ ਸਿੰਘ ਨੂੰ ਪੁੱਛਦੇ ਨੇ ਵੀ ਤੁਸੀਂ ਇਹ ਮਾਸ ਕਿਉਂ ਨਹੀਂ ਖਾਂਦੇ, ਜਦ ਡਾਕਟਰ ਕਹਿੰਦੇ ਨੇ। ਕਹਿੰਦੇ ਨਹੀਂ ਨਹੀਂ, ਮੈਂ ਅੱਜ ਮਰਨਾ ਤੇ ਕੱਲ ਨੂੰ ਮਰਨਾ, ਅੱਜ ਮਰ ਜਾ, ਮੈਂ ਕਸਮ ਤੋੜ ਲਿਆ। ਹਾਲਾਂਕਿ ਫੌਜੀ ਸਨ, ਫੌਜ ਵਿੱਚ ਮਾਸ ਖਾਂਦੇ ਆਏ ਨੇ। ਅਸੀਂ ਕਈ ਵਾਰੀ ਅੰਮ੍ਰਿਤ ਸੰਚਾਰ ਲਈ ਜਾਂ ਅੰਮ੍ਰਿਤ ਉੱਥੇ ਜਦੋਂ ਕਿਤੇ ਖੰਡੇ ਬਾਟੀ ਦਾ ਛਕਾਉਂਦੇ ਨੇ, ਉਦੋਂ ਕਈ ਕੱਟੜ ਸੰਸਥਾਵਾਂ ਵਾਲੇ ਬੰਦੇ ਉਹ ਮਾਸ ਨੂੰ ਕ੍ਰਹਿਤ ਮੰਨਦੇ ਨੇ। ਉਹ ਬਾਬਾ ਜੀ ਕਹਿੰਦੇ ਮੈਂ ਕਸਮ ਖਾ ਲਈ ਸੀ ਵੀ ਮਾਸ ਮੈਂ ਖਾਣਾ ਨਹੀਂ ਹੁਣ। ਤੇ ਉਹ ਬਾਬਾ ਜਵਾਲਾ ਸਿੰਘ ਉਹਨਾਂ ਨੇ ਕਿਹਾ ਵੀ ਤੁਸੀਂ ਬੜਾ ਵਾਅਦਾ ਕੀਤਾ ਸੀ ਵੀ ਕੌਮ ਦੀ ਖਾਤਰ ਸੇਵਾ ਕਰਨੀ ਹੈ, ਅੱਜ ਇਸ ਦਵਾਈ ਨਾ ਖਾਣ ਕਰਕੇ, ਮਾਸ ਕਰਕੇ ਤੁਸੀਂ ਆਪਣਾ ਸਰੀਰ ਛੱਡ ਦੋਗੇ, ਕੀ ਫਾਇਦਾ ਹੋਊਗਾ ਸਮਾਜ ਲਈ। ਉਹ ਜਦੋਂ ਇੰਨੀ ਗੱਲ ਕਹੀ ਉਹ ਨਿਰਉੱਤਰ ਹੋ ਗਏ ਤੇ ਉਹ ਕਹਿੰਦੇ ਜੋ ਹੁਕਮ ਕਰੋ ਮੈਂ ਕਰੂੰਗਾ। ਉਸ ਤੋਂ ਬਾਅਦ ਕਹਿੰਦੇ ਬਾਬਾ ਜੀ ਵਿਸਾਖਾ ਸਿੰਘ ਉਹ ਮਾਸ ਦੀ ਤਰੀ, ਮੱਛੀ ਦੀ ਤਰੀ ਦੇਣ ਲੱਗੇ ਉਹਨਾਂ ਨੂੰ, ਦਵਾਈ ਉਹਨਾਂ ਦੇ ਲੱਗ ਗਈ, ਉਹ ਸਿਹਤਯਾਬ ਹੋ ਗਏ। ਇਹਦਾ ਕਹਿਣ ਦਾ ਭਾਵ ਆ ਉਹਨਾਂ ਦੇ ਵਿਚਾਰ ਬਾਬਾ ਜਵਾਲਾ ਸਿੰਘ ਨੇ ਦੱਸੇ, ਉਹ ਵੀ ਗਦਰੀ ਸਨ, ਤੇ ਇਹੋ ਜਿਹੀ ਗੱਲ ਤੇ ਉਹਨਾਂ ਨੇ ਆਪਣਾ ਜਿਹੜਾ ਸੀ ਕਸਮ ਤੋੜ ਦਿੱਤੀ। ਤੇ ਹੀਰਾ ਸਿੰਘ ਦਰਦ ਬਾਰੇ ਆਪਾਂ ਜਾਣਦੇ ਹਾਂ, ਬੜੇ ਮਹਾਨ ਪੱਤਰਕਾਰ ਹੋਏ ਨੇ, ਪਹਿਲੇ ਫਾਊਂਡਰ ਪੱਤਰਕਾਰ ਪੰਜਾਬੀ ਦੇ ਹੀਰਾ ਸਿੰਘ ਦਰਦ। ਉਹ ਕਵੀ ਸਨ, ਬੜੇ ਉੱਚ ਕਵੀ ਦੇ। ਉਹ ਕਹਿੰਦੇ ਮੈਨੂੰ ਧਾਰਮਿਕ ਸਿਧਾਂਤਾਂ ਦਾ ਡੂੰਘਾ ਗਿਆਨ ਨਹੀਂ ਸੀ। ਉਹਨਾਂ ਦੇ ਕਿਤੇ ਉਸ ਸਮੇਂ ਭਾਈ ਰਣਧੀਰ ਸਿੰਘ ਤੇ ਪੰਚ ਖਾਲਸਾ ਭਸੌੜ ਦਾ ਬਹੁਤ ਪ੍ਰਭਾਵ ਪੈ ਗਿਆ ਸੀ ਸਮਾਜ ਅੰਦਰ, ਉਹਨਾਂ ਅੰਦਰ ਕੱਟੜਤਾ ਬਹੁਤ ਸੀ। ਤੇ ਉਹ ਕਹਿੰਦੇ ਮੈਂ ਹੀਰਾ ਸਿੰਘ ਦਰਦ ਕਹਿੰਦੇ ਮੈਂ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹਿਣਾ, ਮੂਹਰਲੀ ਕਤਾਰਾਂ ਵਿੱਚ ਹੋ ਕੇ ਮੈਂ ਆਪਣੀ ਜਾਨ ਵੀ ਦੇ ਸਕਦਾ ਪੰਥ ਲਈ। ਤੇ ਉਹਨਾਂ ਨੇ ਕਿਤੇ ਸੁਣਿਆ ਵੀ ਉਹ ਬੜੇ ਕੱਟੜ ਸਿੰਘ ਨੇ ਭਾਈ ਰਣਧੀਰ ਸਿੰਘ ਹੋਣੀ, ਤੇ ਕਹਿੰਦੇ ਮੇਰਾ ਜੀ ਕੀਤਾ ਕਿ ਉਹਨਾਂ ਹੱਥੋਂ ਅੰਮ੍ਰਿਤ ਛਕਾਂ। ਉਹ ਸ਼ਾਮਲ ਹੋ ਗਏ ਤੇ ਭਾਈ ਰਣਧੀਰ ਸਿੰਘ ਹੋਣਗੇ ਕਹਿੰਦੇ ਵੀ ਮਾਸ ਕਰਾਇਤਾ ਇਹਨੂੰ ਨਹੀਂ ਖਾਣਾ। ਹੁਣ ਹੀਰਾ ਸਿੰਘ ਦਰਦ ਬਦਮਾਨ ਸਨ, ਉਹ ਜਦੋਂ ਜਦਨ ਲੱਗੇ ਉਹ ਕਹਿੰਦੇ ਨਹੀਂ, ਪੰਜਾਂ ਪਿਆਰਿਆਂ ਅੱਗੇ ਨਹੀਂ ਬੋਲਣਾ ਤੇ ਤੁਹਾਨੂੰ ਇਹ ਗੱਲ ਮੰਨਣੀ ਪਵੇਗੀ, ਮਾਸ ਛੱਡਣਾ ਪਵੇਗਾ। ਚਲੋ ਉਸ ਸਮੇਂ ਮੁਤਾਬਿਕ ਭਾਈ ਹੀਰਾ ਸਿੰਘ ਜੀ ਨੇ ਮੰਨ ਲਿਆ ਵੀ ਮਾਸ ਨਹੀਂ ਖਾਣਗੇ। ਉਹ ਅਧਿਆਪਕ ਸਨ, ਪਰ ਜਿੱਥੇ ਅਧਿਆਪਕ ਸਨ ਉਸ ਸਕੂਲ ਦੇ ਹੈਡਮਾਸਟਰ ਸਨ ਮਾਸਟਰ ਤਾਰਾ ਸਿੰਘ। ਮਾਸਟਰ ਤਾਰਾ ਸਿੰਘ ਨੂੰ ਪਤਾ ਲੱਗਿਆ ਵੀ ਹੀਰਾ ਸਿੰਘ ਨੇ ਮਾਸ ਖਾਣਾ ਛੱਡ ਦਿੱਤਾ। ਉਹਨਾਂ ਨੇ ਕੀ ਕੀਤਾ, 5 ਸਿੰਘ ਇਕੱਠੇ ਕੀਤੇ ਤੇ ਹੀਰਾ ਸਿੰਘ ਜੀ ਨੂੰ ਗੁਰਦੁਆਰੇ ਸੱਦ ਲਿਆ। ਤੇ ਮਾਸਟਰ ਤਾਰਾ ਸਿੰਘ ਜੀ ਤਾਬੇ ਬੈਠੇ ਤੇ ਕਹਿੰਦੇ ਗਿਆਨੀ ਹੀਰਾ ਸਿੰਘ ਜੀ ਸੁਣੋ, ਅਸੀਂ ਅੱਜ 5 ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਤੁਸੀਂ ਮਾਸ ਜ਼ਰੂਰ ਖਾਇਆ ਕਰੋ, ਕਿਉਂਕਿ ਜੋ ਸਿੱਖ ਝਟਕਾ ਮਾਸ ਨਹੀਂ ਖਾਂਦੇ ਉਹ ਸਿੱਖ ਨਹੀਂ ਹੁੰਦੇ। ਤੇ ਇਸ ਪਿੱਛੋਂ ਹੀਰਾ ਸਿੰਘ ਦਰਦ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ। ਭਾਵ ਉਹ ਖਾਂਦੇ ਨਹੀਂ ਖਾਂਦੇ ਸੀ, ਪਰ ਦੁਬਾਰਾ ਖਾਣਾ ਸ਼ੁਰੂ ਕਰ ਦਿੱਤਾ। ਉਹ ਸਮਝਦਾ ਸੀ ਕਿ ਭਾਈ ਰਣਧੀਰ ਸਿੰਘ ਨੇ ਉਹਦਾ 5 ਪੈਰਾਂ ਵਿੱਚ ਗੁਰੂ ਰੂਪ ਦਾ ਅਧਿਕਾਰ ਮੰਨ ਕੇ ਜੋ ਮੈਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦੇ ਅਖਤਿਆਰ ਤੋਂ ਬਾਹਰ ਸੀ। ਇਹ ਬੜੀ ਸਿਧਾਂਤਕ ਹੈ, ਗੁਰਮਤਿ ਸਿਧਾਂਤ ਦੇ
ਬੜਾ ਵਧੀਆ ਇਹ ਸਿਧਾਂਤਿਕ ਤੌਰ ਤੇ ਸਾਨੂੰ ਸਮਝਣਾ ਪਵੇਗਾ। ਇਹ ਪੰਜ ਪਿਆਰੇ ਜਦੋਂ ਕਿਤੇ ਤਿਆਰ ਹੁੰਦੇ ਨੇ, ਉਹ ਕੋਈ ਆਪਣਾ ਦਾ ਕੋਈ ਇਖਤਿਆਰ ਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਆਪਦੀ ਮਰਜ਼ੀ ਨਾਲ ਤੁਹਾਨੂੰ ਫੈਸਲਾ ਦੇ ਦੇਣ। ਗੁਰਮਤਿ ਦਾਇਰੇ ਚ ਗੁਰਬਾਣੀ ਦੀ ਰੋਸ਼ਨੀ ਵਿੱਚ ਉਹਨਾਂ ਨੂੰ ਫੈਸਲਾ ਦੇਣਾ ਹੁੰਦਾ। ਤੇ ਉਹ ਕਹਿੰਦੇ ਉਹਨਾਂ ਦੇ ਇਖਤਿਆਰ ਤੋਂ ਬਾਹਰ ਸੀ ਜੋ ਭਾਈ ਰਣਧੀਰ ਸਿੰਘ ਨੇ ਹੁਕਮ ਕੀਤਾ। ਮਾਸਟਰ ਜੀ ਨੇ ਤਾਂ ਠੋਸ ਦਲੀਲ ਨਾਲ ਮੇਰਾ ਭੁਲੇਖਾ ਕੱਢਣ ਲਈ ਇਹ ਸਾਰਾ ਪ੍ਰਬੰਧ ਕੀਤਾ ਸੀ। ਮੈਨੂੰ ਯਕੀਨ ਹੈ ਕਿ ਮਾਸਟਰ ਜੀ ਗੱਲ ਨਹੀਂ ਮੰਨਦੇ ਹੋਣਗੇ ਕਿ ਪੰਜ ਪਿਆਰੇ ਗੁਰੂ ਬਣ ਕੇ ਹਰ ਕਿਸਮ ਦਾ ਹੁਕਮ ਦੇ ਸਕਦੇ ਹਨ। ਇਹ ਗੁਰਮਤਿ ਦਾ ਸਿਧਾਂਤ ਹੈ। ਇਹਦੇ ਵਿੱਚ ਮੈਂ ਇੰਨੇ ਕਿ ਤੁਹਾਡੇ ਨਾਲ ਸਾਂਝ ਕਰਾਂ ਵੀ ਸਮਾਂ ਤੁਹਾਡੇ ਕੋਈ ਸਵਾਲ ਹੋ ਸਕਦੇ ਨੇ ਤੇ ਮੈਂ ਯਤਨ ਕਰਾਂਗਾ ਕਿ ਇੱਕ ਜਿਸ ਤਰ੍ਹਾਂ ਮੈਂ ਇਹ ਪੁਸਤਕ ਰਚੀ ਆ ਉਹਦੀ ਰੋਸ਼ਨੀ ਵਿੱਚ ਜਿਵੇਂ ਗੁਰਮਤਿ ਸਿਧਾਂਤ ਨੂੰ ਮੈਂ ਸਮਝਿਆ ਉਹਦੇ ਆਧਾਰ ਤੇ ਮੈਂ ਆਪਣਾ ਕੀਤਾ। ਹੋ ਸਕਦਾ ਮੈਂ ਪੂਰਨ ਰੂਪ ਵਿੱਚ ਕੋਈ ਇਹੋ ਜਿਹੀ ਗੱਲ ਰਹਿ ਗਈ ਹੋਵੇ ਮੈਂ ਸਮਝ ਨਾ ਸਕਿਆ ਹੋਵਾਂ ਜੇ ਗੁਰਮਤਿ ਦੇ ਅਨੁਕੂਲ ਨਾ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹਾਂਗਾ। ਪਰ ਮੇਰਾ ਖਿਆਲ ਹੈ ਜੇ ਗੁਰਮਤਿ ਦਾ ਸਿਧਾਂਤ ਸੀ ਉਹ ਮੈਂ ਆਪਣੇ ਸੰਖੇਪ ਸ਼ਬਦਾਂ ਵਿੱਚ ਸੰਖੇਪ ਆਪਣੇ ਵਚਨਾਂ 'ਚ ਦੱਸਣ ਦਾ ਯਤਨ ਕੀਤਾ। ਬਾਕੀ ਜੇ ਤੁਹਾਡੇ ਸਵਾਲ ਹੋਣਗੇ ਤੇ ਉਹਨਾਂ ਨੂੰ ਮੈਂ ਕੋਸ਼ਿਸ਼ ਕਰਾਂਗਾ ਉੱਤਰ ਦੇਣ ਲਈ, ਜੇ ਤੁਹਾਡੇ ਆਪਣੇ ਮਨ 'ਚ ਕੋਈ ਸਵਾਲ ਉਤਪੰਨ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੇ ਦੱਸੇ ਤੇ ਬੜੇ ਡਿਫਰੈਂਟ ਪਹਿਲੂਆਂ ਤੇ ਵੀ ਤੁਸੀਂ ਚਾਨਣਾ ਪਾਇਆ। ਸਪੈਸ਼ਲੀ ਜਿਹੜੀ ਅੱਜ ਕੱਲ ਮਨੋਤਾਂ ਐਵੇਂ ਚੱਲ ਰਹੀਆਂ ਬੀਫ ਦੇ ਬਾਰੇ ਤੇ ਹੋਰ ਚੀਜ਼ਾਂ ਬਾਰੇ ਬੜੀ ਕਲੈਰਿਟੀ ਨਾਲ ਤੁਸੀਂ ਦੱਸਿਆ। ਤੇ ਵੈਸੇ ਮੈਂ ਇੱਕ ਥੋੜਾ ਜਿਹਾ ਜਸਟ ਐਡ ਕਰਨਾ ਚਾਹਾਂਗਾ ਕਿ ਦੁੱਧ ਜਿਹੜਾ ਹੈਗਾ ਸਾਇੰਟੀਫਿਕਲੀ ਇਟ ਇਜ਼ ਅ ਲਿਕੁਇਡ ਮੀਟ। ਹਾਂਜੀ ਹਾਂ, ਇਹ ਤੁਹਾਡੀ ਗੱਲ ਠੀਕ ਆ, ਤੁਸੀਂ ਵਿਗਿਆਨੀ ਹੋ। ਹਾਂ, ਲਿਕੁਇਡ ਮੀਟ ਹੈਗਾ ਤੇ ਕਿਉਂਕਿ ਵੈਜੀਟੇਰੀਅਨ ਨਹੀਂ ਹੈ ਸੋ ਇਹ ਇੱਕ ਐਸਪੈਕਟ ਵੀ ਹੈਗਾ। ਪਰ ਹੋਰ ਵੀ ਚਲੋ ਐਸਪੈਕਟ ਹੈਗੇ, ਅਸੀਂ ਕਈ ਅੱਗੇ ਵੀ ਜਾ ਕੇ ਡਿਸਕਸ ਕਰਾਂਗੇ। ਇੱਕ ਲੱਗਦਾ ਮੈਂ ਨੁਕਤਾ ਪੇਸ਼ ਕਰਦੇ ਹਾਂ। ਪ੍ਰੋਫੈਸਰ ਪ੍ਰੀਤਮ ਸਿੰਘ ਤੁਸੀਂ ਜਾਣਦੇ ਹੋਵੋਗੇ, ਡਾਕਟਰ ਹਰਸ਼ਿੰਦਰ ਕੌਰ ਦੇ ਪਿਤਾ ਜੀ ਆ। ਹਾਂਜੀ ਹਾਂਜੀ। ਉਹ ਰਸ਼ੀਆ ਗਏ ਕਿ ਰਸ਼ੀਆ ਉਹ ਕਿਤੇ ਖਾਣ ਪੀਣ ਬਾਰੇ ਤਾਂ ਪੁੱਛਣਾ ਸੀ ਉਹਨਾਂ ਨੇ। ਉਹ ਕਹਿੰਦਾ ਜੀ ਮੈਂ ਵੈਜੀਟੇਰੀਅਨ ਆ। ਤੇ ਉਹ ਜਦੋਂ ਵੈਜੀਟੇਰੀਅਨ ਚਲੋ ਉਹਨਾਂ ਨੇ ਮੰਨ ਲਿਆ, ਨਹੀਂ ਸਰਵ ਕੀਤਾ ਮੀਟ ਵਗੈਰਾ। ਉਹ ਉਹਨਾਂ ਨੇ ਕਿਤੇ ਦੁੱਧ ਮੰਗ ਲਿਆ, ਕਹਿੰਦੇ ਦੁੱਧ ਦਾ ਗਲਾਸ ਮਿਲ ਸਕਦਾ। ਉਹ ਕਹਿੰਦੇ ਜੀ ਤੁਸੀਂ ਵੈਜੀਟੇਰੀਅਨ ਹੋ ਫਿਰ ਦੁੱਧ ਕਿਉਂ ਪੀਂਦੇ ਹੋ? ਦੇਖੋ ਕਈ ਵਾਰੀ ਗੱਲਾਂ ਇਹ ਉਹਨਾਂ ਦੇ ਆਪਣੇ ਜੀਵਨ ਨਾਲ ਸੰਬੰਧਿਤ ਆ। ਅਸੀਂ ਆਮ ਸਮਝਦੇ ਹਾਂ ਦੁੱਧ ਦਹੀਂ ਅਸੀਂ ਓਪਨਲੀ ਖਾਂਦੇ ਆ ਤੇ ਪਰ ਅਸੀਂ ਕਹਿੰਦੇ ਵੀ ਵੈਜੀਟੇਰੀਅਨ ਆ। ਤੇ ਪਰ ਸਾਇੰਟਿਫਿਕ ਅੱਜ ਇਹਨੂੰ ਤਰਲ ਮਾਸ ਦੇ ਨਾਂ ਦਿੱਤਾ ਜਾ ਰਿਹਾ ਦੁੱਧ ਨੂੰ ਵੀ। ਚਲੋ ਮੈਂ ਤੁਹਾਡੀ ਇਹ ਮੈਨੂੰ ਯਾਦ ਆ ਗਿਆ ਇਸ ਗੱਲ ਉਹਨਾਂ ਦੀ। ਹਾਂਜੀ, ਹੁਣ ਅਸੀਂ ਕੁਐਸਚਨ ਆਨਸਰ ਸ਼ੁਰੂ ਕਰਦੇ ਹਾਂ। ਤੇ ਵੈਸੇ ਜਿਹੜੀ ਇੱਕ ਸਾਰੀਆਂ ਬੁੱਕਸ ਹੈਗੀਆਂ ਡਾਕਟਰ ਸਾਹਿਬ ਦੀਆਂ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਤੇ ਅਵੇਲੇਬਲ ਹੈ। ਜਿਹਨੂੰ ਕਿਸੇ ਨੂੰ ਚਾਹੀਦੀ ਹੁਣ ਮੇਰੇ ਨਾਲ ਵੀ ਕੰਟੈਕਟ ਕਰ ਸਕਦਾ ਤੇ ਡਾਕਟਰ ਪੂਰਨ ਸਿੰਘ ਹੋਰਾਂ ਨਾਲ ਵੀ ਕੰਟੈਕਟ ਕੀਤਾ ਜਾ ਸਕਦਾ। ਪਹਿਲਾ ਹੈਂਡ ਰੇਜ਼ ਹੈ ਜੀ ਗੁਲਬਰਗ ਸਿੰਘ ਬਾਸੀ ਜੀ, ਤੁਸੀਂ ਅਨਮਿਊਟ ਕਰਕੇ ਫਿਰ ਕਰੋ, ਫਿਰ ਜੋਗਿੰਦਰ ਸਿੰਘ ਜੀ ਉਸ ਤੋਂ ਬਾਅਦ। ਵੀਰ ਜੀ ਸਭ ਤੋਂ ਪਹਿਲਾਂ ਤੇ ਡਾਕਟਰ ਪੂਰਨ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ। ਵੰਡਰਫੁਲੀ ਐਕਸਪਲੇਨਡ, ਇਹਨਾਂ ਨੇ ਸਾਰੇ ਹੀ ਬਾਕੀ ਧਰਮਾਂ ਦੇ ਹੋਰ ਸਾਰੇ ਐਂਗਲਾਂ ਤੋਂ ਇੰਨੇ ਸੋਹਣੇ ਤਰੀਕੇ ਨਾਲ ਇਹ ਸਮਝਾਇਆ। ਐਂਡ ਅੱਜ ਜਿਹੜਾ ਲਾਸਟ ਪਾਰਟ ਹੈ ਤੇ ਹੋਰ ਵੀ ਤਕੜਾ ਮੇਰੇ ਲਈ ਨਵੀਂ ਗੱਲ ਹੈ ਕਿ ਜਿਹੜਾ ਦੁੱਧ ਹੈ ਇਹ ਲਿਕੁਇਡ ਮਾਸ ਹੈ। ਤੇ ਬੜੇ ਨਿਊ ਥਿੰਗ ਟੂ ਨੋ ਐਂਡ ਬੜੇ ਗ੍ਰੇਟ ਨੌਲੇਜ ਕਿ ਵੀ ਜਿਹੜੇ ਮਾਸ ਨਹੀਂ ਖਾਂਦੇ ਜਾਂ ਮਾਸ ਦੀਆਂ ਗੱਲਾਂ ਕਰਦੇ ਕੀ ਆ। ਤੇ ਇੱਕ ਦੋ ਚੀਜ਼ਾਂ ਮੈਂ ਸਿੱਖੀ ਦੇ ਵਿੱਚ ਜਿਹੜੇ ਅੱਜ ਕੱਲ੍ਹ ਮੇਰੇ ਵੀਰ ਅੰਮ੍ਰਿਤ ਛਕਾਉਂਦੇ ਆ ਤੇ ਕਈ ਉਹ ਡੈਫੀਨੇਟਲੀ ਮਾਸ ਤੋਂ ਮਨਾ ਕਰਦੇ ਆ ਔਰ ਬਹੁਤ ਜ਼ਿਆਦਾ ਲੋਕੀ ਇਹਨੂੰ ਲਈ ਫਿਰਦੇ ਆ ਮੇਰੇ ਵੀਰ। ਤੇ ਮੈਨੂੰ ਨਹੀਂ ਪਤਾ ਹਿਸਟਰੀ ਦੇ ਵਿੱਚ ਕੀ ਆ। ਆਪ ਜੀ ਨੇ ਸ਼ਿਕਾਰ ਦੀ ਗੱਲ ਕੀਤੀ, 6ਵੇਂ ਪਾਤਸ਼ਾਹ ਦੀ, 7ਵੇਂ ਪਾਤਸ਼ਾਹ ਵੀ, 9ਵੇਂ ਪਾਤਸ਼ਾਹ ਵੀ ਸ਼ਿਕਾਰ ਕਰਦੇ ਸੀ, 10ਵੇਂ ਵੀ ਹਿਸਟਰੀ ਕਹਿੰਦੀ ਆ ਕਿ ਕਰਦੇ ਸੀ। ਤੇ ਇੱਕ ਤਾਂ ਹੋਰ ਹੈ ਹਿਸਟਰੀ ਦੇ ਵਿੱਚ, ਪਲੀਜ਼ ਜੇ ਆਪ ਜੀ ਨੂੰ ਗਿਆਨ ਹੈ ਤੇ ਉਹਦੇ ਬਾਰੇ ਚਾਨਣਾ ਪਾਓ।
ਆਪਾਂ ਇਹ ਵੀ ਸੁਣਦੇ ਆ ਕਿ ਜਦੋਂ ਆਨੰਦਪੁਰ ਦੇ ਕਿਲੇ ਵਿੱਚ ਆਖਰੀ ਦਿਨਾਂ ਵਿੱਚ ਜਦੋਂ ਰਾਸ਼ਨ ਪਾਣੀ ਮੁੱਕ ਗਿਆ ਤਾਂ ਉੱਥੇ ਜਿਹੜੇ ਘੋੜੇ ਸੀ ਸਿੰਘਾਂ ਨੇ ਉਹਦਾ ਮਾਸ ਖਾਧਾ ਤੇ that was those were the last few days in the Anandpur Sahib ਦਾ ਕਿਲਾ I'm not sure ਕਿ we all can say ਕਿ ਸਾਡੀ ਹਿਸਟਰੀ ਜਿਹੜੀ ਲਿਖੀ ਹੈ ਉਹ actually correct ਹੈ but what is your thoughts on that? Thank you. ਹਾਂਜੀ ਡਾਕਟਰ। ਹਾਂਜੀ, ਇਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕਿਲੇ 'ਚ ਘੇਰੇ ਗਏ ਸੀ ਉਦੋਂ ਘੋੜੇ ਵੀ ਖਾਧੇ ਨੇ। ਤੇ ਇੱਕ ਜਿਹੜੀ ਮਾਸ ਵਾਲੀ ਗੱਲ ਹੁੰਦੀ ਆ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਸਾਹਿਬ ਨੂੰ ਮਿਲਣ ਗਏ ਨੇ ਉੱਥੇ, ਉਹਨਾਂ ਨੇ ਉੱਥੇ ਬੱਕਰੇ ਝਟਕਾਏ ਨੇ ਕਿਉਂਕਿ ਉਹ ਬੜਾ ਕੱਟੜ ਵੈਜੀਟੇਰੀਅਨ ਸੀਗਾ, ਅਹਿੰਸਾ ਦਾ ਪੁਜਾਰੀ ਸੀ ਬਾਬਾ ਬੰਦਾ ਸਿੰਘ ਬਹਾਦਰ। ਜਦੋਂ ਉਹ ਆਪਣੇ ਮੁੜ ਕੇ ਡੇਰੇ 'ਚ ਆਏ ਨੇ, ਜਦੋਂ ਉਹਨਾਂ ਨੇ ਮਾਸ ਰਿੰਝ ਦੇਖਿਆ ਉਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਆਹ ਕੀ ਕੀਤਾ ਤੁਸੀਂ, ਜ਼ੁਲਮ ਕੀਤਾ ਤੇ ਇਹ ਜੀਵ ਹੱਤਿਆ ਕੀਤੀ ਆ। ਉਹ ਫਿਰ ਗੁਰੂ ਸਾਹਿਬ ਦੇ ਉਹੀ ਬਚਨ ਨੇ, ਚਲੋ ਵੀ ਜਿਹੜੇ ਉੱਥੇ ਹਜ਼ਾਰਾਂ ਲੋਕ ਮਾਸੂਮ ਬੱਚਿਆਂ ਨੂੰ ਉਹ ਜੀਵ ਹੱਤਿਆ ਨਹੀਂ ਹੈ, ਤੈਨੂੰ ਇਹ ਬੱਕਰਿਆਂ ਦੀ ਗੱਲ ਹੋ ਗਈ। ਚਲੋ ਸੰਕੇਤ ਵੀ ਸੀ, ਪਰ ਉੱਥੇ ਇਹ ਮੰਨਦੇ ਆ ਇਤਿਹਾਸਕਾਰ ਵੀ ਉੱਥੇ ਗੁਰੂ ਸਾਹਿਬ ਨੇ ਬੱਕਰੇ ਝਟਕਾਏ ਤੇ ਉੱਥੇ ਰਿੱਧੇ ਵੀ ਹੈ ਬੰਦਾ ਸਿੰਘ ਬਹਾਦਰ ਦੇ ਡੇਰੇ 'ਚ। ਬਾਕੀ ਜਿਹੜੇ ਆਪਣੇ ਬੰਦਾ ਸਿੰਘ ਬਹਾਦਰ ਜਦੋਂ ਘੇਰੇ 'ਚ ਕਿਲੇ ਗਏ, ਘੋੜੇ ਖਾਣ ਦੀ ਗੱਲ ਵੀ ਉੱਥੇ ਆਮ ਹੁੰਦੀ ਆ। ਜਦੋਂ ਕੋਈ ਹੁਣ ਖਾਣ ਨੂੰ ਚੀਜ਼ ਕੋਈ ਨਹੀਂ ਸੀ, ਉਹ ਕੁਝ ਜਿਹੜੇ ਘੋੜੇ ਜਿਹੜੇ ਸੀਗੇ ਉਹਨਾਂ ਨੇ ਵੱਢ ਕੇ ਜੋ ਜਾਨਵਰ ਜਿਵੇਂ ਇਸ ਤਰ੍ਹਾਂ ਆਇਆ ਉਹਨਾਂ ਨੇ ਆਪਣੇ ਆਪ ਨੂੰ ਜਿਉਂਦਾ ਰੱਖਣਾ ਸੀਗਾ। ਤੇ ਇਹ ਇਤਿਹਾਸਿਕ ਤੱਥ ਹੈ। ਹਾਂਜੀ ਜੋਗਿੰਦਰ ਸਿੰਘ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਤੁਸੀਂ ਪੇਸ਼ ਕੀਤਾ। ਹੁਣ ਇਹਦੇ ਵਿੱਚ ਦੇਖੋ, ਇਹ ਗੁਰਬਾਣੀ ਜਿਹੜੀ ਆ ਨਾ, ਇੱਕ ਪੱਖ ਲੈ ਕੇ ਜਾਂ ਕੁਝ ਗੱਲਾਂ ਲੈ ਕੇ ਉਹਦੇ ਜੋ ਗੁਰਬਾਣੀ ਤੇ ਤੁਸੀਂ ਸਪਸ਼ਟ ਕਰ ਹੀ ਦਿੱਤਾ, ਪਰ ਹੋਰ ਮਾਸ ਜਿਹੜੇ ਖਾਣੇ ਆ ਉਹਨਾਂ ਬਾਰੇ ਵੀ ਬੜਾ ਜ਼ਿਕਰ ਆਇਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ। ਇਹ ਚੀਜ਼ ਬਾਰੇ ਕੋਈ ਨਹੀਂ ਪੁੱਛਦਾ ਵੀ ਤੁਸੀਂ ਕੋਈ ਪਰਾਇਆ ਹੱਕ ਵੀ ਖਾਂਦੇ ਆ ਜਾਂ ਤੁਸੀਂ ਕੋਈ ਹੋਰ ਵੀ ਆ, ਜਾਂ ਏਦਾਂ ਦੀਆਂ ਬੜੀਆਂ ਉਦਾਹਰਨਾਂ ਆ। ਉਹਨਾਂ ਤੋਂ ਅਸੀਂ ਕਦੀ ਉਹ ਕੁਐਸਚਨ ਨਹੀਂ ਪ੍ਰਚਾਰ ਕਰੋ ਪੁੱਛਣਾ। ਉਹਨਾਂ ਨੇ ਉਹ ਤੁਸੀਂ ਦੱਸ ਹੀ ਦਿੱਤਾ ਹਿਊਮਿਲੇਟ ਕਰਨ ਲਈ ਵੀ ਇਹਨੂੰ ਉਹਨਾਂ ਨੇ ਫਸਾਉਣ ਲਈ ਜਿਹੜੇ ਇਹਦੇ ਵਿਰੋਧੀ ਆ ਜਾਂ ਉਹ ਜਿਹੜੀ ਵਿਚਾਰਧਾਰਾ ਉਹ ਸਾਨੂੰ ਸਿਰਫ ਤੇ ਸਿਰਫ ਸਾਡੇ ਆਪਸ ਵਿੱਚ ਲੜਾਉਣ ਲਈ ਕੀਤਾ ਗਿਆ। ਹੁਣ ਆਪਾਂ ਤੁਸੀਂ ਸ਼ਬਦ ਜਾਣਦੇ ਆ, ਸਾਰੇ ਬੜੇ ਸਮਝਦਾਰ ਬੈਠੇ ਹੋ। ਰਸ ਹੋ ਨਾ ਰਸ ਰੂਪਾ, ਉਹ ਸਾਰੀ ਜਿਹੜੀ ਆ ਅਖੀਰ ਦੇ ਵਿੱਚ ਉਹਨਾਂ ਨੇ 9ਵੇਂ ਰਸ ਨੂੰ ਜਾ ਕੇ ਰਸ ਮਾਸ ਕਿਹਾ ਤੇ ਉਹਨਾਂ ਨੇ ਕੋਈ ਐਡੀ ਮਹੱਤਤਾ ਨਹੀਂ, ਮਤਲਬ ਉਹਨਾਂ ਨੇ ਇਹ ਚੀਜ਼ ਜਿਹੜੀ ਆ ਵੀ ਇਹ ਰਸ ਨਾ ਬਣੇ, ਬਾਕੀ ਤੁਸੀਂ ਲੋੜ ਆ ਜਿੱਥੇ ਜੀਵਨ ਦੀ ਉੱਥੇ ਉਹ ਚੀਜ਼ਾਂ ਈਵਨ ਸੋਮਨਾ ਇਹ ਚੀਜ਼ਾਂ ਵੀ ਵਰਤਦੇ ਆ। ਪਰ ਜਦੋਂ ਤੁਸੀਂ ਉਸ ਚੀਜ਼ ਦਾ ਰਸ ਬਣ ਗਿਆ ਜਾਂ ਉਹ ਚੀਜ਼ ਹੋ ਗਈ। ਹੁਣ ਇੱਥੇ ਮੇਰਾ ਸਵਾਲ ਇੱਕ ਅਖੀਰ 'ਚ ਇਹ ਆ ਵੀ ਜਿਹੜਾ ਆਪਾਂ ਹੁਣ ਜਦੋਂ ਇਸ ਤਰੀਕੇ ਨਾਲ ਫਿਰ ਹਜੂਰ ਸਾਹਿਬ ਉਹਦੇ ਵਿੱਚ ਜੋ ਉਹ ਬੱਕਰਾ ਝਟਕਾਇਆ ਜਾਂਦਾ ਜਾਂ ਕੋਈ ਵੀ ਆ, ਉਹਦੇ ਲਈ ਕੀ ਫਿਰ ਆਪਾਂ ਉਹਨੂੰ ਕਿਸ ਤਰੀਕੇ ਨਾਲ ਉਹ ਜਿਹੜਾ ਵੀ ਗੁਰੂ ਘਰਾਂ ਦੇ ਵਿੱਚ ਉਹ ਕਹਿਣਗੇ ਵੀ ਇਹ ਜਿਹਦੇ ਮਨਾਹੀ ਨਹੀਂ ਆ, ਤਾਂ ਫਿਰ ਇਹ ਗੱਲ ਕੀ ਆ? ਇਹਦੇ ਬਾਰੇ ਕੋਈ ਕੀ ਕੰਟਰੋਵਰਸੀ ਬਣ ਸਕਦਾ? ਪਰ ਮੈਨੂੰ ਇਹ ਕਈ ਵਾਰੀ ਇਹ ਫਿਰ ਗੱਲ ਆਉਂਦੀ ਆ ਵੀ ਜਦੋਂ ਏਦਾਂ ਫਿਰ ਕਿਸੇ ਨੂੰ ਦੱਸਣ ਲੱਗੋ ਤਾਂ ਜੇ ਉਹ ਉਹਨਾਂ ਦੀ ਵਿਚਾਰਧਾਰਾ ਉਧਰ ਨੂੰ ਹੋਊ ਤੇ ਉਹ ਫਿਰ ਕੁਐਸਚਨ ਕਰ ਸਕਦੇ ਆ। ਇਹਦੇ ਤਾਂ ਜੇ ਤੁਸੀਂ ਕੋਈ ਜਵਾਬ ਦੇ। ਹਾਂਜੀ, ਜਿਹੜੀ ਹਜੂਰ ਸਾਹਿਬ ਵਾਲੀ ਗੱਲ ਕਰਦੇ ਆ ਉਹਦੇ ਨਾਲ ਉਹ ਗੁਰਮਤ ਅਨੁਕੂਲ ਨਹੀਂ ਹੈ। ਉਹ ਬਲੀ ਜਾਨਵਰਾਂ ਦੀ ਬਲੀ ਦਿੰਦੇ ਤੇ ਸ਼ਾਸਤਰਾਂ ਦੀ ਪੂਜਾ ਕਰਦੇ ਨੇ। ਇਹ ਸਾਡੇ ਗੁਰਮਤ ਦਾ ਅੰਗ ਨਹੀਂ ਹੋ ਵੀ ਸ਼ਾਸਤਰਾਂ ਦੀ ਪੂਜਾ ਕੀਤੀ ਜਾਵੇ, ਸ਼ਾਸਤਰਾਂ ਨੂੰ ਤਿਲਕ ਲਾਇਆ ਜਾਵੇ ਖੂਨ ਦਾ। ਤੇ ਇਹ ਦੂਜੀ ਗੱਲ ਇੱਕ ਲੰਗਰ 'ਚ ਬਣਨ ਦੀ ਗੱਲ ਹੈ। ਇਹ ਕੁਝ ਸਾਲ ਪਹਿਲਾਂ ਇੱਥੇ ਮੁਸੀਬਤ ਆ ਗਈ ਸੀ
ਬੜਾ ਕੰਟਰੋਵਰਸੀ ਆ ਗਈ ਸੀ ਯੂਐਸ ਵਿੱਚ। ਹਾਂਜੀ ਉਹ ਡਾਕਟਰ ਸਾਹਿਬ ਇਨਵੋਲਵ ਹੋਏ ਉਸ ਵਿੱਚ। ਉਹ ਡਾਕਟਰ ਸੀ, ਮੈਡੀਕਲ ਡਾਕਟਰ। ਉਹ ਕਹਿੰਦੇ ਸੀ ਜਦ ਤੁਸੀਂ ਕਹਿੰਦੇ ਹੋ ਵੀ ਮਾਸ ਖਾਣਾ ਕੋਈ ਹੈ ਨਹੀਂ, ਤੇ ਉਹ ਕਹਿੰਦੇ ਸੀ ਮੈਂ ਲੰਗਰ 'ਚ ਮਾਸ ਬਣਾਉਣਾ। ਉਹ ਕਮੇਟੀ ਲਈ ਵੀ ਬੜੀ ਦੁਵਿਧਾ ਪੈਦਾ ਹੋ ਗਈ। ਤਾਂ ਉਹਨਾਂ ਨੇ ਫਿਰ ਡਾਕਟਰ ਗੁਰਬਖਸ਼ ਸਿੰਘ ਨੂੰ ਸੱਦਿਆ ਸੀ ਵੀ ਉਹਨੂੰ ਹੱਲ ਕੀਤਾ ਜਾਵੇ। ਇਹਨਾਂ ਕੋਲ ਲੌਜਿਕ ਇਹ ਸੀ ਵੀ ਤੁਸੀਂ ਮਾਸ ਕਿਹੜਾ ਬਣਾਓਗੇ। ਹੁਣ ਆਮ ਬੇਸਿਕਲੀ ਸਾਨੂੰ ਤਾਂ ਪਤਾ ਨਹੀਂ ਹੁੰਦਾ, ਅਸੀਂ ਝਟਕਾ ਮਾਸ ਕਹਿੰਦੇ ਆ ਜੀ। ਤੇ ਉਹ ਕਹਿੰਦੇ ਫਿਰ ਉਹ ਮੁਸਲਮਾਨ ਜੇ ਆ ਜਾਏ ਤੁਹਾਡੇ, ਉਹਨੇ ਨਹੀਂ ਖਾਣਾ। ਜੇ ਯਹੂਦੀ ਆ ਗਿਆ ਤੁਹਾਡੇ ਲੰਗਰ 'ਚ, ਉਹ ਨਹੀਂ ਖਾ ਸਕਦਾ। ਉਹ ਫਿਰ ਇੱਕ ਗੱਲ ਇਹ ਹੈ ਵੀ ਇਹ ਵੀ ਪਿਰਤ ਚੰਗੀ ਆ ਵੀ ਜਿਹੜਾ ਭੋਜਨ ਉੱਥੇ ਉਹ ਬਣਾਇਆ ਜਾਵੇ ਸਾਰਿਆਂ ਲਈ ਪ੍ਰਵਾਨ ਹੋਵੇ। ਹੁਣ ਜਿਹੜੇ ਮੁਸਲਮਾਨ ਸੀ ਜਦੋਂ ਲੰਗਰ ਲਾਉਂਦੇ ਸੀ ਨਾ, ਉਹ ਖਾ ਲੈਂਦੇ ਸੀ। ਸਾਡੇ ਲੋਕ ਵੀ ਜਦੋਂ ਕਿਤੇ ਲੰਗਰ ਮੋਰਚੇ, ਕਿਸਾਨ ਮੋਰਚੇ 'ਚ ਲਾਇਆ ਉਹਨਾਂ ਨੇ, ਤਾਂ ਉਹਨਾਂ ਕੋਲੋਂ ਖਾ ਲੈਂਦੇ ਸੀ। ਪਰ ਜਦੋਂ ਮਾਸ ਦੀ ਗੱਲ ਆਉਂਦੀ ਹੈ ਨਾ, ਜੇ ਮਾਸ ਨੂੰ ਧਾਰਮਿਕ ਰੰਗਤ ਦਿੱਤੀ ਹੋਵੇ ਤਾਂ ਹੀ ਮੁਸਲਮਾਨ ਖਾ ਸਕਦਾ। ਉਸ ਤਰ੍ਹਾਂ ਜੇ ਜਿਹੜਾ ਯਹੂਦੀ ਆ, ਜੇ ਕੋਸ਼ਰ ਮਾਸ ਹੋਵੇਗਾ ਤਾਂ ਹੀ ਉਹ ਖਾ ਸਕਦਾ। ਕਿਉਂਕਿ ਇਹਦੇ ਪ੍ਰਥਾਏ, ਮੈਂ ਮੇਰੀ ਬੇਟੀ ਦੀਆਂ 2 ਸਹੇਲੀਆਂ ਨੇ, ਮੈਂ ਉਹਨਾਂ ਤੋਂ ਵੀ ਕਾਫੀ ਕੁਝ ਸਿੱਖਿਆ। ਇੱਕ ਹੈਗੀ ਯਹੂਦੀ, ਇੱਕ ਹੈਗੀ ਮੁਸਲਮ। ਜਿਹੜੀ ਮੁਸਲਮ ਸੀ, ਮੈਂ ਕਿਹਾ ਤੁਸੀਂ ਜਦੋਂ ਬਾਹਰ ਜਾਂਦੇ ਹੋ ਖਾਣ, ਕੀ ਕਰਦੇ ਹੋ? ਹਲਾਲ ਹੀ ਖਾਂਦੇ ਹੋ? ਕਹਿੰਦੇ ਹਾਂਜੀ ਹਲਾਲ ਹੀ ਖਾਂਦੇ ਆ। ਜੇ ਮੈਂ ਕਿਹਾ ਜੇ ਹਲਾਲ ਨਾ ਮਿਲੇ, ਤੇਰਾ ਮੀਟ ਖਾਣ ਨੂੰ ਜੀ ਕਰੇ, ਉਹ ਕਹਿੰਦੀ ਫਿਰ ਬਿਸਮਿਲ੍ਲਾ ਕਹਿ ਕੇ ਛਕ ਲਈਦਾ। ਉਹ ਕੁੜੀ ਹੈ ਟਰਕੀ ਦੀ, ਵਿਆਹੀ ਪਾਕਿਸਤਾਨ 'ਚ। ਉਹ ਦੂਜੀ ਕੁੜੀ ਸੀ ਯਹੂਦੀ। ਮੈਂ ਕਿਹਾ ਤੁਹਾਡਾ, ਕਹਿੰਦੇ ਅਸੀਂ ਕੋਸ਼ਰ ਤੋਂ ਬਗੈਰ ਨਹੀਂ ਖਾ ਸਕਦੇ। ਉਹਨਾਂ ਦੇ ਆਪਣੇ ਰੈਸਟੋਰੈਂਟ ਵਗੈਰਾ 'ਚ ਉਹਨਾਂ ਨੂੰ ਤਕਰੀਬਨ ਉਹ ਜਾਂਦੇ ਹੀ ਨਹੀਂ। ਉਹ ਕਹਿੰਦੀ ਜੇ ਕੋਸ਼ਰ ਨਾ ਹੋਊ ਤੇ ਮੈਂ ਮਾਸ ਨਹੀਂ ਖਾਊਂਗੀ। ਉਹ ਯਹੂਦੀ, ਫਿਰ ਮੈਂ ਦੇਖਿਆ ਵੀ ਯਹੂਦੀ ਆਪਣੇ ਇਸ ਸੋਚ ਕੱਟੜ ਨੇ, ਤੇ ਮੁਸਲਮਾਨ ਮਾਸ ਦੇ ਮਾਮਲੇ 'ਚ ਕੱਟੜ ਨੇ। ਜਿਵੇਂ ਪਹਿਲਾਂ ਮੈਂ ਕਿਹਾ ਵੀ ਮੁਸਲਮਾਨ ਕੋਸ਼ਰ ਖਾ ਲੈਂਦਾ, ਯਹੂਦੀ ਹਲਾਲ ਨਹੀਂ ਖਾਂਦਾ। ਆ ਮੇਰਾ ਉੱਤਰ ਆ ਉਹਦੇ ਪ੍ਰਤੀ। ਹਾਂਜੀ ਸਰ, ਧੰਨਵਾਦ। ਡਾਕਟਰ ਸਾਹਿਬ, ਮੇਰਾ ਇੱਕ ਕੁਐਸਚਨ ਹੈ ਕਿ ਕਈ ਵਾਰੀ ਮਾਰਕੀਟ ਵਿੱਚ ਅਸੀਂ ਕੋਸ਼ਰ ਸਾਲਟ ਦੇਖਦੇ ਹਾਂ। ਹੁਣ ਜਿਹੜਾ ਲੂਣ ਹੈ ਉਹ ਤਾਂ ਪ੍ਰੋਡਕਟ ਕਿਸੇ ਹੋਰ ਥਾਂ ਤੋਂ ਹੈ, ਉਹ ਕਿੱਦਾਂ ਕੋਸ਼ਰ ਬਣ ਸਕਦਾ? ਮੈਨੂੰ ਨਹੀਂ ਸਮਝ ਆਈ। ਕਿਉਂਕਿ ਮੀਟ ਤਾਂ ਚਲੋ ਬਾਈ ਕੋਈ ਆਇਤ ਪੜ੍ਹ ਕੇ, ਕੋਈ ਮੰਤਰ ਪੜ੍ਹ ਕੇ ਬਣਾ ਦਿੱਤਾ ਜਾਏ, ਇਹ ਲੂਣ ਕਿੱਦਾਂ ਬਣ ਗਿਆ ਕੋਸ਼ਰ? ਇਹ ਤੁਹਾਡਾ ਬੜਾ ਸਵਾਲ ਗੁੰਝਰ ਆ ਰਿਹਾ। ਤੁਸੀਂ ਜਦੋਂ ਮੈਂ ਕਹਿੰਦੇ ਕਿ ਨਾ ਜਿਹੜਾ ਵਿਗਿਆਨੀ ਹੁੰਦਾ ਨਾ, ਉਹ ਕਈ ਪਾਸਿਓਂ ਤੋਂ ਫੜ ਲੈਂਦਾ ਬੰਦੇ ਨੂੰ। ਮੈਂ ਵੀ ਇਹਨਾਂ ਦੇ ਜਿਵੇਂ ਯਹੂਦੀਆਂ ਅਨੁਸਾਰ ਜਿਹੜੇ ਫਲ ਤੇ ਸਬਜ਼ੀਆਂ ਉਹ ਸਾਰੀ ਕੋਸ਼ਰ ਆ। ਦੇਖੋ ਇਹਨਾਂ ਨੂੰ ਪਤਾ ਹੁੰਦਾ ਨਾ ਸਾਰੀਆਂ ਫਲ ਸਬਜ਼ੀਆਂ ਕੋਸ਼ਰ ਨੇ। ਜਿਵੇਂ ਹੁਣ ਮੱਛੀ ਦੀ ਗੱਲ ਆ ਗਈ, ਮੱਛੀ ਦੇ ਵਿੱਚ ਮੈਨੂੰ ਕਾਫੀ ਚਿਰ ਸਮਝ ਨਾ ਆਈ। ਮੈਂ ਕਾਫੀ ਲੋਕਾਂ ਨੂੰ ਪੁੱਛਗਿੱਛ ਕੀਤੀ ਤੇ ਫਿਰ ਬਾਅਦ ਚ ਪਤਾ ਲੱਗਿਆ ਜੇ ਮੱਛੀ ਦੇ ਉੱਪਰ ਖੰਭ ਨਹੀਂ ਹਨ ਤਾਂ ਉਹ ਕੋਸ਼ਰ ਨਹੀਂ ਹੋ ਸਕਦਾ ਉੱਪਰ। ਤੇ ਇਹ ਕਈ ਗੱਲਾਂ ਇਹਨਾਂ ਦੇ ਆਪਣੇ ਫੈਸਲੇ, ਸਵਾਲ ਜਵਾਬ ਮੈਂ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਕਿਹੜੀ ਚੀਜ਼ ਕੋਸ਼ਰ ਆ, ਕਿਹੜੀ ਨਹੀਂ ਹੋ ਸਕਦੀ। ਇਹਨਾਂ ਦੇ ਆਪਣੀ ਜਿਹੜੀ ਕੱਟੜਤਾ ਨਾ, ਉਹਨਾਂ ਦੇ ਆਪਣੇ ਹੀ ਬਣਾਇਆ ਹੋਇਆ ਰੂਲ ਆ। ਕਿਵੇਂ ਉਹਨਾਂ ਨੇ ਲੂਣ ਨੂੰ ਕਿਹਾ, ਲੂਣ ਦੀ ਪ੍ਰਕਿਰਿਆ ਕਿਵੇਂ ਬਣਿਆ, ਇਹਦੇ ਵਿੱਚ ਹੋਰ ਖੋਜ ਕਰਨ ਦੀ ਲੋੜ ਆ। ਜੇ ਵੀ ਤੁਸੀਂ ਕਹਿੰਦੇ ਹੋ ਵੀ ਫਲ ਸਬਜ਼ੀਆਂ ਤਾਂ ਕਹਿੰਦੇ ਸਾਰੀ ਕੋਸ਼ਰ ਖਾ ਲਓ, ਤੇ ਉਹਦੇ ਵਿੱਚ ਕਈ ਜਿਵੇਂ ਹੁਣ ਊਠ ਦੀ ਗੱਲ ਆ, ਊਠ ਨੂੰ ਉਹ ਨਹੀਂ ਖਾਂਦੇ। ਉਹ ਕਹਿੰਦੇ ਜਿਹੜਾ ਜਾਨਵਰ ਜਗਾਲੀ ਨਹੀਂ ਕਰਦਾ ਉਹਦਾ ਮਾਸ ਨਹੀਂ ਇਸ ਤਰ੍ਹਾਂ ਕੋਸ਼ਰ ਬਣ ਸਕਦਾ। ਪਰ ਜਦੋਂ ਊਠ ਦੀ ਗੱਲ ਆਉਂਦੀ ਹੈ ਤਾਂ ਉਹਦਾ ਕਹਿੰਦੇ ਪੈਰ ਫਲੈਟ ਆ। ਉਹਨਾਂ ਨੇ ਆਪਣਾ ਕੋਈ ਫੈਸਲਾ ਕੀਤਾ, ਉਹਨਾਂ ਦੇ ਧਰਮੀ ਜਿਹੜੇ ਉਹਨਾਂ ਦੇ ਮੁਖੀ ਹੋਣਗੇ ਕਿਵੇਂ ਫੈਸਲਾ ਕੀਤਾ ਤੇ ਕਿਵੇਂ ਤਬਦੀਲੀ ਕੀਤੀ। ਜਿਵੇਂ ਸੂਰ ਬਾਰੇ ਕਹਿੰਦੇ ਨੇ, ਉਹਨਾਂ ਦਾ ਇੱਕ ਆਧਾਰ ਆ ਵੀ ਸੂਰ ਗੰਦ ਖਾਂਦਾ। ਮੁਸਲਮਾਨ ਵੀ ਇਹ ਕਹਿੰਦੇ ਨੇ। ਪਰ ਅੱਜ ਤਾਂ ਫਾਰਮ ਸੂਰਾਂ ਦੇ, ਅੱਜ ਤਾਂ ਉਹ ਗੰਦ ਖਾਂਦੇ ਨਹੀਂ, ਉਹਨਾਂ ਨੂੰ ਖੁਰਾਕ ਮਿਲਦੀ ਹੈ ਉੱਥੇ। ਬਾਕੀ ਜਿਵੇਂ ਖੁਰਾਕ ਸੂਰ ਫਾਰਮ ਹੈਗੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ। ਉਹ ਹੁਣ ਜਿਵੇਂ ਪੁਰਾਣੀ ਸੋਚ ਸੀ ਵੀ ਸੂਰ ਨੂੰ ਤਾਂ ਨਹੀਂ ਖਾਂਦੇ, ਉਹ ਗੰਦ ਆ ਉਹ 'ਚ। ਤੇ ਹੁਣ ਇਹਨੇ ਨਵੀਂ ਕੱਢੀ ਹੈ, ਕੁਝ ਸਾਲ ਹੋਏ ਨੇ, ਇਹ ਵਿਗਿਆਨੀ ਇਹਨਾਂ ਦੇ ਮੁਸਲਮਾਨ ਕਹਿੰਦੇ ਸੂਰ ਅਸੀਂ ਤਾਂ ਨਹੀਂ ਖਾਂਦੇ, ਜੇ ਸੂਰ ਦੇ ਅੰਦਰ ਕੋਈ ਬਿਮਾਰੀ ਹੈ ਨਾ ਉਹ ਟ੍ਰਾਂਸਮਿਟ ਛੇਤੀ ਹੋ ਜਾਂਦੀ ਹੈ ਬੰਦੇ 'ਚ। ਹੁਣ ਉਹਨਾਂ ਨੇ ਆਪਣੀ ਜਸਟੀਫਿਕੇਸ਼ਨ ਵਾਸਤੇ ਹੋਰ ਲੱਭਿਆ। ਇਹ ਤੇ ਖੋਜਣਾ ਪੈਣਾ
ਜਿਹੜਾ ਲੂਣ ਵਾਲੀ ਗੱਲ ਆ। ਠੀਕ ਹੈ ਜੀ। ਹਾਂਜੀ, ਆਈ ਥਿੰਕ BS ਕੁਮਾਰ ਜੀ ਅੱਗੇ 713 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂਜੀ, ਇਸ ਤਰ੍ਹਾਂ ਹੈ ਜੀ, ਮੈਂ ਕੁਝ ਕਮੈਂਟ ਵੀ ਦਿਆਂਗਾ ਤੇ ਕੁਝ ਕੁਐਸਚਨ ਵੀ ਹੋਣਗੇ। ਮੈਂ ਬੰਗਾਲ 'ਚ ਵੱਡਾ ਹੋਇਆ, ਸਾਰਾ ਕੁਝ ਉੱਥੇ ਦੇਖਿਆ ਤੇ ਨਾਰਥ ਅਸਾਮ ਤੇ ਹਿੰਦੂ ਬਾਹਮਣ ਦੁਰਗਾ ਪੂਜਾ ਨੂੰ ਭੈਂਸੇ ਦੀ ਬਲੀ ਚੜਾਉਂਦੇ ਆ ਦੁਸਹਿਰੇ ਵਾਲੇ ਦਿਨ, ਤੇ ਇਟ ਇਜ਼ ਵੈਰੀ ਕਾਮਨ, ਫਿਰ ਉਹਨੂੰ ਖਾਂਦੇ ਵੀ ਹੈ। ਸੋ ਭੈਂਸ ਤੇ ਗਾਂ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਉਂਦਾ। ਤੇ ਦੂਸਰਾ, ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਜੂ ਜਿਹੜਾ ਹੈ ਉਹ ਹਲਾਲ ਨਹੀਂ ਖਾਂਦਾ, ਪਰ ਮੁਸਲਮਾਨ ਕੋਸ਼ਰ ਖਾ ਲੈਂਦਾ। ਕੋਸ਼ਰ ਬੇਸਿਕਲੀ ਇਜ਼ ਕਲੀਨ, ਸਾਫ ਸੁਥਰਾ। ਜੇ ਲੂਣ ਦੀ ਵੀ ਗੱਲ ਹੈ ਤੇ ਉਹ ਸਾਫ ਸੁਥਰਾ ਲੂਣ ਕੋਈ ਆਪਣੇ ਤਰੀਕੇ ਨਾਲ ਕਰਦੇ ਹੋਣਗੇ ਤੇ ਉਹ ਕੋਸ਼ਰ ਹੋ ਜਾਂਦਾ। ਇਸ ਤਰ੍ਹਾਂ ਹੋਰ ਵੀ ਚੀਜ਼ਾਂ ਨੇ, ਬੇਕਰੀਆਂ ਵੀ ਕੋਸ਼ਰ ਹੁੰਦੀਆਂ ਨੇ। ਸੋ ਆਲ ਦੋਜ਼ ਕਾਈਂਡ ਆਫ ਥਿੰਗ। ਤੀਸਰੀ ਚੀਜ਼ ਜਿਹੜੀ ਸਾਡੇ ਲੰਗਰ ਦੇ ਵਿੱਚ, ਉਹ ਗੱਲ ਬਿਲਕੁਲ ਸਹੀ ਹੈ ਕਿ ਉੱਥੇ ਹਿੰਦੂ ਨੇ ਵੀ ਆਉਣਾ, ਉੱਥੇ ਜੂ ਨੇ ਵੀ ਆਉਣਾ, ਉੱਥੇ ਜੈਨ ਨੇ ਵੀ ਆਉਣਾ, ਵਟਐਵਰ ਮੇ ਬੀ। ਅਸੀਂ ਉੱਥੇ ਕਿਸੇ ਨੂੰ ਵਾਪਸ ਨਾ ਭੇਜੀਏ ਕਿ ਸਾਡਾ ਲੰਗਰ ਸਭ ਲਈ ਕਾਮਨ ਹੋਵੇ। ਇਸ ਕਰਕੇ ਅਸੀਂ ਮੇ ਬੀ ਮੀਟ ਨਹੀਂ ਬਣਾਉਂਦੇ, ਔਰ ਇਹ ਚੀਜ਼ ਨੂੰ ਕਾਇਮ ਰੱਖਣਾ ਚਾਹੀਦਾ। ਤੀਸਰੀ ਚੀਜ਼ ਝਟਕਾ, ਤੇ ਜਿਹਨੂੰ ਅਸੀਂ ਝਟਕਾ ਕਹਿੰਦੇ ਆ, ਝਟਕਾ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇੱਕ ਸਟ੍ਰੋਕ ਨਾਲ ਮਰ ਗਿਆ ਤੇ ਅਸੀਂ ਖਾ ਲਿਆ। ਜਿਹੜਾ ਸਾਡਾ ਇਸਲਾਮੀ ਤਰੀਕੇ ਨਾਲ ਬਣਿਆ ਹੋਇਆ ਮੀਟ ਅਸੀਂ ਨਹੀਂ ਖਾਣਾ, ਜਿਹੜਾ ਕਿ ਸੈਕਰੀਫਾਈਸ ਕੀਤਾ ਜਾਂਦਾ, ਜਿਹੜਾ ਕਿ ਬਲੀ ਚੜਾਇਆ ਜਾਂਦਾ, ਉਹ ਨਹੀਂ ਖਾਣਾ, ਚਾਹੇ ਉਹ ਹਿੰਦੂ ਨੇ ਵੀ ਕੀਤਾ ਤੇ ਚਾਹੇ ਉਹ ਮੁਸਲਮਾਨ ਨੇ ਵੀ ਕੀਤਾ। ਦੂਸਰੇ ਪਾਸੇ ਸਾਡੀ ਪੰਜਾਬੀ ਦੇ ਵਿੱਚ ਅਸੀਂ ਬੜਾ ਕਹਿੰਦੇ ਆ ਸਦਕਾ। ਸਦਕਾ ਵਰਡ ਇਜ਼ ਐਨ ਅਰਬਿਕ ਵਰਡ, ਤੇ ਸਦਕਾ ਦੇਣਾ, ਸਦਕਾ ਦੇਣ ਦਾ ਮਤਲਬ ਹੀ ਹੁੰਦਾ ਕਿ ਕੁਝ ਸੁੱਖਿਆ ਹੋਇਆ ਤੇ ਅਸੀਂ ਉਹ ਦੇਣਾ, ਬੱਕਰਾ ਚੜਾਉਣਾ ਹੈ ਜਾਂ ਕੁਝ ਕਰਨਾ ਹੈ, ਇਸ ਕਰਕੇ ਕੀਤਾ ਜਾਂਦਾ। ਤੇ ਇੰਡੀਆ ਦੇ ਵਿੱਚ ਹੁਣ ਮੈਂ ਪਤਾ ਨਹੀਂ ਕਨੈਕਟੀਵਿਟੀ ਰੱਖੀ ਹੋਈ ਹੈ ਕਿ ਜੋ ਮੈਂ ਬੋਲ ਰਿਹਾ ਕਿ ਨਹੀਂ, ਇੰਡੀਆ ਦੇ ਵਿੱਚ ਸਵਾਏ ਪੰਜਾਬ ਨੂੰ ਛੱਡ ਕੇ ਹਰ ਜਗ੍ਹਾ ਹਲਾਲ ਮੀਟ ਮਿਲਦਾ, ਕਿਧਰੇ ਵੀ ਝਟਕਾ ਨਹੀਂ ਮਿਲਦਾ। ਹਿੰਦੂਆਂ ਦੀਆਂ ਦੁਕਾਨਾਂ ਵਿੱਚ ਵੀ ਹਲਾਲ ਮੀਟ ਮਿਲਦਾ। ਉਹ ਮੁਸਲਮਾਨ ਕਸਾਈ ਸੱਦ ਲੈਂਦੇ ਆ ਤੇ ਉਹ ਬੱਕਰਾ ਉਹਨਾਂ ਦਾ ਵੱਢ ਦਿੰਦੇ ਆ। ਸਵਾਏ ਪੰਜਾਬ ਜਾਂ ਦਿੱਲੀ ਦੇ ਵਿੱਚ ਕੋਈ ਦੁਕਾਨਾਂ ਹੋਣਗੀਆਂ ਜਿੱਥੇ ਤੁਹਾਨੂੰ ਝਟਕਾ ਮਿਲ ਜਾਂਦਾ। ਹੁਣ ਤੁਸੀਂ ਝਟਕੇ ਨੂੰ ਕਹੋ, ਸਾਰੇ ਅਸੀਂ ਸੂਰ ਖਾ ਲੈਂਦੇ ਆ, ਮੱਛੀ ਖਾ ਲੈਂਦੇ ਆ, ਉਹ ਝਟਕਾ ਨਹੀਂ ਹੁੰਦੀ। ਪਰਪਸ ਇਹਦਾ ਇਹ ਹੈ ਕਿ ਅਸੀਂ ਸੈਕਰੀਫਾਈਸ ਨਹੀਂ ਕਰਨਾ। ਇਹ ਮੇਰੀ ਬਹਿਸ ਹੋਈ ਸੀ ਪ੍ਰੋਫੈਸਰ ਸਤਬੀਰ ਸਿੰਘ ਹੋਰਾਂ ਨਾਲ, ਤੇ ਉਹਨਾਂ ਨੇ ਕਿਹਾ ਯੈਸ ਯੋਰ ਲੌਜਿਕ ਇਜ਼ ਵੈਰੀ ਕਰੈਕਟ। ਸੋ ਮੈਂ ਆਪ ਜੀ ਦੇ ਨਾਲ ਇਹ ਚੀਜ਼ਾਂ ਸ਼ੇਅਰ ਕਰਨੀਆਂ ਚਾਹੁੰਦਾ ਸਾਂ ਕਿ ਬਈ that is very true ਕਿ ਅਸੀਂ sacrifice ਵਿੱਚ believe ਨਹੀਂ ਕਰਦੇ। By the way, I'm a vegetarian for last 17 years. That is only medical reasons. But ਜੇ ਕੋਈ ਮੀਟ ਖਾਂਦਾ ਮੈਨੂੰ ਕੋਈ ਤਕਲੀਫ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਥੈਂਕ ਯੂ ਜੀ। ਹਾਂਜੀ ਡਾਕਟਰ ਸਾਹਿਬ, ਤੁਸੀਂ ਕੁਝ ਕਮੈਂਟਸ ਦੇਣਾ? ਨਹੀਂ, ਇਹਨਾਂ ਨੇ ਬਹੁਤ ਚੰਗੀ ਇੱਕ ਜਿਹੜੀ ਇਹਨਾਂ ਨੇ ਦੁਸਹਿਰੇ ਵਾਲੇ ਦਿਨ ਜਿਹੜੇ ਉਧਰ ਇਲਾਕੇ 'ਚ ਰਹੇ ਨੇ, ਚਲੋ ਪਹਿਲਾਂ ਅਸੀਂ ਪੁਰਾਣਾ ਤੇ ਉਹਨਾਂ ਦੇ ਧਾਰਮਿਕ ਗ੍ਰੰਥਾਂ 'ਚ ਦੇਖਦੇ ਸੀ, ਇਹਨਾਂ ਨੇ ਆਪਣੀ ਅੱਖੀ ਦੇਖਿਆ ਤੇ ਇਹ ਗੱਲ ਬੜੀ ਚੰਗੀ ਲੱਗੀ। ਦੂਸਰੀ ਗੱਲ, ਇਹ ਗੱਲ ਵੀ ਠੀਕ ਹੈ ਇਹਨਾਂ ਦੀ, ਕੋਈ ਇੱਕ ਝਟਕੇ ਨਾਲ ਨਹੀਂ ਬਣਦਾ। ਮੈਂ ਪਿੰਡਾਂ 'ਚ ਵੀ ਬੱਕਰੇ ਵੱਢਦੇ ਦੇਖਿਆ, ਉਹ ਝਟਕਾ ਨਹੀਂ ਸੀ ਬਣਦਾ। ਇੱਕ ਸਟ੍ਰੋਕ ਨਾਲ ਬੱਕਰਾ ਕਈ ਵਾਰੀ ਗਰਦਨ ਨਹੀਂ ਸੀ ਲਾ ਸਕਦੇ, ਕਿਉਂਕਿ ਚਾਹੇ ਬੰਦਾ ਤਗੜਾ ਹੋਣਾ ਜ਼ਰੂਰੀ ਹੈ ਤੇ ਬਾਕੀ ਕਿਰਪਾਨ ਵੀ ਉਹਦੀ ਤਿੱਖੀ ਹੋਵੇ, ਕਈ ਵਾਰੀ ਸੰਭਵ ਨਹੀਂ ਹੁੰਦਾ ਸੀ। ਜਿੱਥੇ ਸੂਰ ਵਾਲੀ ਗੱਲ ਆ, ਜਿਹੜੇ ਹਰੀ ਰਾਮ ਗੁਪਤਾ ਨੇ ਜਿਹੜਾ ਲਿਖਿਆ ਸਿੱਖਾਂ ਬਾਰੇ, ਉਹ ਸੂਰ ਦਾ ਸ਼ਿਕਾਰ ਕਰਦੇ ਸੀ, ਜੰਗਲੀ ਸੂਰਾਂ ਦਾ। ਜੰਗਲੀ ਸੂਰ ਮੈਂ ਦੇਖਿਆ, ਉਹਦਾ ਸ਼ੇਰਾਂ ਦਾ ਮੁਕਾਬਲਾ ਵੀ ਕਈ ਵਾਰੀ ਕਰਨ ਨੂੰ ਤਿਆਰ ਹੋ ਜਾਂਦੇ ਨੇ, ਬੜੇ ਤਗੜੇ ਹੁੰਦੇ ਨੇ। ਉਹ ਝਟਕਾ ਨਹੀਂ ਹੁੰਦਾ, ਉਹ ਜਿਵੇਂ ਗੋਲੀ ਨਾ ਮਾਰਦੇ, ਜਿਵੇਂ ਗਨ ਨਾਲ ਵੀ ਮਾਰਿਆ ਜਾਂਦਾ। ਜਿਵੇਂ ਭਾਈ ਕਾਹਨ ਸਿੰਘ ਨਾਭਾ ਜਦੋਂ ਸ਼ਿਕਾਰ ਕਰਦੇ ਸੀ, ਉਹ ਗਨ ਨਾਲ ਕਰਦੇ ਸੀਗੇ। ਇਹ ਝਟਕੇ ਵਾਲੀ ਜਿਹੜੀ ਕਿਰਪਾਨ ਵਾਲੀ ਗੱਲ, ਉਹ ਵੀ ਨਹੀਂ ਹੈਗੀ ਵੀ ਕੋਈ ਜਸਟੀਫਾਈਡ ਹੈ ਝਟਕਾ ਵਾਲੀ ਗੱਲ ਆ। ਬਾਕੀ ਜਿਹੜਾ ਇਹਨਾਂ ਦੇਸ਼ਾਂ ਵਿੱਚ ਅੰਦਰ ਜਿਹੜੇ ਝਟਕਾ, ਕਿਉਂਕਿ ਮਸ਼ੀਨਾਂ ਨਾਲ ਕੱਟਦੇ ਨੇ ਉਹ, ਤੇ ਉਹ ਜਿਹੜੀ ਤੁਸੀਂ ਕਹਿੰਦੇ ਹੋ ਉਹਨਾਂ 'ਚ ਕੱਟੜਤਾ ਜ਼ਰੂਰ ਆ। ਵੀ ਜਿਵੇਂ ਅੱਗੇ ਸਰਦਾਰ ਜੋਗਿੰਦਰ ਸਿੰਘ ਦੇ ਸਵਾਲ ਦੇ ਮੈਂ ਉੱਤਰ ਦਿੱਤਾ ਸੀ ਵੀ ਉਹ ਬਲੀ ਕੀਤਾ ਹੋਇਆ ਜਿਹੜਾ ਹਜੂਰ ਸਾਹਿਬ ਬਣਾਉਂਦੇ ਨੇ ਮਾਸ, ਉਹ ਗੁਰਮਤ ਅਨੁਕੂਲ ਨਹੀਂ ਹੈ।
ਉਹ ਬਲੀ ਕਰਦੇ ਨੇ, ਉਹ ਜਾਂਦੀ ਪੂਜਾ ਕਰਦੇ ਨੇ, ਟਿੱਕਾ ਲਗਾਉਂਦੇ ਨੇ। ਉਹ ਉਸੇ ਹਿੰਦੂ ਰੀਤ ਹੀ ਹੈ, ਉਹ ਸਿੱਖ ਰੀਤ ਨਹੀਂ ਮੰਨ ਸਕਦੇ। ਨਾਲੇ ਸਿੱਖ ਦੇ ਅੰਦਰ ਧਰਮ ਅਸੀਂ ਇਹ ਮੰਨਣਾ ਵੀ ਜਿਹੜਾ ਮਾਸ ਖਾਣਾ ਨਹੀਂ ਖਾਣਾ ਇਹ ਧਾਰਮਿਕ ਦਾ ਅੰਗ ਨਹੀਂ ਸਾਡੇ ਕੋਈ। ਇਹ ਹਰ ਇੱਕ ਦਾ ਆਪਣਾ ਨਿੱਜੀ ਫੈਸਲਾ, ਜੋ ਚੰਗਾ ਲੱਗਦਾ ਉਹ ਖਾਵੇ। ਤੇ ਬਾਕੀ ਜਿਹੜਾ ਹੈਗਾ ਤੁਸੀਂ ਜਿਹੜਾ ਹਲਾਲ ਮੀਟ ਆ, ਪੁੱਠਾ ਜਿਹਨੂੰ ਕਹਿੰਦੇ ਆ, ਡਾਕਟਰ ਸਾਹਿਬ ਨੇ ਲਿਖਿਆ ਇਸ ਬਾਰੇ ਵੀ ਜਦੋਂ ਉਹ ਆਪਣੇ ਧਰਮ 'ਚ ਸ਼ਾਮਲ ਕਰਦੇ ਸੀ ਗੈਰ ਧਰਮੀਆਂ ਨੂੰ ਇਸਲਾਮ ਧਰਮ 'ਚ, ਉਦੋਂ ਉਹਨੂੰ ਪੁੱਠਾ ਮਾਸ ਦਿੰਦੇ ਸੀ, ਹਲਾਲ ਮਾਸ ਉਹਦੇ ਮੂੰਹ 'ਚ ਪਾਉਂਦੇ ਸੀ। ਇਹ ਵੀ ਇੱਕ ਕਾਰਨ ਇਸ ਕਰਕੇ ਅਸੀਂ ਇਹ ਹਲਾਲ ਮਾਸ ਨਹੀਂ ਖਾਂਦੇ। ਬਾਕੀ ਦੂਜੀ ਜਿਹੜੇ ਆਪਾਂ ਕਹਿੰਦੇ ਵੀ ਜਿਹੜੇ ਸਾਰੇ ਹੋਰ ਅਸੀਂ ਮਾਸ ਖਾ ਲੈਂਦੇ ਆ, ਜਦੋਂ ਅਸੀਂ ਪੁੱਛਦੇ ਆ ਉਹ ਗਊ ਮਾਸ ਨਹੀਂ ਖਾਂਦੇ, ਉਹ ਇੱਕ ਵਹਿਮ ਆ। ਤੇ ਆਮ ਇੱਕ ਮੈਂ ਤੁਹਾਡੇ ਨਾਲ ਗੱਲ ਹੋਰ ਸਾਂਝੀ ਕਰਦਾ ਜੋ ਸੱਚੀ ਆ, ਮੈਂ ਨਾਂ ਤਾਂ ਨਹੀਂ ਲਊਂਗਾ। ਉਹ ਲੁਧਿਆਣੇ ਉਹਨਾਂ ਦੇ ਆਪਣੇ ਮੈਰਿਜ ਪੈਲੇਸਿਸ ਹੈਗੇ। ਉਹ ਕਹਿੰਦਾ ਉੱਥੇ ਗਊ ਮਾਸ ਬਣਦਾ, ਕਹਿੰਦਾ ਬੱਕਰੇ ਕਿੱਥੋਂ ਲੈਂਦੇ ਜਾਣ। ਉਹ ਵੀ ਅਨਐਥੀਕਲ ਗੱਲ ਆ, ਕਿਉਂਕਿ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ। ਵੱਡੇ ਵੱਡੇ ਜਦੋਂ ਇਕੱਠ ਹੁੰਦੇ ਆ ਉਹਨਾਂ ਵਿੱਚ ਉਹ ਗਊ ਮਾਸ ਸ਼ਾਮਲ ਕਰ ਦਿੰਦੇ ਨੇ। ਇਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਤੇ ਇਹ ਆਮ ਅਸੀਂ ਕੋਈ ਨਾਂ ਲੈ ਸਕਦੇ, ਉਹ ਬੰਦੇ ਨੇ ਆਪ ਦੱਸਿਆ ਬੜਾ, ਉਹਨਾਂ ਦੇ ਆਪਣੇ ਮੈਰਿਜ ਪੈਲੇਸਿਸ ਹੈਗੇ ਲੁਧਿਆਣੇ 'ਚ। ਵੈਲ ਮੈਂ ਇਹਦੇ 'ਚ ਥੋੜਾ ਜਿਹਾ ਐਡ ਕਰ ਦਿੰਦਾ ਕਿ ਜਿੰਨਾ ਬੀਫ ਨਿਊਜ਼ੀਲੈਂਡ ਤੋਂ ਤੇ ਆਸਟ੍ਰੇਲੀਆ ਤੋਂ ਆ ਰਿਹਾ, ਈਵਨ ਕੈਨੇਡਾ ਵਿੱਚ, ਜੇ ਅਸੀਂ ਜਾ ਕੇ ਤੇ ਵੱਡੇ ਸਟੋਰਾਂ ਤੇ ਦੇਖੀਏ ਉਹਦੇ ਉੱਤੇ ਹਲਾਲ ਕਈ ਵਾਰੀ ਲਿਖਿਆ ਹੁੰਦਾ, ਤੇ ਮੈਨੂੰ ਤਾਂ ਇਹ ਲੱਗਦਾ ਕਿ ਜਸਟ ਇੱਕ ਲੇਬਲ ਹੀ ਲਾ ਦਿੰਦੇ ਹਲਾਲ ਦਾ। ਸ਼ਾਇਦ ਉੱਥੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਬੁੱਚੜਖਾਨਿਆਂ 'ਚ ਤਾਂ ਕੋਈ ਇਹੋ ਜਿਹੀ ਚੀਜ਼ ਹੁੰਦੀ ਨਹੀਂ ਹੋਣੀ ਕਿ ਹਲਾਲ ਲੇਬਲ ਹੀ ਲੱਗਦਾ ਹੋਣਾ। ਸੋ ਇਹ ਮੇਰਾ ਐਕਸਪੀਰੀਅੰਸ ਹੈ ਕਿ ਨਾਰਮਲੀ ਏਦਾਂ ਦੀ ਚੀਜ਼ ਮੈਂ ਆਪ ਦੇਖੀ ਹੈ। ਜਿਹੜੇ ਵੱਡੇ ਰੈਸਟੋਰੈਂਟ ਸਟੋਰਸ ਹੈਗੇ ਆ ਉਹਨਾਂ ਵਿੱਚ ਜਾ ਕੇ ਵੇਖੀਏ ਤਾਂ ਉੱਥੇ ਕਈ ਚੀਜ਼ਾਂ ਏਦਾਂ ਦੀਆਂ ਮਿਲਦੀਆਂ। ਜਾਂ ਇਹਨੂੰ ਕਮਰਸ਼ੀਅਲ ਬਣਨ ਲਈ ਕਿਸੇ ਤੇ ਹਲਾਲ ਦਾ ਲੇਬਲ ਲਾ ਦਿੱਤਾ ਤੇ ਡਾਲਰ ਵਧਾ ਦਿੱਤਾ, ਜਾਂ ਏਦਾਂ ਦੀ ਕੋਈ ਚੀਜ਼ ਹੋ ਰਹੀ ਹੈ। ਤੇ ਕਿੰਨੀ ਸੈਂਸਿਟਿਵ ਹੈ ਆਈ ਡੋਂਟ ਨੋ। ਆਪਣੇ ਡਾਕਟਰ ਗੁਰਨਾਮ ਸਿੰਘ ਜੀ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬਿਲਕੁਲ ਤੁਹਾਡੀਆਂ ਗੱਲਾਂ ਠੀਕ ਹੈ। ਇਹਦੇ ਨਾਲ ਹੀ ਜਿਵੇਂ ਐਡ ਕਰਦੇ ਆ, ਤੁਸੀਂ ਉੱਥੇ ਬਾਹਰਲੀ ਗੱਲ ਕਰਦੇ ਹੋ, ਦਿੱਲੀ 'ਚ ਤੇ ਇੰਡੀਆ 'ਚ ਜਿਹੜਾ ਗਾਂ ਦਾ ਮਾਸ ਬਾਕਾਇਦਾ ਉੱਥੇ ਸਾਰਾ ਕੁਛ ਹੁੰਦਾ ਤੇ ਐਕਸਪੋਰਟ ਕੀਤਾ ਜਾਂਦਾ। ਉਹ ਦੁਕਾਨਾਂ ਦੇ ਬਾਹਰ ਜਿਹੜੇ ਬੜੇ ਬੜੇ ਸਟੋਰ ਆ ਉਹ ਹਿੰਦੂਆਂ ਦੇ ਤੇ ਮੁਸਲਮਾਨ ਨਾਂ ਲਿਖੇ ਹੋਏ ਨੇ। ਮੈਂ ਉਹ ਕਹਿ ਰਿਹਾ ਜਿਹੜਾ ਇਨ ਰਾਈਟਿੰਗ 'ਚ ਮੈਨੂੰ ਪਤਾ ਤੇ ਮੇਰੇ ਕੋਲ ਸਬੂਤ ਹੈਗੇ ਆ। ਸੋ ਇਸ ਲਈ ਇਹ ਸਾਰਾ ਜਿਵੇਂ ਤੁਸੀਂ ਕਿਹਾ ਵੀ ਕੋਈ ਕੁਛ ਵੀ ਹੋ ਸਕਦਾ। ਦੂਜੀ ਗੱਲ ਆਪ ਬਿਲਕੁਲ ਪੂਰਨ ਸਿੰਘ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਠੀਕ ਹੈ। ਇੱਕ ਜਿਹੜਾ ਤੁਸੀਂ ਡੋਨੀਗਰ ਦੀ ਗੱਲ ਕੀਤੀ ਹੈ ਨਾ ਪੂਰਨ ਸਿੰਘ ਜੀ, ਉਹ ਕਿਤਾਬ ਜਿਵੇਂ 650 ਸਫ਼ੇ ਦੀ ਆ ਮੇਰੇ ਕੋਲ ਵੀ ਹੈਗੀ ਆ। ਇਹ ਇੰਡੀਆ 'ਚ ਬਹੁਤ ਵਧੀਆ ਕਿਤਾਬ ਹੈ। ਬੈਨ ਕੀਤੀ ਹੋਈ ਆ, ਪਰ ਇਹਨੇ ਪੇਜਸ ਦੇ ਕੇ ਵੀ ਔਰ ਉਹਦੇ ਬਾਕਾਇਦਾ ਮੈਂ ਤਾਂ ਐਂਸ਼ੀਐਂਟ ਇੰਡੀਆ ਤੇ ਪੜ੍ਹਿਆ ਆ। ਐਂਸ਼ੀਐਂਟ ਇੰਡੀਆ 'ਚ ਬਾਕਾਇਦਾ ਗਾਈਆਂ ਦਾ ਮਾਸ ਖਾਧਾ ਜਾਂਦਾ ਸੀ ਹਿੰਦੂਆਂ 'ਚ, ਕੋਈ ਮਨਾਹੀ ਨਹੀਂ ਸੀ ਹੈ। ਇਹ ਤਾਂ ਪਿੱਛੋਂ ਦੀ ਗੱਲ ਹੈ ਜਿਹੜੀ ਕਰ ਦਿੱਤੀ ਗਈ। ਦੂਜੀ ਤੇ ਤੀਜੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਆਪਣੇ ਉੱਥੇ ਹਜ਼ੂਰ ਸਾਹਿਬ ਦੀ, ਉਹ ਵੀ ਤੁਹਾਡੀ ਗੱਲ ਠੀਕ ਹੈ ਵੀ ਸਿੱਖੀ ਜਿਹੜੀ ਕੁਰਬਾਨੀ ਆ ਉਹ ਹਿੰਦੂਆਂ ਦੀ ਆ। ਹਿੰਦੂਆਂ ਦੀ ਦੇਣਾ, ਬਲੀ ਦੇਣਾ, ਇਹ ਪਹਿਲਾਂ ਵੀ ਪਸ਼ੂਆਂ ਦੀ ਦਿੰਦੇ ਸੀ। ਜਦੋਂ ਜੱਗ ਸਵੇਰ ਜੱਗ ਹੋਰ ਕਰਦੇ ਸੀ, ਘੋੜਾ ਛੱਡਦੇ ਸੀ, ਉਦੋਂ ਵੀ ਇਹ ਪ੍ਰਥਾ ਸੀ ਜਿਹਦੇ ਕਰਕੇ ਸੀ। ਪਰ ਹੁਣ ਇਹ ਮੰਕਰ ਹੁੰਦੇ ਆ। ਹੁਣ ਇਸੇ ਕਰਕੇ ਬੈਨ ਕਰਤੀ ਵੀ ਇਹਨੇ ਪੇਜਸ ਦਿੱਤੇ ਉਹਨੇ। ਇਹਨੇ ਬਾਕਾਇਦਾ ਜਿਹੜੇ ਗ੍ਰੰਥ ਹੈ ਉਹਨਾਂ ਦੇ ਪੁਰਾਤਨ, ਉਹਨਾਂ ਵਿੱਚੋਂ ਵੀ ਹਵਾਲੇ ਦੇ ਕੇ ਦੱਸਿਆ ਵੀ ਐਸ ਪੇਜ ਤੇ ਆ ਹੈਗਾ। ਸੋ ਇਸ ਲਈ ਸਾਨੂੰ ਇਹਦੇ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ। ਤੇ ਸਾਡੇ ਮੀਟ ਦੀ ਕੋਈ ਮਨਾਹੀ ਨਹੀਂ ਹੈ। ਗੱਲ ਇਹ ਆ ਵੀ ਜਿਹੜਾ ਤੁਹਾਡੇ ਲਈ ਸਿਹਤ ਲਈ ਚੰਗਾ ਉਹ ਖਾ ਲਓ, ਜਿਹੜੀ ਸਿਹਤ ਲਈ ਠੀਕ ਨਹੀਂ ਉਹ ਨਾ ਖਾਓ। ਜਿਵੇਂ ਮੈਂ ਨਹੀਂ ਮੀਟ ਖਾਂਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਠੀਕ ਨਹੀਂ ਹੈ। ਜੇ ਕਿਤੇ ਮੈਨੂੰ ਮਜਬੂਰੀ ਹੋ ਜਾਏ ਤਾਂ ਮੈਂ ਜਿਵੇਂ ਚਿਕਨ ਦਾ ਹਲਕਾ ਪਰ ਨਹੀਂ ਖਾਂਦਾ, ਉੱਦਾਂ ਜਨਰਲੀ ਨਹੀਂ ਮੈਂ ਖਾਂਦਾ। ਉਹ ਇਸ ਕਰਕੇ ਮੇਰੀ ਬੈਕਗਰਾਊਂਡ, ਇਸ ਕਰਕੇ ਪਿੰਡਾਂ 'ਚ ਮੀਟ ਮਿਲਦਾ ਹੀ ਨਹੀਂ ਸੀ। ਜਿਹੜਾ
ਜਿੱਦਾਂ ਆਪਣੇ ਡਾਕਟਰ ਜਗਜੀਤ ਸਿੰਘ ਜੀ ਇਦਾਂ ਦੇ ਪੈਸੇ ਆਇਆ ਕੋਲ ਤਾਂ ਹੋ ਸਕਦਾ ਸਾਡੇ ਜਿਹੜੇ ਗਰੀਬ ਪੇਂਡੂ ਕਿਸਾਨ ਰੋਟੀ ਨਹੀਂ ਚੱਲਦੀ ਉਹਨੇ ਕਿੱਥੋਂ ਖਾਣਾ ਸੀਗਾ। ਜਿਵੇਂ ਆਪਣੇ ਲੱਡੂ ਜਲੇਬੀਆਂ ਵੀ ਸਾਲ ਚ ਕਿਤੇ ਇੱਕ ਵਾਰ ਬਣਦੀਆਂ ਸੀ। ਸੋ ਇਸ ਲਈ ਕਈ ਵਾਰ ਤੁਹਾਡਾ ਬੈਕਗਰਾਉਂਡ ਉਸ ਢੰਗ ਦੀ ਹੋ ਜਾਂਦੀ ਹੈ, ਪਰ ਜਿਹੜਾ ਮੀਟ ਖਾਣਾ ਜਾਂ ਨਹੀਂ ਖਾਣਾ ਇਹ ਠੀਕ ਨਹੀਂ। ਗੁਰਦੁਆਰੇ ਚ ਜਿਹੜਾ ਤੁਸੀਂ ਕਿਹਾ ਉਹ ਬਹੁਤ ਵਧੀਆ ਆ। ਮੈਂ ਅੱਗੇ ਵੀ ਮੈਂ ਪੜ੍ਹਿਆ ਵੀ ਆ, ਹੋਰ ਪੱਖਾਂ ਤੇ ਵੀ ਕਈ ਜਿਹੜੇ ਧਾਰਮਿਕ ਲਿਟਰੇਚਰ ਹੈ ਮੈਂ ਉਹਨੂੰ ਗ੍ਰੰਥ ਦੇ ਮੁਕਾਬਲੇ ਤੇ ਕਿਸੇ ਨੂੰ ਨਹੀਂ ਕਰਦਾ। ਉਹ ਇਹਦੇ ਵਿੱਚ ਇਸੇ ਹੀ ਕਰਕੇ ਆ ਵੀ ਗੁਰਦੁਆਰਾ ਲੰਗਰ ਸਾਰਿਆਂ ਲਈ ਖੁੱਲਾ, ਤੇ ਜਿਹੜਾ ਉੱਥੇ ਹੋਰ ਕੋਈ ਜਾਊ ਜਿਹੜਾ ਉਹ ਨਹੀਂ ਖਾਂਦਾ, ਮੈਂ ਕਹਿੰਦਾ ਕਈ ਤਾਂ ਲਸਣ ਨਹੀਂ ਪਾਉਂਦੇ, ਉਹ ਕਹਿੰਦੇ ਕਈ ਲੋਕ ਲਸਣ ਨਹੀਂ ਖਾਂਦੇ, ਚਲੋ ਉਸ ਗੁਰਦੁਆਰੇ ਚ ਲਸਣ ਵੀ ਨਾ ਪਾਉਣ ਉਹਨਾਂ ਦੀ ਮਰਜ਼ੀ, ਮਤਲਬ ਵੀ ਸਾਰਿਆਂ ਦੇ ਖਾਣ ਦਾ ਖਿਆਲ ਰੱਖਿਆ ਜਾਂਦਾ। ਸੋ ਬਹੁਤ ਵਧੀਆ ਸਾਰਾ ਉਸ ਢੰਗ ਤੇ ਸਾਨੂੰ ਕਲੈਰਿਟੀ ਚਾਹੀਦੀ ਹੈ। ਪਰ ਨਾਲ ਤੁਸੀਂ ਇਹਦਾ ਨਿਚੋੜ ਇਹ ਕੱਢੋ ਪੂਰਨ ਸਿੰਘ ਜੀ ਵੀ ਇਹ ਖਾਣ ਨਾ ਖਾਣ ਤੇ ਤਾਂ ਤੁਸੀਂ ਦੱਸਤਾ, ਇਹਦੀਆਂ ਇੰਪਲੀਕੇਸ਼ਨਸ ਕੀ ਨੇ ਦੂਜਿਆਂ ਲਈ। ਜਿਵੇਂ ਬੁੱਧ ਧਰਮ ਚ ਬਕਾਇਦਾ ਮੀਟ ਖਾਂਦੇ ਸੀ, ਹਾਂਜੀ ਬਿਲਕੁਲ ਏਦਾਂ ਨਹੀਂ ਖਾਂਦੇ, ਬਿਲਕੁਲ ਖਾਂਦੇ ਸੀ। ਤੇ ਉਹਨੂੰ ਚਲੋ ਹੁਣ ਤੁਸੀਂ ਤਰਲ ਦੀ ਗੱਲ ਕਰਤੀ ਹੋਰ ਹੈ। ਸੋ ਇਸ ਲਈ ਦੁਨੀਆ ਦੇ ਪੈਮਾਨੇ 'ਚ ਹਿੰਦੁਸਤਾਨ ਵੀ ਕਿਤੇ ਮਨਾਹੀ ਨਹੀਂ ਸੀ। ਪਰ ਹੁਣ ਇੰਪਲਾਈ ਇਹ ਕਰੋ, ਇਹਦਾ ਤੁਸੀਂ ਸਭ ਤੇ ਕੀ ਕੱਢਦੇ ਹੋ, ਮੈਂ ਨਹੀਂ ਪੜ੍ਹਿਆ, ਤੁਸੀਂ ਕੱਢੋ ਕਿਉਂਕਿ ਤੁਸੀਂ ਪੇਪਰ ਪੜ੍ਹਿਆ। ਇਹਦੀ ਫਿਰ ਇੰਪਲੀਕੇਸ਼ਨਸ ਐਂਡ ਤੇ ਕੀ। ਠੀਕ ਆ। ਹਾਂਜੀ ਜਸਬੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਕੀਤਾ ਪੂਰਨ ਸਿੰਘ ਜੀ। ਮੈਂ ਸਿਰਫ ਵਿੱਚ ਮਾੜੇ ਐਡ ਹੀ ਕਰਨਾ, ਜਿਹੜੀ ਗੱਲ ਚੱਲਦੀ ਹਲਾਲ ਦੀ, ਇਹ ਕੁਝ ਸਮਾਂ ਪਹਿਲਾਂ ਮੈਂ ਇੱਥੇ ਇੱਕ ਵੀਡੀਓ ਦੇਖੀ ਸੀਗੀ, ਇੱਕ ਦੋ ਮੈਨੂੰ ਪਤਾ ਨਹੀਂ ਹੋਣਗੀਆਂ ਕਿ ਨਾ। ਉਹ ਦੱਸਦੇ ਸੀ ਵੀ ਮੁਸਲਮਾਨਾਂ ਵੱਲੋਂ ਜਿਹੜੇ ਬਹੁਤ ਕੱਟੜਪੰਥੀ ਆ, ਉਹਨੇ ਕੋਈ ਐਸੋਸੀਏਸ਼ਨ ਬਣਾਈ ਹੋਈ ਆ, ਮੈਨੂੰ ਨਾਮ ਭੁੱਲ ਗਿਆ ਉਹਦਾ। ਉਹ ਸਾਰੇ ਜਿਹੜੇ ਬਿਜ਼ਨਸਮੈਨ ਆ ਪਹਿਲਾਂ ਕਹਿੰਦੇ ਉਹ ਦੱਸਦੇ ਕਿੱਦਾਂ ਕਰਨੀ ਆ। ਜਿੱਥੇ ਕਹਿੰਦੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਆ, ਉੱਥੇ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਨੂੰ ਜ਼ਬਰਦਸਤੀ ਜ਼ੋਰ ਨਾਲ ਕਹੋ ਵੀ ਤੁਹਾਤੋਂ ਅਸੀਂ ਮਾਲ ਤਾਂ ਲੈਣਾ, ਤੁਸੀਂ ਸਾਡੇ ਇਸ ਐਸੋਸੀਏਸ਼ਨ ਨਾਲ ਰਜਿਸਟਰ ਹੋਵੋ। ਉਹਨੇ ਇੱਕ ਲੋਗੋ ਬਣਾਈ ਹੋਈ ਆ, ਆਪਣੇ ਹਿਸਾਬ ਨਾਲ ਮੈਨੂੰ ਸ਼ਕਲ ਹੁਣ ਚੇਤੇ ਨਹੀਂ। ਉਹ ਕਹਿੰਦੇ ਤੁਸੀਂ ਇੱਥੇ ਆਪਣੇ ਬਾਹਰ ਲਾਓ ਉਹ ਲੋਗੋ, ਹੁੰਦਾ ਬੋਰਡ ਜਿਹਾ ਲੱਗਾ ਉੱਤੇ। ਹਾਂਜੀ। ਤੇ ਕਈ ਖਾਸ ਚੀਜ਼ਾਂ ਜੇ ਕਿ ਤੁਸੀਂ ਬਾਹਰੋਂ ਲੈਣੀਆਂ ਮੁੱਲ, ਜਿਹੜੀਆਂ ਬੰਦੇ ਬਣਾਉਂਦੇ ਆ ਚੀਜ਼ਾਂ ਵਗੈਰਾ, ਤੁਸੀਂ ਗੱਲ ਲੂਣ ਦੀ ਕੀਤੀ ਆ, ਹੋਰ ਦੀ ਕੀਤੀ ਆ, ਉਹ ਕਹਿੰਦੇ ਜਿਹੜੀਆਂ ਐਸੋਸੀਏਸ਼ਨ ਚਾਹੇ ਹਿੰਦੂ ਆ ਚਾਹੇ ਕੋਈ ਹੋਰ ਆ, ਉਹ ਕਹਿੰਦੇ ਮੁਸਲਮਾਨਾਂ ਨੇ ਤਾਂ ਲੈਣੀ ਆ ਜੇ ਤੁਸੀਂ ਇਹ ਤੇ ਆਹ ਮੋਹਰ ਸਾਡੀ ਲਾਓਗੇ ਤਾਂ ਪੈਸੇ ਵੀ ਲੈਂਦੇ ਹੋ। ਉਹ ਜਿਹੜੇ ਬਿਜ਼ਨਸਮੈਨ ਆ ਪੈਸੇ ਲਈ ਇਕੱਲੇ ਹੀ, ਉਹ ਕੀ ਉਹ ਕ੍ਰਿਸਚੀਅਨ ਆ ਜਾਂ ਕੋਈ ਹੋਰ ਆ, ਉਹ ਸਾਰੇ ਵੀ ਉਹ ਉਹਨਾਂ ਦੇ ਮੈਂਬਰ ਬਣ ਕੇ ਮੋਹਰ ਲਾਉਂਦੇ ਆ ਕਿ ਉਹਨਾਂ ਦੀ ਬਿਜ਼ਨਸ ਵੱਧਦੀ ਆ। ਉਹ ਜ਼ਬਰਦਸਤੀ ਕਰਦੇ ਆ ਵੀ ਜੇ ਲੋਕਾਂ ਨੂੰ ਖਿਲਾਉਣਾ, ਵੀ ਮੁਸਲਮਾਨਾਂ ਨੂੰ ਕਹਿੰਦੇ ਦੇਖੋ ਤੁਹਾਨੂੰ ਹਰ ਇੱਕ ਚੀਜ਼ ਹਲਾਲ ਦੀ ਮਿਲਦੀ ਆ। ਇਹ ਵਹਿਮ ਫੈਲਾ ਕੇ ਵੀ ਕੱਟੜਪੰਥੀ ਨੂੰ ਵਧਾਉਣਾ, ਜਿੱਦਾਂ ਹਿੰਦੂ ਕੱਟੜਪੰਥੀ ਆ, ਉਹਨਾਂ ਦੇ ਕੋਲ ਪੈਸੇ ਆ, ਉਹ ਜ਼ਬਰਦਸਤੀ ਕਹਿੰਦੇ। ਇਹ ਬੰਦੇ ਨੇ ਬਣਾਈ ਵੀਡੀਓ ਬਹੁਤ ਸੋਹਣੀ ਸੀਗੀ। ਉਹ ਜ਼ਬਰਦਸਤੀ ਹੁਣ ਇਹ ਕੰਮ ਚੱਲ ਰਿਹਾ, ਸ਼ੁਰੂ ਹੋਇਆ ਇਸਲਾਮਿਕ ਮੁਲਕਾਂ ਵਿੱਚੋਂ ਤੇ ਯੂਰਪੀਅਨ ਮੁਲਕਾਂ ਵਿੱਚ ਵੀ ਇੱਥੇ ਮੁਸਲਮਾਨ ਬਹੁਤ ਰਹਿੰਦੇ ਆ। ਉਹ ਕਹਿੰਦੇ ਤੁਸੀਂ ਜਾ ਕੇ ਦੇਖ ਲਿਓ, ਉਹਨਾਂ ਦੁਕਾਨਾਂ ਦੇ ਵਿੱਚ ਤੁਹਾਨੂੰ ਇਹ ਸਟਿੱਕਰ ਮਿਲਣਗੇ, ਤੇ ਜੇ ਮੈਂਬਰਸ਼ਿਪ ਉਹਨਾਂ ਨੇ ਨਹੀਂ ਲੈਂਦੇ, ਉਹ ਫੇਕ ਉੱਥੋਂ ਮੁਸਲਮਾਨ ਨੂੰ ਕਿਹਾ ਤੁਸੀਂ ਉੱਥੇ ਸਮਾਨ ਮੁੱਲ ਨਹੀਂ ਲੈਣਾ। ਤੇ ਇਹ ਮੇਰੀ ਥੋੜੀ ਜਾਣਕਾਰੀ, ਜੇ ਕਿਤੇ ਮਿਲ ਗਈ ਮੁੜ ਕੇ ਦੁਬਾਰਾ ਉਹ ਵੀਡੀਓ ਤਾਂ ਮੈਂ ਦੇਖ ਲਊਂਗਾ, ਫਿਰ ਤੁਹਾਨੂੰ ਦਿਖਾ ਦਊਂਗਾ। ਦੂਜੀ ਗੱਲ ਮੈਂ ਕਰਨੀ ਸੀ, ਇੱਕ ਆਪਣੇ ਜਿਹੜਾ ਇੱਕ ਵਹਿਮ ਪਾਇਆ ਜਾਂਦਾ ਨਾ, ਬੜਾ ਵੱਡਾ ਵਹਿਮ ਆ ਉਹ, ਤੁਸੀਂ ਸਾਰਿਆਂ ਨੇ ਸੁਣਿਆ ਆ, ਮੈਂ ਤਾਂ ਉਹਦੇ ਦੁਬਾਰਾ ਹੀ ਕਹਿਣਾ, ਗਊ ਗਰੀਬ ਦੀ ਰੱਖਿਆ। ਇੱਥੋਂ ਸਾਨੂੰ ਪਿੰਡਾਂ ਦੇ ਬੰਦਿਆਂ ਨੂੰ ਡਰਾਇਆ ਜਾਂਦਾ ਵੀ ਭਾਈ ਦੇਖੋ ਗਊ ਗਰੀਬ ਜਿਹਨੇ ਚੰਗੇ ਚੰਗੇ ਪੜ੍ਹੇ ਲਿਖੇ ਵੀ ਉਹਨਾਂ ਦੇ ਮੂੰਹ ਚੋਂ ਸਹਿ ਸੁਭਾਅ ਨਿਕਲ ਜਾਂਦਾ। ਸਿੱਖ ਤਾਂ ਨਹੀਂ ਬਣਿਆ ਹੀ ਆ ਗਊ ਗਰੀਬ ਦੀ ਰੱਖਿਆ ਵਾਸਤੇ, ਉਹ ਗਰੀਬ ਤਾਂ ਹੋਇਆ, ਗਊ ਕਿੱਥੋਂ ਆ ਬੜੀ। ਇਹ ਸਾਡੇ 'ਚ ਵਹਿਮ, ਕਿਉਂ ਆਮ ਜਿਹੜੇ ਜਨਤਾ ਆ, ਮੈਂ ਤਾਂ ਕਹਿੰਦਾ ਕਿ ਪੜ੍ਹੇ ਲਿਖੇ ਵੀ ਇਹਨਾਂ ਮੁਹਾਵਰਿਆਂ ਨੂੰ ਵਰਤ ਲੈਂਦੇ ਆ ਵੀ ਸਿੱਖ ਨੇ ਤਾਂ ਸਦਾ ਹੀ ਗਊ ਗਰੀਬ ਨਾ ਖੜਨਾ। ਮੱਲੋ ਮੱਲੀ ਸਾਡੇ ਗਲ 'ਚ ਗਾਂ ਪਾਤੀ। ਮੈਂ ਤਾਂ ਆਪਣੇ ਸੌਰੀ ਮੈਂ ਮਾੜੀ ਜਿਹੀ ਗੱਲ ਹੋਰ ਕਰਨੀ ਆ, 2-3 ਸਾਲ ਦੀ ਗੱਲ ਹੈ, ਸਾਡੇ ਉੱਥੇ ਪਿੰਡ ਸਾਡਾ ਭਤੀਜਾ ਰਹਿੰਦਾ, ਉੱਥੇ ਗਾਈਆਂ ਗੁਈਆਂ ਆ ਵੜਨੀਆਂ, ਉਹ ਦੂਰ ਛੱਡ ਕੇ ਆਉਣੀਆਂ, ਉਹ ਸਵੇਰ ਨੂੰ ਫਿਰ ਉੱਥੇ ਆ ਜਾਣਾ ਉਹਨੇ। ਮੈਂ ਕਿਹਾ ਤੁਸੀਂ ਰਲ ਕੇ ਪਿੰਡਾਂ ਦੇ ਬੰਦੇ ਕੇਸ ਕਰੋ, ਤੁਸੀਂ ਆ ਜਿੰਨੇ ਪਿੰਡਾਂ ਦੇ ਬੰਦੇ ਰਲ ਕੇ ਇੱਥੇ ਗੌਰਮੈਂਟ ਤੇ ਕੇਸ ਕਰੋ ਵੀ ਭਾਈ ਤੁਸੀਂ ਇਹ ਆਪਣੀ ਜਿਹੜੇ ਬੰਦੇ ਕਹਿੰਦੇ ਮਾਂ ਆ ਸਾਡੀ, ਮਾਂ ਰੱਖਿਆ ਕਰਨੀ, ਠੀਕ ਆ ਕਰੋ ਰੱਖਿਆ, ਸਾਡੀ ਇਹ ਫਸਲ ਉਜਾੜਦੀਆਂ,
ਤੁਹਾਡੀ ਮਾਂ ਨੇ ਫਸਲ ਉਜਾੜੀ ਆ, ਜਿਹੜੇ ਮਾਂ ਦੇ ਉਹਦੇ ਨਿਆਣੇ ਨਿੱਕੇ ਆ ਉਹ ਪੈਸਾ ਦੇਣ ਹਰਜਾਨਾ ਸਾਡਾ, ਤੁਸੀਂ ਮੈਂ ਕਿਹਾ ਹਰਜਾਨਾ ਪਾਓ, ਕੋਰਟ ਜਾ ਕੇ ਕਹੋ ਵੀ ਜਿਹੜੀ ਜਿਹਨੀ ਰੱਖਣੀ ਆ ਰੱਖਣ, ਜੇ ਆਪਾਂ ਕਿਸੇ ਦਾ ਨੁਕਸਾਨ ਕਰਦੇ ਆ ਸਾਡੇ ਤੇ ਦੂਜਾ ਬੰਦਾ ਹਰਜਾਨਾ ਪਾ ਸਕਦਾ। ਕਿਉਂ ਤੁਸੀਂ ਕਹਿੰਦੇ ਚਾਚਾ ਜੀ ਇੱਦਾਂ ਕਦੇ ਸੋਚਿਆ ਨਹੀਂ। ਕਹਿੰਦਾ ਕੌਣ ਕਰੇ, ਕੌਣ ਉਹਨੇ ਵੋਟਾਂ ਵਾਲੇ ਬੰਦੇ ਕਰਨੇ ਨੇ, ਤਾਂ ਮੈਂ ਉਹਨੂੰ ਕਿਹਾ ਵੀ ਤੁਸੀਂ ਤੁਹਾਨੂੰ ਚਾਹੀਦੀ ਹੈ ਕੋਸ਼ਿਸ਼ ਕਰਨੀ ਵੀ ਕੋਰਟ ਜਾ ਕੇ ਇਹਨਾਂ ਦੇ ਕੇਸ ਕਰੋ ਜਨਰਲੀ ਵੀ ਸਾਰੇ ਇਕੱਠੇ ਹੋ ਕੇ, ਤੇ ਚਲੋ ਉੱਥੇ ਤੁਹਾਨੂੰ ਪਤਾ ਕੀ ਚੱਲਦਾ। ਪਰ ਆਪਣੇ ਜਿਹੜੇ ਵਹਿਮ ਭਰਮ ਇਦਾਂ ਦੇ ਹੋਰ ਬਹੁਤ ਆ। ਗੱਲ ਹਲਾਲ ਵਾਲੀ ਤੁਸੀਂ ਕਦੇ ਖੋਜ ਕਰਿਓ, ਇਹ ਕਾਫੀ ਹੁਣ ਕਹਿੰਦੇ ਅੱਜ ਕੱਲ੍ਹ ਪ੍ਰਚਲਿਤ ਆ, ਤੇ ਇਹਨੂੰ ਗਾਂਹ ਤੇ ਗਾਂਹ ਉਹ ਵਧਾ ਰਹੇ ਆ ਵੀ ਦੁਨੀਆ ਦੇ ਉੱਪਰ ਜ਼ੋਰ ਦੇ ਨਾਲ ਲਾਗੂ ਕਰਨਾ ਇਹਨੂੰ। ਹਾਂਜੀ ਠੀਕ ਹੈ, ਥੈਂਕ ਯੂ ਜੀ। ਅਸੀਂ ਇਹਨੂੰ ਪੋਲੀਟੀਕਲ ਵੱਲ ਨਾ ਲੈ ਜਾਂਦੇ, ਵਹਿਮਾਂ ਤੇ ਮਨੋਤਾਂ ਤੇ ਹੀ ਥੋੜਾ ਜਿਹਾ ਸੀਮਤ ਰੱਖੀਏ। ਇਹ ਠੀਕ ਹੈ ਕਿ ਬਹੁਤ ਕੁਝ ਹੋ ਰਿਹਾ ਹੈ ਐਂਡ ਵੀ ਐਗਰੀ ਐਂਡ ਵੀ ਨੋ ਅਬਾਊਟ ਇਟ ਕਿ ਹਾਂ ਬਈ ਕਿੰਨਾ ਕੁਝ ਦੁਨੀਆ ਵਿੱਚ ਕਮਰਸ਼ੀਅਲਾਈਜੇਸ਼ਨ ਤੇ ਕੰਜ਼ਿਊਮਰਿਜ਼ਮ ਕਰਕੇ ਬਹੁਤ ਕੁਝ ਇਹੋ ਜਿਹੇ ਕੰਮ ਹੋਣੇ ਹੀ ਹੋਣੇ ਆ। ਪਰ ਡਾਕਟਰ ਜੀ ਇੱਕ ਮਿੰਟ ਮੈਂ ਕਹਾਂ ਡਾਕਟਰ ਜੀ ਤੁਹਾਡੇ ਨਾਲ ਮੈਂ ਸਹਿਮਤ ਹਾਂ, ਜੇ ਸਾਡੇ ਉੱਤੇ ਕੋਈ ਰਾਜਸੀ ਤੌਰ ਤੇ ਗੱਲ ਕੋਈ ਥੋਪੀ ਜਾਵੇ, ਉਹ ਕੋਈ ਥੋਪਦਾ ਆ ਤੇ ਉਹ ਵੀ ਤਾਂ ਮਾੜੀ ਆ ਨਾ। ਜੋ ਵਹਿਮ ਭਰਮ ਕੋਈ ਥੋਪਦਾ ਸਾਡੇ ਤੇ ਹਿਸਾਬ ਨਾਲ ਦੇਖੀਏ, ਰਾਜਸੀ ਤੌਰ ਤੇ ਤਾਂ ਬਹੁਤ ਕੁਝ ਥੋਪਿਆ ਜਾਂਦਾ, ਉਹ ਤਾਂ ਆਈ ਐਗਰੀ ਵਿਦ ਯੂ ਐਂਡ ਮੈਂ ਤਾਂ ਕਹਿੰਦਾ ਜਿਸ ਬੰਦੇ ਕੋ ਰਾਜਸੀ ਤਾਕਤ ਹੈ ਉਹ ਆਪਣਾ ਧਰਮ ਸਾਡੇ ਤੇ ਥੋਪੇ ਤਾਂ ਕੀ ਇਹ ਜਾਇਜ਼ ਥੋੜਾ। ਨੌਵੇਂ ਪਾਤਸ਼ਾਹ ਨੂੰ ਸ਼ਹੀਦੀ ਦੀ ਕੀ ਲੋੜ ਸੀ? ਪਏ ਕੈਨੇਡਾ ਵਿੱਚ ਕਿਹੜਾ ਰਾਜਸੀ ਤੁਹਾਡੇ ਦੇ ਉੱਤੇ ਹੈਗਾ? ਮੈਂ ਉਹੀ ਗੱਲ ਕਰਦਾ, ਇੰਡੀਆ ਦੀ ਗੱਲ ਛੱਡੋ, ਕੈਨੇਡਾ ਵਿੱਚ ਕਿਉਂ ਹੈ ਤੇ ਤੁਸੀਂ ਇੱਥੇ ਰਾਜਸੀ ਕਿਉਂ ਕਿਹੜੀ ਚੀਜ਼ ਨੂੰ ਮੰਨਣ ਲੱਗ ਪੈਂਦੇ ਹੋ? ਮੈਂ ਉਹਨੂੰ ਨਹੀਂ ਕਹਿ ਰਿਹਾ, ਮੈਂ ਜਨਰਲੀ ਗੱਲ ਕੀਤੀ। ਇਸ ਕਰਕੇ ਵੀ ਅਸੀਂ ਕਈ ਕੰਟਰੀਜ਼ ਦੇ ਲਈ ਅਸੀਂ ਭਾਵੇਂ ਕਿਸੇ ਵੀ ਥਾਂ ਤੇ ਮੁਸਲਿਮ ਕੰਟਰੀ ਲਈ ਅਸੀਂ ਜਾ ਕੇ ਉੱਦਾਂ ਦਾ ਬਿਹੇਵ ਕਰਾਂਗੇ ਨਾ। ਜੇ ਦੁਬਈ ਜਾਵਾਂਗੇ ਤਾਂ ਵੀ ਵਿਲ ਹੈਵ ਅ ਫਰਾਈਡੇ ਐਜ਼ ਅ ਹੌਲੀਡੇ। ਤੋ ਇਹ ਨਹੀਂ ਕਿ ਦੁਬਈ ਕਿਸੇ ਦੇ ਪ੍ਰੈਸ਼ਰ ਹੈ, ਉਹਨਾਂ ਦਾ ਆਪਣਾ ਹਿਸਾਬ ਹੈ, ਹਰ ਇੱਕ ਕੰਟਰੀ ਦਾ ਆਪਣਾ ਆਪਣਾ ਹਿਸਾਬ ਹੈ। ਅਸੀਂ ਜਿਹੜਾ ਅੱਜ ਦਾ ਟੌਪਿਕ ਆ ਉਹ ਮਨੋਤਾਂ ਦੇ ਉੱਤੇ ਹੈਗਾ। ਡਾਕਟਰ ਜੀ ਮੈਂ ਗੱਲ ਕੀਤੀ ਯੂਰਪ ਦੀ, ਇੰਗਲੈਂਡ ਦੀ ਗੱਲ ਹੈ। Let us stop this discussion। ਮੈਂ ਗੱਲ ਕਰਦਾ, ਇਹ ਉਦਾਹਰਨ ਤੁਹਾਨੂੰ ਮੈਂ ਇੰਗਲੈਂਡ ਦੀ ਦਿੱਤੀ ਆ, ਯੂਰਪ ਦੀ। ਨਹੀਂ, ਭਾਵੇਂ ਇੰਗਲੈਂਡ ਆ ਭਾਵੇਂ ਕੋਈ ਆ, ਉੱਥੋਂ ਦੇ ਹਰ ਇੱਕ ਦੇ ਰੂਲਸ ਹੈਗੇ ਆ, ਉੱਥੋਂ ਦੀ ਕੰਟਰੀ ਉਹਨੂੰ ਦੇਖੇ। ਅਸੀਂ ਉਸ ਪਾਸੇ ਨਹੀਂ, ਅਸੀਂ ਰਿਲੀਜੀਅਸ ਮਨੋਤਾਂ ਵੱਲ ਜਾ ਰਹੇ ਸੀ। ਜੀ ਸਰ। ਹਾਂਜੀ ਹਾਂਜੀ ਸਰ, ਬੋਲ ਸਕਦਾ ਮੈਂ ਕੁਛ? ਹਾਂਜੀ, ਹਰਜਿੰਦਰ ਸਿੰਘ ਜੀ। ਜੀ ਸਰ, ਥੈਂਕ ਯੂ ਸਰ। ਸਰ, ਮੀਟ ਖਾਣ ਦੇ ਕਨਸੈਪਟ ਦਾ ਜਿਹੜਾ ਤੁਸੀਂ ਸਹੀ ਗੱਲ ਕੀਤੀ ਹੈ ਕਿ ਇਹ ਧਾਰਮਿਕ ਰੋਹ ਰੀਤੀ ਨਾਲ ਜੋੜਨਾ ਵੀ ਜ਼ਿਆਦਾ ਮਾਇਨਾ ਨਹੀਂ ਰੱਖਦਾ, ਕਿਉਂਕਿ ਕਿਸੇ ਦਾ ਵੈਜੀਟੇਰੀਅਨ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਜ਼ਿਆਦਾ ਧਾਰਮਿਕ ਹੈ। ਕੁਦਰਤ ਦਾ ਵਿਧੀ ਵਿਧਾਨ ਇਹ ਹੈ ਕਿ ਹਰ ਵੱਡੀ ਚੀਜ਼ ਛੋਟੀ ਨੂੰ ਖਾ ਕੇ ਹੀ ਆਪਣਾ ਗੁਜ਼ਾਰਾ ਕਰਦੀ ਹੈ ਔਰ ਉਹਦਾ ਸਰਵਾਈਵਲ ਹੁੰਦਾ ਹੈ। ਕਈ ਲੋਕ ਕਹਿੰਦੇ ਨੇ ਜੀ ਠੀਕ ਹੈ, ਮੀਟ ਨੂੰ ਜਿਵੇਂ ਤੁਸੀਂ ਚਿਕਨ ਨੂੰ ਜਾਂ ਕਿਸੇ ਹੋਰ ਐਨੀਮਲ ਨੂੰ ਵੱਢ ਕੇ ਖਾਂਦੇ ਹੋ ਤਾਂ ਉਹ ਸਾਹਮਣੇ ਤੁਹਾਡੇ ਤੜਫਦਾ ਐਨੀਮਲ ਵੈਜੀਟੇਰੀਅਨ ਜਾਂ ਪਲਾਂਟ ਜਾਂ ਸਬਜ਼ੀ ਜਿਹੜੀ ਹੈ ਤੁਹਾਨੂੰ ਤੜਫਦੇ ਨਜ਼ਰ ਨਹੀਂ ਆਉਂਦੀ। ਬਟ ਦਿਸ ਡਜ਼ਨਟ ਮੀਨ ਸਰ JC ਬੋਸ ਨੇ 1915-20 ਵਿੱਚ ਹੀ ਇਹ ਚੀਜ਼ ਬੜੇ ਅੱਛੇ ਤਜਰਬਿਆਂ ਨਾਲ ਸਾਬਤ ਕਰ ਦਿੱਤੀ ਸੀ ਕਿ ਜਿਹੜੇ ਪਲਾਂਟ ਲਾਈਫ ਹੈ ਉਨਾ ਹੀ ਦੁੱਖ ਦਰਦ ਇਮੋਸ਼ਨਸ ਉਹਦੇ 'ਚ ਹਨ ਔਰ ਫੀਲ ਕਰਦੀ ਹੈ ਜਿਤਨਾ ਕਿ ਇੱਕ ਐਨੀਮਲ ਕਰਦਾ, ਸਿਰਫ ਦੇਖਣ 'ਚ ਫਰਕ ਹੈ ਖਾਲੀ। ਬਾਕੀ ਇੱਕ ਗੱਲ ਸਰ, ਜਿਹੜੀ ਗੱਲ ਹੈ ਕਿ ਉਹ ਕਿ ਜਿਹੜਾ ਤੁਸੀਂ ਕਈਆਂ ਲੋਕਾਂ ਨੇ ਕਿਹਾ, ਮੈਨੂੰ ਨਾ ਇਸ ਚੀਜ਼ ਦਾ ਜ਼ਿਆਦਾ ਪਤਾ ਨਹੀਂ, ਬਟ ਜਿਹੜਾ ਇਨਸਾਨ ਦਾ ਜਿਹੜਾ ਮਨੁੱਖ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਕਹਿੰਦੇ ਨੇ ਕਿ ਮੀਟ ਖਾਣ ਵਾਸਤੇ ਨਹੀਂ ਬਣਿਆ। ਮੈਨੀ ਪੀਪਲ ਸੇ ਲਾਈਕ ਦੈਟ, ਆਈ ਡੋਂਟ ਨੋ ਹਾਊ ਫਾਰ ਦਿਸ ਇਜ਼ ਕਰੈਕਟ, ਪਰ ਉਹ ਕਹਿੰਦੇ ਨੇ ਕਿ ਉਹ ਨਹੀਂ ਬਣਿਆ ਔਰ ਮੀਟ ਇਨਸਾਨ ਦੇ ਬਾਡੀ ਵਿੱਚ ਟਾਕਸਿਟੀ ਜ਼ਿਆਦਾ ਪ੍ਰੋਡਿਊਸ ਕਰਦਾ ਹੈ। ਉਸ ਐਂਗਲ ਤੋਂ ਇਹ ਠੀਕ ਨਹੀਂ। ਔਰ ਦੂਸਰਾ ਜਿਹੜਾ ਐਂਗਲ ਹੈ ਜਿਹੜਾ ਮੈਂ ਨੋਟ ਕੀਤਾ ਉਹ ਇਹ ਹੈ ਕਿ ਤੁਸੀਂ ਪਰਸਨਲ ਲੈਵਲ ਤੇ ਜੋ ਵੀ ਕਰੋ, ਬਟ ਆ ਜਿਹੜੇ ਸਾਇੰਟੀਫਿਕ ਐਂਗਲ ਹਨ ਇਹਨਾਂ ਤੋਂ ਵੀ ਇਨਸਾਨ ਨੂੰ ਚਾਹੀਦਾ ਥੋੜਾ ਜਿਹਾ ਵਿਚਾਰ ਕਰਨਾ ਕਿ ਕਿਆ ਮੀਟ ਖਾਣਾ ਠੀਕ ਹੈ ਨਹੀਂ, ਧਾਰਮਿਕ ਗੱਲਾਂ ਨੂੰ ਇੱਕ ਪਾਸੇ ਰੱਖ ਕੇ। ਦੂਸਰਾ ਜਿਹੜੇ ਐਨੀਮਲ ਰਾਈਟ ਐਕਟਿਵਿਸਟ ਹਨ ਉਹਨਾਂ ਨੇ ਕਿਹਾ ਕਿ ਜਿੰਨੀ ਪੋਲਿਊਸ਼ਨ ਅਸੀਂ ਐਨੀਮਲ ਨੂੰ ਪਾਲਣ ਵਿੱਚ ਖਾਣ ਵਾਸਤੇ ਜਿਹੜੇ ਪਾਲੇ ਜਾਂਦੇ ਨੇ ਐਨੀਮਲ, ਜਿੰਨੀ ਪੋਲਿਊਸ਼ਨ ਉਹ ਕ੍ਰੀਏਟ ਕੀਤੀ ਹੁੰਦੀ ਹੈ ਇੰਨੀ ਬਾਕੀ ਕਾਰਨਾਂ ਕਰਕੇ ਨਹੀਂ ਹੋ ਰਹੀ। ਇਹ ਸਾਰੀਆਂ ਚੀਜ਼ਾਂ ਇਹ ਦੱਸੇ ਕਰਦੀਆਂ ਹਨ ਕਿ ਸ਼ੁੱਡ ਵੀ ਮੂਵ ਟੂਵਰਡਸ ਵੈਜੀਟੇਰੀਅਨ। ਇਸ ਕਰਕੇ ਨਹੀਂ, ਹਾਂ ਇਹ ਕਿਹਾ ਜਾਂਦਾ ਕਿ ਜਿਹੜਾ ਲੋਕ ਜਿਹੜੇ ਨਾਨ ਵੈਜੀਟੇਰੀਅਨ ਨੂੰ ਜ਼ਿਆਦਾ ਐਗਰੈਸਿਵ ਹੁੰਦੇ ਨੇ, ਪਰ ਮੈਂ ਐਸੇ ਵੈਜੀਟੇਰੀਅਨ ਨੂੰ ਦੇਖੇ ਦੇ ਆਰ ਮੋਰ ਐਗਰੈਸਿਵ ਦੈਨ ਦਾ ਨਾਨ ਵੈਜੀਟੇਰੀਅਨ। ਸੋ ਇਹ ਮੇਰੇ ਖਿਆਲ ਇੰਡੀਵਿਜੂਅਲ ਲੈਵਲ ਤੇ ਹੀ ਤੈਅ ਹੋਣਾ ਚਾਹੀਦਾ ਕੌਣ ਮੀਟ ਖਾਂਦਾ ਕੌਣ ਮੀਟ ਨਹੀਂ ਖਾਂਦਾ। ਇਸ ਨੂੰ ਧਰਮ ਨਾਲ ਜੋੜਨਾ ਠੀਕ ਨਹੀਂ ਹੈ। ਹੁਣ ਸਾਇੰਟੀਫਿਕਲੀ ਕਿਸ ਤਰ੍ਹਾਂ ਸਾਡੇ ਆਰਗਨ ਕਿਸ ਤਰ੍ਹਾਂ ਦੇ ਅਸੀਂ ਹਾਂ, ਦੈਟ ਆਈ ਡੋਂਟ ਨੋ ਕਿ ਵੈਦਰ ਮੈਨ ਸ਼ੁੱਡ ਬੀ ਏ ਮੀਟ ਈਟਰ, ਉਹਦੇ ਆਰਗਨ ਉਸ ਵਾਸਤੇ ਸੂਟੇਬਲ ਹਨ ਜਾਂ ਨਹੀਂ ਹਨ। ਬਟ ਮੀਟ ਇਜ਼ ਅ ਗੁੱਡ ਪ੍ਰੋਟੀਨ ਸਾਇੰਟੀਫਿਕਲੀ,
ਵਿਟਾਮਿਨ B12 ਹੁੰਦੀ ਹੈ ਜਿਹੜੀ ਕਿ ਸਾਨੂੰ ਈਜ਼ੀਲੀ ਪਲਾਂਟ ਲਾਈਫ ਵਿੱਚ ਨਹੀਂ ਮਿਲਦੀ, ਉਹਦੇ ਲਈ ਸਪਲੀਮੈਂਟ ਰਿਕਮੈਂਡ ਕੀਤੇ ਜਾਂਦੇ। ਸੋ ਆਲ ਸੈਡ ਐਂਡ ਡਨ, ਇਟ ਸ਼ੁੱਡ ਬੀ left to the individual who should decide whether meat should be eaten or not. Thank you, sir. ਥੈਂਕ ਯੂ ਜੀ। ਡਾਕਟਰ ਜਸਵੰਤ ਸਿੰਘ ਜੀ ਬੈਠੇ ਹੈ, ਕੀ ਤੁਸੀਂ ਉਹ ਜਿਹੜੀ ਉਹਨਾਂ ਨੇ ਕੁਐਸਚਨ ਰੇਜ਼ ਕੀਤਾ ਕਿ ਸਟਮਕ ਇਜ਼ ਰੈਡੀ ਫॉर ਮੀਟ ਈਟਿੰਗ, ਇਹਦੇ ਬਾਰੇ ਕੁਝ ਕਮੈਂਟ ਕਰ ਸਕਦੇ ਹੋ ਸਾਇੰਟੀਫਿਕਲੀ? ਸਾਇੰਟੀਫਿਕਲੀ ਮੈਨੂੰ ਇਹ ਮੀਟ ਬਾਰੇ ਤਾਂ ਨਹੀਂ ਪਤਾ, ਪਰ ਇੱਕ ਮੈਂ ਸਾਇੰਟੀਫਿਕ ਐਵੀਡੈਂਸ ਕੋਟ ਕਰਦਾ ਇੱਥੇ। ਅੱਜ ਤੋਂ ਕੋਈ 50 ਕੁ ਸਾਲ ਪਹਿਲਾਂ, ਔਰ ਮੈਂ ਇਹ ਨਹੀਂ ਕਹਿ ਸਕਦਾ ਕਿਹੜਾ ਜਰਨਲ ਸੀ, ਮੈਡੀਕਲ ਜਰਨਲ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇੱਕ ਸਟੱਡੀ ਕੀਤੀ ਸੀ ਕਿ ਜਿਹੜੇ ਹਿੰਦੁਸਤਾਨ ਤੋਂ ਵੈਜੀਟੇਰੀਅਨ ਆਉਂਦੇ ਹੈ ਇੰਗਲੈਂਡ 'ਚ, ਇਮੀਗ੍ਰੇਟ ਆਉਂਦੇ ਹੈ, ਉਹ ਉੱਥੇ ਆ ਕੇ ਅਨੀਮਿਕ ਹੋ ਜਾਂਦੇ ਹੈ, ਉਹਨਾਂ 'ਚ ਬਲੱਡ ਕਾਊਂਟ ਘਟ ਜਾਂਦਾ ਹੈ। ਪਰ ਜਿਹੜੇ ਉੱਥੇ ਆਲਰੇਡੀ ਰਹਿ ਰਹੇ ਹੁੰਦੇ ਸੀਗੇ ਉਹ ਉੱਦਾਂ ਹੀ ਰਹਿੰਦੇ ਸੀਗੇ। ਤੇ ਉਹਨਾਂ ਨੇ ਇਹ ਪ੍ਰੂਵ ਕੀਤਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਆਟਾ ਜਾਂ ਲੂਣ ਜਾਂ ਜਿਹੜੀ ਚੀਜ਼ ਵੀ ਆਪਾਂ ਲੈਂਦੇ ਹਾਂ, ਜਦੋਂ ਉਹਨੂੰ ਕ੍ਰਸ਼ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਇੱਧਰ ਉੱਧਰ ਕੋਈ ਛੋਟਾ ਇੱਕ ਅੱਧਾ ਮੱਛਰ ਵੜ ਗਿਆ, ਇਨਸੈਕਟ ਵੜ ਗਿਆ, ਤੇ ਉਹ ਨਾਲ ਕ੍ਰਸ਼ ਹੋ ਜਾਂਦਾ ਸੀ, ਜਿਸ ਕਰਕੇ ਉਹਨਾਂ ਨੂੰ ਵਿਟਾਮਿਨ B12 ਜਿਹੜੀ ਹੈ ਉਹ ਮਿਲ ਜਾਂਦੀ ਸੀ। ਉਹ ਜਦੋਂ ਇੰਗਲੈਂਡ 'ਚ ਆ ਗਏ ਤਾਂ ਉੱਥੇ ਤਾਂ ਫੂਡ ਬਿਲਕੁਲ ਕਲੀਅਰ ਸੀਗਾ, ਦੇਰ ਵਾਜ਼ ਨੋ ਰੀਜ਼ਨ ਫॉर ਦਿਸ ਟੂ ਗੈਟ polluted with any kind of meat substance like ਮੱਛਰ ਵਗੈਰਾ, ਤੇ ਉਹ ਫਿਰ ਉੱਥੇ ਆ ਕੇ ਅਨੀਮਿਕ ਹੋ ਜਾਂਦੇ ਸੀ। ਇਹ ਪ੍ਰੂਵਨ ਸਟੱਡੀ ਹੈ। ਤੇ ਇਹ ਮੈਨੂੰ ਨਹੀਂ ਪਤਾ ਜੀ ਕਿ ਸਾਡਾ ਸਟਮਕ, 2-4 ਗੱਲਾਂ ਤਾਂ ਬੜੀਆਂ ਸਿੰਪਲ ਹੈ ਜੀ। ਜਿਹੜੇ ਅਗਲੇ 4 ਟੀਥ ਹੈ ਸਾਡੇ, ਉਹ ਇਨਸਾਈਜ਼ਰ ਹੈ, ਦੇ ਆਰ ਮੈਂਟ ਟੂ ਕੱਟ, ਤੇ ਤੁਹਾਨੂੰ ਵੈਜੀਟੇਬਲ ਕੱਟਣ ਦੀ ਲੋੜ ਨਹੀਂ ਪੈਂਦੀ। ਆਈ ਡੋਂਟ ਥਿੰਕ ਕਿ ਇਹ ਕੋਈ ਸਾਡੇ ਸਟਮਕ ਵਿੱਚ ਜਾਂ ਇੰਟੈਸਟਾਈਨ ਵਿੱਚ ਕੋਈ ਐਸੀ ਪ੍ਰੋਵੀਜ਼ਨ ਹੈਗੀ ਜਿਹੜੀ ਕਿ ਮੀਟ ਵਾਸਤੇ ਨਹੀਂ, ਉਹਦਾ ਕੋਈ ਪਰਪਸ ਹੈਗਾ, ਇਸ ਕਰਕੇ ਸਾਨੂੰ ਮੀਟ ਨਹੀਂ ਖਾਣਾ ਚਾਹੀਦਾ। ਆਈ ਐਮ ਨਾਟ ਰੀਅਲੀ ਅਵੇਅਰ ਆਫ ਇਟ। ਜੇ ਕਿਸੇ ਨੂੰ ਪਤਾ ਹੋਵੇ ਤਾਂ ਪਤਾ ਨਹੀਂ, ਮੇਰੇ ਹਿਸਾਬ ਨਾਲ ਕੋਈ ਬਹੁਤਾ ਫਰਕ ਨਹੀਂ ਹੈਗਾ। ਸਾਡੀ ਬਾਡੀ ਮੀਟ ਨੂੰ ਉਦਾਂ ਹੀ ਐਕਸੈਪਟ ਕਰਦੀ ਹੈ ਜਿੱਦਾਂ ਕਿ ਨਾਨ ਮੀਟ ਹੁੰਦਾ ਜੀ। ਥੈਂਕ ਯੂ ਡਾਕਟਰ ਸਾਹਿਬ। ਵੈਸੇ ਮੈਂ ਪਹਿਲੇ ਇੱਕ ਕੋਈ ਤਕਰੀਬਨ 25-30 ਸਾਲ ਪਹਿਲਾਂ ਇੱਕ ਰਿਪੋਰਟ ਪੜ੍ਹੀ ਸੀ, ਜਿਹਦੇ ਵਿੱਚ ਉਹ ਕਲੀਅਰ ਸੀ ਕਿ ਸਾਡੇ ਅੰਦਰ ਕੋਈ ਲੇਅਰ ਹੁੰਦੀ ਹੈ ਤੇ ਅੰਦਰ ਜਿਹੜੇ ਐਸਿਡਸ ਹੈ ਉਹ ਬਕਾਇਦਾ ਉਹਨੂੰ ਡਿਜ਼ੋਲਵ ਕਰਨ ਵਿੱਚ ਕੰਮ ਕਰਦੇ ਆ, ਜਦ ਕਿ ਸਾਡੀ ਲੇਅਰ ਨੂੰ ਪੈਪਟਿਕ ਲੇਅਰ ਕੇ ਕੁਝ ਏਦਾਂ, ਮੈਂ ਕਿਉਂਕਿ ਮੈਡੀਕਲ ਦਾ ਸਟੂਡੈਂਟ ਨਹੀਂ ਆ, ਪਰ ਮੈਂ ਪੜ੍ਹਿਆ ਸੀ ਕਿਧਰੇ ਕਿ ਹੁੰਦਾ ਏਦਾਂ ਦੀ, ਤੇ ਇੰਟਰਨਲ ਡਾਈਜੈਸ਼ਨ ਜਿਹੜੀ ਆ ਉਹ ਹੋ ਸਕਦੀ ਆ। ਪਰ ਚਲੋ ਅਸੀਂ ਉਧਰ ਨੂੰ ਬਹੁਤਾ ਨਾ ਜਾਂਦੇ ਹੋਏ ਅਸੀਂ ਵਾਪਸ ਆਈਏ ਆਪਣੀ ਡਿਸਕਸ਼ਨ ਵਿੱਚ। ਜੋਲ ਸਾਹਿਬ ਤੁਸੀਂ ਕੀਤਾ ਜੀ, ਇੱਕ ਮਿੰਟ ਹੋਲਡ ਕਰੋ ਜੀ, ਹੋਲਡ ਕਰੋ, ਵਾਰੀ ਵਾਰੀ ਗੱਲ ਨਹੀਂ ਨਾ ਕਰੋ ਪਲੀਜ਼, ਸਾਰੇ ਅਨਮਿਊਟ ਕਰੋ ਤਾਂ ਕਿ ਸੁਣਾਈ ਨਹੀਂ ਦਿੰਦਾ ਫਿਰ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ। ਡਾਕਟਰ ਪੂਰਨ ਸਿੰਘ ਉਹਨਾਂ ਨੇ ਬੜਾ ਵਧੀਆ ਵਿਚਾਰ ਆਪਣੇ ਰੱਖੇ ਹੈਗੇ ਆ, ਕਈ ਚੀਜ਼ਾਂ ਦਾ ਨਵੀਆਂ ਦਾ ਵੀ ਪਤਾ ਲੱਗਾ। ਇੱਕ ਤਾਂ ਝਟਕੇ ਦੀ ਗੱਲ ਆਈ, ਪਰ ਆਪਣੇ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਲਿਆ ਹਲਾਲ ਨਹੀਂ ਖਾਣਾ, ਉਹ ਤੇ ਕਿਤੇ ਝਟਕਾ ਨਹੀਂ ਲਿਖਿਆ ਆ। ਜੇ ਮੇਰੀ ਇਹ 'ਚ ਮੈਂ ਕਿ ਰੋਂਗ ਹਾਂ ਤਾਂ ਜ਼ਰੂਰ ਇਹਨੂੰ ਕਰੈਕਟ ਕਰ ਦਿਓ। ਦੂਸਰੀ ਗੱਲ ਇਹ ਹੈਗੀ ਆ, ਗੜ੍ਹ ਸ਼ੰਕਰ ਦੇ ਕੋਲ ਇੱਕ ਪਿੰਡ ਆ ਅਕਾਲਗੜ੍ਹ, ਉਸ ਗੁਰਦੁਆਰੇ ਦੇ 6ਵੇਂ ਪਾਤਸ਼ਾਹ ਦਾ ਗੁਰਦੁਆਰਾ, ਉਸ ਗੁਰਦੁਆਰੇ ਦੇ ਵਿੱਚ ਬੱਕਰੇ ਝਟਕੇ ਜਾਂਦੇ ਆ ਔਰ ਲੰਗਰ ਦੇ ਵਿੱਚ ਮੀਟ ਵਰਤਾਇਆ ਜਾਂਦਾ। ਇਹਦੇ ਬਾਰੇ ਜੇ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ, ਡਾਕਟਰ ਪੂਰਨ ਸਿੰਘ ਜੀ। ਹੁਣ ਮੈਂ ਇੱਕ ਦੋ ਗੱਲ ਜਿਹੜੀ ਨੇ ਕਹੀਆਂ, ਮੈਂ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਲੁਧਿਆਣੇ ਦੇ ਨੇ, ਸਿੱਖ ਸਟੱਡੀ ਗੁਰੂ ਗੋਬਿੰਦ ਸਿੰਘ ਸਿੱਖ ਸਟੱਡੀ ਸਰਕਲ ਦੇ, ਤੇ ਉਹਨਾਂ ਨੇ ਕਿਤਾਬ ਪੁਸਤਕ ਬਾਰੇ ਵਿਚਾਰ ਕਰਦਾ ਸੀ, ਤੇ ਮੈਂ ਉਹਨੂੰ ਪੁੱਛਿਆ ਸੀ, ਉਹ ਜਿਵੇਂ ਪਹਿਲਾਂ ਦੱਸਿਆ ਵੀ ਉਹ ਲੰਗਰ 'ਚ ਮਾਸ ਬਣਦਾ ਵਾ ਪੰਜਾਬ ਤੋਂ ਬਾਹਰ, ਤੇ ਉਹ ਜਦੋਂ ਕਿਤੇ ਵੀਡੀਓ ਦੇਖੀ WhatsApp ਤੇ, ਮੈਂ ਵੀ ਉੱਥੇ ਦੇਖਿਆ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਉੱਥੇ ਫੋਨ ਕਰਕੇ ਵੀ ਇਹ ਕੀ ਗੱਲ ਆ ਮਾਜਰਾ, ਉਹ ਕਹਿੰਦੇ ਉੱਥੇ ਬਹੁਤ ਰਵਾਇਤ ਆ ਪੁਰਾਣੀ ਉਹਨਾਂ ਲੋਕਾਂ 'ਚ, ਉਹ ਹਮੇਸ਼ਾ ਨਹੀਂ ਬਣਦਾ, ਪਰ ਉਹ ਲੰਗਰ ਵਿੱਚ ਮਾਸ ਬਣਾਉਂਦੇ ਨੇ, ਸਰਵ ਕਰਦੇ ਨੇ। ਤੇ ਜਿਹੜੀ ਚੀਜ਼ ਇਹਨਾਂ ਨੇ ਕਿਹਾ ਉਹਦੇ ਬਾਰੇ ਮੈਨੂੰ ਨਹੀਂ ਪਤਾ, ਜਿਵੇਂ ਅਕਾਲਗੜ੍ਹ ਜਿਵੇਂ ਦੱਸਿਆ ਇਹਨਾਂ ਨੇ, ਗੜ੍ਹ ਸ਼ੰਕਰ ਨੇੜੇ, ਉਹ ਤਾਂ ਉਸ ਤੋਂ ਉੱਥੇ ਸੰਪਰਕ ਕੀਤਾ ਜਾ ਸਕਦਾ, ਉਹਨਾਂ ਨੂੰ ਪੁੱਛਿਆ ਜਾ ਸਕਦਾ
ਬੈਕਗ੍ਰਾਉਂਡ। ਤੇ ਬਾਕੀ ਜਿੱਥੋਂ ਤੱਕ ਆਉਂਦਾ ਸਾਡੇ ਸਰਦਾਰ ਨੇ ਬਹੁਤ ਤਗੜੇ ਤਗੜੇ, ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਤੇ ਗੁਰੂ ਸਾਹਿਬ ਨੂੰ ਵੀ ਮਿਲੇ ਗੁਰੂ ਸਾਹਿਬ ਦੇ ਹੱਥਾਂ 'ਚ, ਚੜ੍ਹ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਇਹ ਸਾਰੇ ਮਾਸ ਖਾਂਦੇ ਸੀ। ਸ਼ਾਮ ਸਿੰਘ ਅਟਾਰੀ ਵਾਲੇ ਸਾਰੇ ਮਾਸ ਖਾਂਦੇ ਸੀ। ਇਹ ਸਾਡੇ ਸਿੱਖ ਸਮਾਜ ਦੇ ਅੰਦਰ ਕੋਈ ਵਹਿਮ ਪ੍ਰਸਤੀ ਨਹੀਂ ਸੀ। ਇਹ ਵਹਿਮ ਪ੍ਰਸਤੀ ਬਹੁਤ ਨਵੀਂ ਉਤਪੰਨ ਹੋਈ ਹੈ, ਇਹ ਨਵਾਂ ਭਰਮ ਪਾਲਿਆ ਜਾ ਰਿਹਾ। ਤੇ ਇਹ ਸਾਡਾ ਇਹ ਵੀ ਨਹੀਂ ਹੈਗਾ ਵੀ ਧਰਮ ਦਾ ਅੰਗ ਨਹੀਂ ਹੈ, ਪਰ ਲੋਕਾਂ ਦੀ ਖੁਰਾਕ ਦਾ ਅੰਗ ਸੀ ਮਾਸ। ਬਾਕੀ ਜਿੱਥੋਂ ਪਹਿਲਾਂ ਆਪਣੇ ਡਾਕਟਰ ਗੁਰਨਾਮ ਸਿੰਘ ਨੇ ਗੱਲ ਕਹੀ, ਪਿੰਡਾਂ 'ਚ ਜਦੋਂ ਕਦੇ ਦੀਵਾਲੀ ਲੋਹੜੀ ਹੁੰਦੀ ਸੀ ਤਾਂ ਬੱਕਰਾ ਝੜਕਦੇ ਸੀ, ਕਿਤੇ ਉਹ ਹੋਕਾ ਵੀ ਦਿੰਦੇ ਪਿੰਡ 'ਚ ਵੀ ਫਲਾਣੇ ਤੋਂ ਬੱਕਰਾ ਤਿਆਰ ਹੋਇਆ। ਸਾਨੂੰ ਵੀ ਯਾਦ ਹੈ ਵੀ ਸਾਲ 'ਚ 1-2 ਵਾਰੀ ਕਿਤੇ ਮਸਾਂ ਲੈ ਕੇ ਆਉਂਦੇ ਸੀ, ਅਫੋਰਡ ਨਹੀਂ ਸੀ ਕਰਦੇ। ਤੇ ਜਿਵੇਂ ਆਪਾਂ ਚਾਈਨਾ ਬਾਰੇ ਗੱਲ ਕੀਤੀ ਹੈ ਵੀ ਚਾਈਨਾ 'ਚ ਪਹਿਲਾਂ ਗਊ ਮਾਸ ਨਹੀਂ ਸੀ ਖਾਂਦੇ, ਤੇ ਜਿਉਂ ਦੀ ਲੋਕਾਂ ਦੀ ਆਰਥਿਕਤਾ ਹੋਈ ਹੈ, ਗਰੀਬੀ ਸੀ ਉੱਥੇ, ਹੁਣ ਉੱਥੇ ਗਊ ਮਾਸ ਆਮ ਖਾਧਾ ਜਾਂਦਾ। ਤੇ ਜਿਹੜਾ ਜਿਹੜੇ ਤੁਸੀਂ ਕਹਿੰਦੇ ਵੀ ਤਰ੍ਹਾਂ ਤਰ੍ਹਾਂ ਦੇ ਇਲਾਕੇ ਮੁਤਾਬਕ ਕਿਵੇਂ ਕੀਤਾ, ਕਿਸੇ ਨੇ ਸ਼ੁਰੂ ਕਰਤਾ, ਉਹ ਵਹਿਮ ਪ੍ਰਸਤੀ ਜਾਂ ਕੋਈ ਬਲੀ ਕਰਕੇ ਕਿਸੇ ਨੇ ਕੀਤਾ। ਉਹ ਜਿਵੇਂ ਹੁਣ ਅਸੀਂ ਕਹਿੰਦੇ ਆ ਉੱਥੇ ਇੱਕ ਬੜਾ ਕੋਈ ਬਠਿੰਡੇ 'ਚ ਗੁਰਦੁਆਰਾ ਹੈਗਾ, ਉੱਥੇ ਉਹ ਜਾਤ ਪਾਤ ਦੀ ਕੱਟੜਤਾ ਇੰਨੀ ਆ, ਜਿਹੜੇ ਦਲਿਤ ਪਰਿਵਾਰ ਨੇ ਉਹਨਾਂ ਨੂੰ ਉਸੇ ਦਰਵਾਜ਼ੇ ਤੇ ਨਹੀਂ ਬਣ ਦਿੱਤਾ ਜਾਂਦਾ। ਇਹ ਆਪਣੇ ਆਪਣੇ ਵਹਿਮ ਪੈਦਾ ਕੀਤੇ ਜਾਂਦੇ ਨੇ, ਪਰ ਅਸੀਂ ਅਲਟੀਮੇਟ ਦੇਖਣਾ ਵੀ ਇਹਨੂੰ ਇਹ ਧਰਮ ਦਾ ਅੰਗ ਨਾ ਬਣਾਇਆ ਜਾਵੇ। ਮਾਸ ਖਾਣਾ ਜਾਂ ਨਹੀਂ ਖਾਣਾ ਇਹ ਇੱਕ ਖੁਰਾਕ ਦਾ ਹਿੱਸਾ, ਤੇ ਇਹਨੂੰ ਖੁਰਾਕ ਦਾ ਹਿੱਸਾ ਹੀ ਰਹਿਣ ਦਿੱਤਾ ਜਾਵੇ। ਇਹ ਹਰ ਇੱਕ ਬੰਦੇ ਦਾ ਨਿੱਜੀ ਫੈਸਲਾ, ਉਹ ਖਾਣਾ ਚਾਹੁੰਦਾ ਨਹੀਂ ਖਾਣਾ ਚਾਹੁੰਦਾ। ਜਿੱਥੇ ਤੱਕ ਡਾਕਟਰ ਸਾਹਿਬ ਪਹਿਲਾਂ ਬੋਲੇ ਆਪਣੇ ਦੰਦਾਂ ਦੀ ਗੱਲ ਕੀਤੀ, ਪਰ ਉਹਦੇ ਵਿੱਚ ਇਹ ਵੀ ਹੈਗਾ ਵੀ ਅਸੀਂ ਜਿਹੜਾ ਕੱਚਾ ਮਾਸ ਨਹੀਂ ਖਾਂਦੇ, ਸਾਨੂੰ ਤਿੱਖੇ ਦੰਦਾਂ ਦੀ ਲੋੜ ਨਹੀਂ। ਜਿਵੇਂ ਹੋਰ ਅਸੀਂ ਗੱਲਾਂ ਕਰਦੇ ਹਾਂ, ਅਸੀਂ ਮਾਸ ਜਾਂ ਤਾਂ ਕੋਈ ਸੂਪ ਬਣਾ ਕੇ ਖਾਂਦੇ ਨੇ, ਉਹੀ ਘੁਲ ਜਾਂਦਾ। ਅੱਜ ਕੱਲ੍ਹ ਜਿਵੇਂ ਹੁੰਦਾ ਪ੍ਰੈਸ਼ਰ ਕੁੱਕਰ 'ਚ ਮਾਸ ਉਸ ਤਰ੍ਹਾਂ ਘੁਲ ਜਾਂਦਾ। ਉਹਦੇ ਵਿੱਚ ਸਾਨੂੰ ਚਬਾਉਣ ਦੀ ਵੀ, ਚਿੱਥਣ ਦੀ, ਉਹ ਦੰਦਾਂ ਦਾ ਬੜਾ ਪ੍ਰਯੋਗ ਕਰਨ ਦੀ ਲੋੜ ਨਹੀਂ ਪੈਂਦੀ। ਹਾਂ, ਜੇ ਕੱਚਾ ਮਾਸ ਖਾਣਾ ਕਿਸੇ ਨੇ, ਉਹਦੇ ਲਈ ਤੁਹਾਡੇ ਦੰਦਾਂ ਦਾ ਉਹ ਤਿੱਖੇ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਅੰਦਰ ਮਿਹਦੇ ਦੀ ਗੱਲ ਆ, ਸਾਇੰਟੀਫਿਕਲੀ ਜਿਵੇਂ ਇਹਨੇ ਦੱਸਿਆ ਵੀ ਮੈਂ ਇਹਦੇ ਬਾਰੇ ਸਟੱਡੀ ਹੋਰ ਦੀ ਲੋੜ ਆ, ਵੀ ਹਾਲ ਤੱਕ ਨਹੀਂ ਸੁਣਿਆ, ਕਿਉਂਕਿ ਬਹੁਤ ਜ਼ਿਆਦਾ ਦੁਨੀਆ ਮਾਸ ਖਾਂਦੀ ਆ। ਖਾਸ ਕਰਕੇ ਜਿਹੜਾ ਸੀ ਫੂਡਸ ਆ, ਜਿਵੇਂ ਕੋਰੀਅਨ ਲੋਕ ਆ, ਜੈਪਨੀਜ਼ ਆ, ਚਾਈਨੀਜ਼ ਆ, ਥਾਈਲੈਂਡਸ ਆ। ਹੁਣ ਤਾਂ ਡਾਕਟਰਾਂ ਨੇ ਇਹ ਗੱਲ ਕਹੀ ਵੀ ਜਿਹੜੇ ਲੋਕ ਸੀ ਫੂਡ ਜ਼ਿਆਦਾ ਖਾਂਦੇ ਨੇ ਉਹਨਾਂ ਨੂੰ ਹਾਰਟ ਪ੍ਰੋਬਲਮ ਘੱਟ ਆ। ਇਹ ਸਟੱਡੀ ਆਈ ਆ ਵੀ ਜਿਹੜੇ ਸੀ ਫੂਡ ਜ਼ਿਆਦਾ ਖਾਂਦੇ ਨੇ। ਹੁਣ ਅਸੀਂ ਦੇਖਦੇ ਆ ਜਿਹੜੇ ਮੱਛੀ ਦੇ ਕੈਪਸੂਲ ਆ, ਹੁਣ ਡਾਕਟਰ ਸਾਨੂੰ ਕਾਰਡੀਓਲੋਜਿਸਟ ਉਹ ਵੀ ਸਾਨੂੰ ਰਿਕਮੈਂਡ ਕਰਦੇ ਨੇ, ਜੇ ਮੱਛੀ ਨਹੀਂ ਖਾਂਦੇ ਜਾਂ ਮੱਛੀ ਖਾ ਲਓ, ਜੇ ਮੱਛੀ ਨਹੀਂ ਖਾਂਦੇ ਤੁਸੀਂ ਉਹ ਕੈਪਸੂਲ ਖਾ ਲਿਆ ਕਰੋ। ਇਹਦਾ ਮਤਲਬ ਕੋਈ ਬੈਨੀਫਿਟਸ ਹੈਗੇ। ਆਪਾਂ ਮੱਛੀ ਦਾ ਤੇਲ ਦਿੰਦੇ ਰਹੇ, ਮੱਛੀ ਦਾ ਤੇਲ ਬੜਾ ਮਹਿੰਗਾ ਹੁੰਦਾ ਸੀ ਬਿਮਾਰਾਂ ਲਈ, ਇਸ ਕਰਕੇ ਇਹਨੂੰ ਫਿਰ ਵੀ ਇਸ ਤਰ੍ਹਾਂ ਨਾ ਆਪਾਂ ਪ੍ਰੂਵ ਕਰੀਏ, ਪਰ ਇਹ ਇੱਕ ਖੁਰਾਕ ਦਾ ਹਿੱਸਾ ਹੀ ਰਹਿਣ, ਧਰਮ ਦਾ ਅੰਗ ਨਾ ਬਣਾਈਏ। ਮੇਰਾ ਤਾਂ ਇਹ ਠੀਕ ਹੈ ਜੀ। ਕੇਸਰ ਸਿੰਘ ਜੀ। ਭਾਈ ਖਾਲਸਾ ਵਾਹਿਗੁਰੂ ਫਤਿਹ ਜੀ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਬੜਾ ਕੁਝ ਦੱਸਿਆ ਹੈਗਾ। ਜਿਹੜੀ ਮੇਰਾ ਤੇ ਇੱਕ ਸਵਾਲ ਹੈਗਾ, ਇੱਕ ਤਾਂ ਜਿਹੜਾ ਹੈਗਾ ਨਾ ਤੀਰਥ ਰਾਮ ਜੰਡੀ ਸਿੰਘ ਦੀ ਕਿਤਾਬ ਪਈ ਆਪਣੇ ਕੋਲ, ਉਹਦੇ ਵਿੱਚ ਉਹ ਲਿਖਦਾ ਕਿ ਜਿਹੜੇ ਬਾਹਮਣ ਹੈਗੇ ਸੀਗੇ ਉਹ ਗਊ ਵੱਧ ਕਰਦੇ ਸੀਗੇ। ਗਊ ਵੱਧ ਕਰਨ ਦਾ ਉਹਨਾਂ ਦਾ ਵਿਧਾਨ ਸੀਗਾ, ਜੇ ਗਊ ਵੱਧ ਨਾ ਜਨ ਕੀਤੀ ਹੋਵੇ ਤਾਂ ਉਹ ਜੱਗ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਹੁੰਦਾ। ਤੀਰਥ ਰਾਮ ਜੰਡੀ ਸਿੰਘ ਲਿਖਦੇ ਹੈਗੇ ਆ। ਬਾਕੀ ਜਿਹੜੀ ਗੱਲ ਹੈਗੀ ਆ ਮੀਟ ਦੀ ਜਾਂ ਗੁਰਦੁਆਰੇ 'ਚ ਨਾਮ ਬਣਦੀ, ਉਹ ਹੈਗੀ ਆ ਜਿਹੜੀ ਦੱਸੀ ਦਿੱਤੀ ਗੱਲ ਅੱਗੇ। ਲਸਣ ਵੀ ਇਸੇ ਕਰਕੇ ਨਹੀਂ ਸੀ ਵਰਤਿਆ ਜਾਂਦਾ, ਗੰਢਾ ਕੱਟ ਕੇ ਦੇ ਦਿੱਤਾ ਜਾਂਦਾ ਸੀ, ਕਿਸੇ ਲੈਣਾ ਤਾਂ ਲੈਣਾ, ਕਿਉਂਕਿ ਇਹ ਜਿਹੜਾ ਹੈਗਾ ਸੀ ਕਿਸੇ ਧਰਮ ਨੂੰ ਠੇਸ ਨਾ ਪਹੁੰਚੇ। ਬੰਦਾ ਭੁੱਖਾ ਹੋਵੇ, ਲੰਗਰ ਛਕਣਾ, ਉਹਨੂੰ ਪਤਾ ਹੋਵੇ ਕਿ ਮੈਂ ਛਕ ਸਕਦਾ ਹੈਗਾ। ਸਰੀ ਦੇ ਵਿੱਚ ਕਈ ਜਾਣ ਦਾ ਮੌਕਾ ਮਿਲਿਆ ਤੇ ਉਸ ਬੰਦੇ ਨੇ ਉੱਥੇ ਆਇਆ ਸੀਗਾ, ਉਹਦਾ ਇਸ ਕਰਕੇ ਉਹ ਮੀਟ ਨਹੀਂ, ਲਸਣ ਵੀ ਨਹੀਂ ਸੀ ਖਾਂਦਾ। ਜਿੱਦਾਂ ਉਹਨੇ ਖੀਰ ਖਾ ਲਈ, ਖੀਰ ਨਾਲ ਰੋਟੀ ਖਾ ਲਈ, ਉਹਨੂੰ ਕੋਈ ਦਾਲ ਸਬਜ਼ੀ ਵੀ ਨਹੀਂ ਖਾਧੀ, ਕਿਉਂਕਿ ਲਸਣ ਪਾਇਆ ਸੀ ਵਿੱਚ ਉਹਦੇ। ਇਸ ਕਰਕੇ ਕਈ ਚੀਜ਼ਾਂ ਇਸ ਕਰਕੇ ਹੈਗਾ ਕਿ ਕੋਈ ਬੰਦਾ ਆਵੇ ਉਹਦੇ ਧਰਮ ਨੂੰ ਠੇਸ ਨਾ ਪਹੁੰਚੇ, ਲੰਗਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀਗਾ, ਨਹੀਂ ਹੈਗਾ। ਦੂਜੀ ਗੱਲ ਡਾਕਟਰ ਸਾਹਿਬ ਇੱਕ ਚੀਜ਼ ਹੋਰ ਆ, ਮੈਨੂੰ ਸਮਝਾ ਦਿਓ, ਕੁਐਸਚਨ ਬਾਰੇ ਥੋੜ੍ਹਾ ਜਿਹਾ ਕਲੀਅਰ ਕਰ ਦਿਓ, ਕੁਐਸਚਨ ਕਹਿੰਦੇ ਕਿਹਨੂੰ ਹੈਗੇ ਆ, ਮੈਂ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਹਾਲੇ ਤੱਕ। ਬਸ ਇੰਨੇ ਮੇਰੇ ਸਵਾਲ ਸੀ, ਇਹ ਸਾਰੇ ਸਵਾਲ ਹੈ, ਬਾਕੀ ਦਾ ਤੁਸੀਂ ਕਰ ਸਕਦੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ।
ਜੀ ਡਾਕਟਰ ਸਾਹਿਬ ਕੁਝ ਕਹਿਣਾ ਹਾਂਜੀ ਹਾਂਜੀ। ਇਹ ਜਿਹੜੇ ਕੋਸ਼ਰ ਤਾਂ ਉਹੀ ਆ, ਜੇ ਇਹਦੇ ਅੱਖਰੀ ਅਰਥ ਦੇਖੇ ਜਾਣ, ਕੋਸ਼ਰ ਤੇ ਹਲਾਲ ਦੇ ਅੱਖਰੀ ਅਰਥ ਇੱਕੋ ਹੀ ਨੇ, ਕਿਉਂਕਿ ਹੀਬਰੂ ਬੋਲੀ ਦਾ ਸ਼ਬਦ ਹੈ ਇਹ। ਜਿਵੇਂ ਹਲਾਲ ਕਹਿੰਦੇ ਖਾਣ ਯੋਗ, ਤੇ ਕੋਸ਼ਰ ਦੇ ਅਰਥ ਵੀ ਉਹੀ ਨੇ। ਤੇ ਇਹਨੂੰ ਕੋਸ਼ਰ ਦਾ ਅਰਥ ਅਸੀਂ ਪ੍ਰਚਲਿਤ ਕਰਤਾ। ਇਹਨੂੰ ਇਹ ਜਿਹਦੀ ਵਿਆਖਿਆ ਕੀਤੀ ਹੈ ਕੈਸ਼ਰੁਤ ਨਿਜ਼ਮ, ਇਹਨਾਂ ਦੇ ਪ੍ਰਿੰਸੀਪਲ ਆ ਆਪਣੇ, ਉਹਦੇ ਅਨੁਸਾਰ ਤਿਆਰ ਕੀਤਾ ਜਾਂਦਾ। ਜਿਹੜੀ ਖੁਰਾਕ ਹਾਲਾਖੋਰ ਅਨੁਸਾਰ ਖਾਣ ਯੋਗ ਹੋਵੇ ਉਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕੋਸ਼ਰ ਆਖਿਆ ਜਾਂਦਾ ਹੈ। ਕੋਸ਼ਰ ਹੀਬਰੂ ਬੋਲੀ ਦਾ ਉਲਥਾਇਆ ਰੂਪ ਹੈ, ਜਿਸ ਦਾ ਭਾਵ ਯੋਗ ਜਾਂ ਠੀਕ ਹੈ। ਬਸ ਇਹਦਾ ਹੀ ਅਰਥ ਆ। ਬਾਕੀ ਜਿਹੜਾ ਇਹਨਾਂ ਦਾ ਪ੍ਰਕਿਰਿਆ ਜਾਂ ਬਣਾਉਣ ਦਾ ਤਰੀਕਾ ਤਕਰੀਬਨ ਉਹ ਹਲਾਲ ਹੋ ਹੀ ਆ। ਤੇ ਹਲਾਲ ਵਾਲੇ ਉਹ ਬਿਸਮਿਲ੍ਲਾ ਅੱਲਾ ਦਾ ਨਾਮ ਲੈਂਦੇ ਨੇ, ਤੇ ਇਹਨਾਂ ਦਾ ਵੀ ਜਿਹੜਾ ਹੈਗਾ ਯਹੂਦੀ ਹੋਣਾ ਚਾਹੀਦਾ। ਬਈ ਇੰਨੇ ਫਰਕ ਆ, ਹੋਰ ਨਹੀਂ ਕੋਈ ਫਰਕ। ਠੀਕ ਹੈ ਜੀ। ਕੁਇਕਲੀ ਸੈਕੰਡ ਚਾਂਸ ਬਾਸੀ ਸਾਹਿਬ, ਕੁਇਕਲੀ ਕਰੀਏ। ਹਾਂ ਵੀਰ ਜੀ, ਮੇਰਾ ਤੇ ਬਹੁਤ ਸਿੰਪਲ ਜਿਹਾ ਕਮੈਂਟ ਸੀ, ਜਿਹੜਾ ਪਹਿਲਾਂ ਆਪਣੇ ਵੀਰ ਨੇ ਕਿਸੇ ਨੇ ਸਵਾਲ ਕੀਤਾ ਕਿ ਸਾਡਾ ਹਿਊਮਨ ਸਟੋਮਕ ਮੀਟ ਨੂੰ ਹਜ਼ਮ ਕਰਨ ਲਈ ਨਹੀਂ ਬਣਿਆ। ਮੈਂ ਸਿਰਫ ਇਹ ਕਮੈਂਟ ਕਰਨਾ ਸੀ, ਜਿਹੜੇ ਸਾਡੇ ਮਲਟੀਪਲ ਜਨਰੇਸ਼ਨਸ ਪਹਿਲਾਂ ਹਿਊਮਨ ਐਂਸੈਸਟਰਸ ਸੀਗੇ, ਉਹ ਸ਼ਿਕਾਰ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਸੀ। ਹਾਲੇ ਉਦੋਂ ਕਣਕਾਂ ਤੇ ਆਲੂ ਨਹੀਂ ਸੀ ਇੰਨੇ ਆਏ, ਤੇ ਉਸ ਵੇਲੇ ਜੇ ਉਹਨਾਂ ਦਾ ਸਟਮਕ ਸ਼ਿਕਾਰ ਕਰਕੇ ਹੀ ਖਾਂਦੇ ਸੀ ਤੇ ਉਹਨਾਂ ਦਾ ਡੈਫੀਨਿਟਲੀ ਸਟਮਕ ਇਹਨੂੰ ਅਬਜ਼ੌਰਬ ਕਰਦਾ ਸੀ। ਐਂਡ ਵੀ ਆਰ ਕਮਿੰਗ ਫਰੋਮ ਦੈਟ ਐਂਗਲ, ਸੋ ਇਟ ਅਪੀਅਰਸ ਕਿ ਹਿਊਮਨ ਸਟਮਕ ਇਜ਼ ਮੇਡ ਫॉर ਡਾਈਜੈਸਟਿੰਗ ਮੀਟ। आपका बहुत धन्यवाद। ਥੈਂਕ ਯੂ ਜੀ। ਜਸਬੀਰ ਸਿੰਘ ਜੀ ਤੇ ਫਿਰ ਜੋਗਿੰਦਰ ਸਿੰਘ ਜੀ। ਹਾਂਜੀ, ਮੈਂ ਤਾਂ ਇੱਕੋ ਗੱਲ ਐਡ ਕਰਨ, ਸਲਾਮ ਸੁਣੀ ਪੁੱਛਦੇ ਸੀਗੇ, ਆਪਣੀ ਰਹਿਤ ਮਰਜ਼ਾਦਾ ਦੇ ਵਿੱਚ ਹਲਾਲ ਸ਼ਬਦ ਨਹੀਂ ਲਿਖਿਆ ਆ, ਉੱਥੇ ਕੁੱਠਾ ਲਿਖਿਆ ਆ। ਤੇ ਇਸੇ ਹੀ ਸ਼ਬਦ ਕਰਕੇ ਆਪਣੇ ਕਈਆਂ ਜਥੇਬੰਦੀਆਂ 'ਚ ਉਹਦੇ ਅਰਥ ਹੋਰ ਕੱਢੇ ਜਾਂਦੇ ਆ ਵੀ ਇੱਥੇ ਇਹਦਾ ਮਤਲਬ ਮਾਸ ਨਹੀਂ ਆ। ਜਿਹੜਾ ਮਾਸ ਖਾਣ ਦੇ ਵਿਰੁੱਧ ਬੋਲਦੇ ਆ, ਉਹ ਕੁੱਠੇ ਦੇ ਅਰਥ ਹੋਰ ਕੱਢਦੇ ਆ। ਦੂਸਰੀ ਗੱਲ, ਜਿਹੜਾ ਨੇ ਗੱਲ ਕੀਤੀ ਨਾ ਅਕਾਲਗੜ੍ਹ ਦੀ, ਮੈਨੂੰ ਉਹਦਾ ਪਰਸਨਲੀ ਪਤਾ ਕਿ ਸਾਡੀ ਉਹ ਭੂਆ ਦਾ ਪਿੰਡ ਸੀ। ਮੈਂ ਉੱਥੇ ਛੋਟਾ ਜਾਂਦਾ ਹੁੰਦਾ ਸੀ, ਛੋਟਾ ਜਿਹਾ ਗੁਰਦੁਆਰਾ ਸੀ, ਉੱਥੇ ਬੱਕਰੇ ਵੱਢਦੇ ਸੀ ਵੀ ਬੱਕਰਾ ਏਦਾਂ ਨਾ ਵੱਢਿਆ ਜਾਂਦਾ। ਉੱਥੇ ਉਹ ਪਿੰਡ ਦੇ ਲੋਕ ਜਾਂ ਆਲੇ ਦੁਆਲੇ ਦੇ ਲੋਕ ਉੱਥੇ ਸੁਖਣਾ ਸੁਖਦੇ ਸੀ, ਕਹਿੰਦੇ ਜੀ ਅਸੀਂ ਇੱਥੇ ਬੱਕਰਾ ਚੜਾਵਾਂਗੇ। ਉਹਨੇ ਕੀ ਕਰਨਾ, ਉੱਥੇ ਲਿਆ ਕੇ ਇੱਕ ਛੇਲਾ ਛੱਡ ਦੇਣਾ, ਉੱਥੇ ਬਾਹਰ ਚੁਗਦਾ ਫਿਰਨਾ, ਕੋਈ ਲੋਕ ਕੁਛ ਨਹੀਂ ਕਹਿੰਦੇ ਹੁੰਦੇ ਉਹਨੂੰ। ਜਦੋਂ ਉਹਨੇ ਉਹ ਦਿਨ ਮਤਲਬ ਕਰਕੇ ਅਰੇਂਜ, ਉਦੋਂ ਗੁਰਦੁਆਰੇ ਉਹ ਵੱਢਦੇ ਸੀ ਛੇਲੇ ਨੂੰ, ਬੱਕਰੇ ਨੂੰ। ਮੇਰਾ ਮਤਲਬ ਕਹਿਣ ਦੇ ਸੀ ਉਹ ਵੀ ਉੱਥੇ ਬਲੀ ਦਿੰਦੇ ਸੀ ਸੁਖਣਾ ਸੁੱਖ ਕੇ। ਕਹਿੰਦੇ ਸੀ ਅਸੀਂ ਵੀ ਮਤਲਬ ਦੂਸਰਾ ਨਾਂ ਉਹਦਾ ਇਹੀ ਸੀਗਾ ਵੀ ਉਹ ਸੁਖਣਾ ਤੋਂ ਬਾਅਦ ਉੱਥੇ ਵੱਢੇ ਜਾਂਦੇ ਬੱਕਰਾ, ਆਮ ਨਾ ਸੀ ਵੱਢਦੇ। ਇਹ ਤਾਂ ਮੈਂ ਉਹ ਦੱਸਣਾ ਵੀ ਮੈਨੂੰ ਉਹਦੇ ਬਾਰੇ ਆਪਣੇ ਦੇਖਿਆ ਮੈਂ ਉੱਥੇ ਕੀ ਕਰਦੇ ਸੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਤੁਹਾਡਾ। ਜੋਗਿੰਦਰ ਸਿੰਘ ਜੀ। ਹਾਂਜੀ, ਮੈਂ ਤਾਂ ਇੱਕ ਸਾਇੰਟੀਫਿਕਲੀ ਤੁਸੀਂ ਕਹਿੰਦੇ ਕੋਈ ਇਹਦੇ ਬਾਰੇ ਜਿਹੜਾ ਵੀ ਖਾ ਕੇ ਹਜਮ ਜਾਂ ਕੋਈ ਗੱਲ ਉਹ ਪੇਟ ਲਈ ਠੀਕ ਆ, ਜਾਂ ਮੈਂ ਇੱਕ ਇਹਦੇ ਬਾਰੇ ਉਹ ਪੜ੍ਹਿਆ ਸੀ, ਤੁਸੀਂ ਗੂਗਲ ਤੇ ਹੁਣ ਵੀ ਦੇਖ ਸਕਦੇ ਆ, ਵੀ ਉਹਦੇ ਵਿੱਚ ਜਿਹੜਾ ਬਲੱਡ ਗਰੁੱਪ ਆ, ਕੁਛ ਬਲੱਡ ਗਰੁੱਪ ਜਿਹੜੇ ਆ, ਜਿੱਦਾਂ ਬਲੱਡ ਗਰੁੱਪ O ਨੂੰ ਉਹ ਕਹਿੰਦੇ ਆ ਕਿ ਜਿਹੜਾ ਉਹਦੇ ਲਈ ਮੀਟ ਇਹ ਖਾਣਾ ਬਹੁਤ ਉਹਨੂੰ ਬਹੁਤ ਲਾਭਕਾਰੀ ਆ, ਜਾਂ ਕਿਸੇ ਨੂੰ ਜ਼ਿਆਦਾ ਆ, ਕਿਸੇ ਨੂੰ ਇਹ ਚੀਜ਼ ਆ ਜ਼ਿਆਦਾ, ਤੇ ਉਹਦੇ ਵਿੱਚ ਉਸੇ ਹਿਸਾਬ ਨਾਲ ਇਹਨੂੰ ਖੁਰਾਕ ਦੇ ਹਿਸਾਬ ਨਾਲ ਮਤਲਬ ਵਰਤਣਾ ਚਾਹੀਦਾ। ਬਾਕੀ ਉਹਦੇ ਵਿੱਚ ਜਾਂ ਹੋਰ ਕੋਈ ਏਦਾਂ ਦੀ ਗੱਲ ਨਹੀਂ ਆ ਮੇਰਾ ਖਿਆਲ। ਠੀਕ ਹੈ, ਥੈਂਕ ਯੂ ਜੀ। ਕਮੈਂਟ ਸੀ ਬਾਸੀ ਸਾਹਿਬ ਦੀ। ਮੈਂ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਥੋੜਾ ਜਿਹਾ, ਜਿਹੜੀ ਉਹਨਾਂ ਨੇ ਕਹੀ ਤੇ ਕਿਸੇ ਇੰਦਰਬੀਰ ਨੇ ਵੀ ਮੈਨੂੰ ਰਿਮਾਈਂਡ ਕਰਾਇਆ। ਉਹ ਇਹ ਹੈ ਕਿ ਜਦੋਂ ਜਿਹੜੇ ਪਹਿਲੇ ਸੱਜਣ ਸੀ, ਬਿਫੋਰ ਦੀ ਫਾਇਰ ਦੀ ਇਨਵੈਂਸ਼ਨ ਤੋਂ ਪਹਿਲਾਂ ਜ਼ਿਆਦਾਤਰ ਸਾਡੇ ਐਂਸੈਸਟਰਸ ਫਰੂਟ ਤੇ ਵੈਜੀਟੇਬਲਸ ਤੇ ਜਾਂ ਵੈਜੀਟੇਸ਼ਨ ਤੇ ਹੀ ਡਿਪੈਂਡੈਂਟ ਜ਼ਿਆਦਾ ਸੀਗੇ। ਫਾਇਰ ਦੀ ਇਨਵੈਂਸ਼ਨ ਤੋਂ ਬਾਅਦ ਜਿਹੜਾ ਮਾਸ ਦੀ ਕੁਕਿੰਗ ਤੇ ਹੋਰ ਕੁਕਿੰਗ ਸ਼ੁਰੂ ਹੋਈ,
ਮੈਂ ਕਿਹਾ ਜਦੋਂ ਅਸੀਂ ਹਿਸਟਰੀ ਆਫ ਮੈਨਕਾਈਂਡ ਪੜ੍ਹਦੇ ਹਾਂ ਉਹਦੇ ਵਿੱਚ ਅੰਬੇਡਕਰ ਮੈਂਸ਼ਨ ਆਉਂਦਾ ਹੈ। ਜਦੋਂ ਅਸੀਂ ਲੌਂਗ ਟਾਈਮ ਆਪਣੀ ਹਿਸਟਰੀ ਪੜ੍ਹਦੇ ਹਾਂ ਮੈਨਕਾਈਂਡ ਦੀ ਹਿਸਟਰੀ, ਸੋ ਐਗਰੀਕਲਚਰ ਵਾਜ਼ ਦੀ ਫਸਟ ਵਨ, ਤੇ ਫਾਇਰ ਦੀ ਇਨਵੈਂਸ਼ਨ ਤੋਂ ਬਾਅਦ ਮੀਟ ਆਲਸੋ ਬਿਕੇਮ ਏ ਫੂਡ, ਕਿਉਂਕਿ ਮੀਟ ਦੀ ਕੁਕਿੰਗ ਸ਼ੁਰੂ ਹੋ ਗਈ ਸੀ। ਡਾਇਰੈਕਟ ਮੀਟ ਨੂੰ ਖਾਣਾ ਜ਼ਰਾ ਮੇਰੇ ਖਿਆਲ ਜਿੱਦਾਂ ਪਹਿਲੇ ਵੀ ਕਿਹਾ ਕੱਚਾ ਮੀਟ ਖਾਣਾ ਮੁਸ਼ਕਲ ਸੀ। ਹਾਂਜੀ ਡਾਕਟਰ ਸਾਹਿਬ, ਵੈਸੇ ਤਾਂ ਸਾਰੇ ਕਮੈਂਟ ਸੀਗੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਡਾਕਟਰ ਪੂਰਨ ਸਿੰਘ ਜੀ? ਹਾਂਜੀ, ਆਖਰ ਚ ਤਾਂ ਮੈਂ ਕਹੂੰਗਾ ਕਨਕਲੂਡ ਹੀ ਕਰਦੇ ਆਪਾਂ। ਜਿਵੇਂ ਅਸੀਂ ਗੁਰੂ ਕਾਲ ਦੇ ਮਹਾਨ ਜਰਨੈਲਾਂ ਦਾ, ਸੂਰਬੀਰਾਂ ਦਾ ਦੱਸ ਚੁੱਕਿਆ ਵੀ ਉਹਨਾਂ ਦੀ ਖੁਰਾਕ ਦਾ ਹਿੱਸਾ ਸਨ ਮਾਸ। ਜਿਵੇਂ ਲਛਮਣ ਸਿੰਘ ਬਾਰੇ ਵੀ ਮੈਂ ਲਿਖਿਆ ਵੀ ਉਹ ਨਨਕਾਣਾ ਸਾਹਿਬ ਦੇ ਸਾਕੇ ਸ਼ਹੀਦ ਹੋਏ ਨੇ। ਉਹ ਕਹਿੰਦੇ 5 ਸੇਰ ਮੀਟ ਰੋਜ਼ ਖਾਂਦੇ ਸੀ ਉਹ, ਤੇ ਕਬੱਡੀ ਦੇ ਬੜੇ ਤੜੇ ਪਲੇਅਰ ਸੀ। ਤੇ ਬਾਕੀ ਗੁਰੂ ਸਾਹਿਬ ਦਾ ਇੱਕ ਸਪੈਸ਼ਲ ਹੈਗਾ ਫਰਮਾਨ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜਿੱਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋਏ। ਬੜਾ ਸਾਇੰਟੀਫਿਕ ਗੁਰੂ ਸਾਹਿਬ ਨੇ ਦਾਰਸ਼ਨਿਕ ਵਿਚਾਰ ਦਿੱਤੇ ਨੇ। ਤੇ ਅਸੀਂ ਜਿਵੇਂ ਡਾਕਟਰ ਸੁਰਿੰਦਰ ਅਜਨਾਤ 1995 ਦੇ ਨਵੇਂ ਜਮਾਨੇ ਅਖਬਾਰ 'ਚ ਉਹਨਾਂ ਨੇ ਕਹੀ ਗੱਲ ਕਹੀ ਸੀ ਕਿ ਹਰ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਭਾਵੇਂ ਮਾਸਾਹਾਰੀ ਹੋਵੇ ਜਾਂ ਸ਼ਾਕਾਹਾਰੀ, ਹਰ ਇੱਕ ਦੇ ਆਪਣੇ ਗੁਣ ਜਾਂ ਦੋਸ਼ ਹੋ ਸਕਦੇ ਹਨ, ਪਰ ਕਿਸੇ ਨੂੰ ਆਪਣੀ ਰੁਚੀ ਨੂੰ ਇਸ ਜਾਂ ਉਸ ਬਹਾਨੇ ਦੂਜਿਆਂ ਉੱਪਰ ਥੋਪਣ ਦਾ ਕੋਈ ਅਧਿਕਾਰ ਨਹੀਂ। ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਜਿਵੇਂ ਕਿਸੇ ਨੂੰ ਮੂੰਗੀ ਦਾਲ ਚੰਗੀ ਲੱਗਦੀ ਹੈ ਤੇ ਉਸ ਨੂੰ ਇਹ ਮੁਬਾਰਕ ਹੋਵੇ, ਪਰ ਉਸ ਨੂੰ ਇਹ ਹੱਕ ਨਹੀਂ ਕਿ ਉਹ ਸਭ ਲਈ ਮੂੰਗੀ ਖਾਣੀ ਹੀ ਲਾਗੂ ਕਰ ਦੇਵੇ। ਐਨ ਉਸੇ ਤਰ੍ਹਾਂ ਹੀ ਮਾਸਾਹਾਰੀ ਗੱਲ ਹੈ। ਤੇ ਕਨਕਲੂਜਨ ਇਹੀ ਆ ਕਿ ਚਰਚਾ ਤਾਂ ਅਸੀਂ ਕਨਕਲੂਡ ਹੀ ਕਰ ਸਕਦੇ ਹਾਂ, ਮਾਸ ਖਾਣਾ ਜਾਂ ਨਾ ਖਾਣ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ। ਅਸੀਂ ਫਿਰ ਕਹਿ ਦਈਏ ਧਰਮ ਦਾ ਅੰਗ ਨਹੀਂ, ਤੇ ਨਾ ਇਹ ਕੋਈ ਸੰਬੰਧ ਪੈਦਾ ਕੀਤਾ ਜਾ ਸਕਦਾ। ਇਹ ਹਰ ਇੱਕ ਮਨੁੱਖ ਦਾ ਨਿੱਜੀ ਮਸਲਾ ਹੈ। ਜਿਸ ਨੂੰ ਚੰਗਾ ਲੱਗੇ ਖਾਵੇ, ਜਿਸ ਨੂੰ ਨਾ ਚੰਗਾ ਲੱਗੇ ਨਾ ਖਾਵੇ। ਪਰ ਇਹ ਵੀ ਨਾ ਹੋਵੇ ਜਿਵੇਂ ਅਸੀਂ ਗੋਰੇ ਦਾ ਗਊ ਖਾਂਦੇ ਰੋਜ਼, ਅਸੀਂ ਉਹਨਾਂ ਨੂੰ ਗੱਲ ਬੱਕਰੀ ਪਾ ਕੇ ਮਿਲੇ। ਜੇ ਸਾਡੇ ਪਰਿਵਾਰ 'ਚ ਕਿਸੇ ਨੂੰ ਪਤਾ ਲੱਗੇ ਮਾਸ ਖਾਂਦੇ, ਅਸੀਂ ਭਾਂਡੇ ਵੀ ਅੱਡ ਕਰ ਲਈਏ। ਇਹ ਨਫ਼ਰਤ ਜਾਂ ਇਸ ਤਰ੍ਹਾਂ ਦੀ ਸੋਚ, ਇਹ ਸਾਡਾ ਧਰਮੀ ਹੋਣ ਦਾ ਪ੍ਰਗਟਾਵਾ ਨਹੀਂ ਹੈ। ਇਸ ਤੋਂ ਪਤਾ ਲੱਗਦਾ ਤੁਸੀਂ ਧਰਮ ਨੂੰ ਅਪਣਾਇਆ ਹੀ ਨਹੀਂ। ਧਰਮ ਨੂੰ ਜਿਵੇਂ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ, ਈਰਖਾ ਨਾ ਹੋਵੇ। ਤੇ ਸਾਡੇ ਨਾ ਮੁਸਲਮਾਨਾਂ ਨੂੰ, ਈਸਾਈਆਂ ਤੇ ਨਾ ਹਿੰਦੂਆਂ ਨੂੰ ਮਾਸ ਪ੍ਰਤੀ ਕੋਈ ਮਰਿਆਦਾ ਧਰਮ ਦੀ। ਤੇ ਕਿਸੇ ਨੂੰ ਚੰਗਾ ਲੱਗੇ ਖਾਵੇ, ਨਾ ਚੰਗਾ ਲੱਗੇ ਨਾ ਖਾਵੇ। ਪਰ ਇਹ ਇਸ ਤਰ੍ਹਾਂ ਦੀ ਸੋਚ ਨਾ ਬਣਾਈ ਜਾਵੇ ਮਾਸਾਹਾਰੀਆਂ ਨੂੰ ਅਸੀਂ ਕਹਿ ਦਈਏ ਉਹ ਧਰਮੀ ਨੇ ਤੇ ਘਟੀਆ ਨੇ, ਤੇ ਜੇ ਆਪਣੇ ਜੇ ਉਹ ਮਾਸ ਨਹੀਂ ਖਾਂਦੇ ਉਹ ਆਪਣੇ ਆਪ ਨੂੰ ਵੱਡੇ ਗੁਰਸਿੱਖ ਸਮਝਣ। ਬਸ ਮੈਂ ਇਹਨੂੰ ਕਹਾਂਗਾ ਕਿ ਅਗਿਆਨਤਾ ਹੀ ਇਹ ਹੈ। ਤੇ ਇਹ ਜੇ ਅਸੀਂ ਇਹ ਨਾ ਮੰਨ ਲਈਏ ਵੀ ਧਰਮ ਦਾ ਇਹ ਅਰਥ ਨਹੀਂ ਕਿਸੇ ਨੂੰ ਨਫ਼ਰਤ ਕਰੀਏ, ਕਿਸੇ ਨਾਲ ਈਰਖਾ ਕਰੀਏ। ਕੋਈ ਖਾਂਦਾ ਉਹਨੂੰ ਮੁਬਾਰਕ ਆ। ਹੁਣ ਸਾਡੇ ਮੁਸਲਮਾਨ ਵੀ ਦੋਸਤ ਨੇ, ਯਹੂਦੀ ਵੀ ਦੋਸਤ ਨੇ, ਹਿੰਦੂ ਵੀ ਦੋਸਤ ਨੇ, ਪਰ ਕਿਸੇ ਨੂੰ ਠੋਸਿਆ ਨਾ ਜਾਵੇ। ਪਰ ਜਿਵੇਂ ਅਸੀਂ ਭਾਵੇਂ ਇਹਨੂੰ ਕੋਈ ਰਾਜਨੀਤੀ ਨਹੀਂ ਹੈ, ਅਸੀਂ ਆਜ਼ਾਦੀ ਚਾਹੁੰਦੇ ਹਾਂ। ਭਾਰਤ ਅੰਦਰ ਵੀ ਆਜ਼ਾਦੀ ਚਾਹੁੰਦੇ ਹਾਂ ਵੀ ਲੋਕ ਜੋ ਕੋਈ ਕਿੱਤਾ ਕਰਦੇ ਸੀ ਜਾਂ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਜਿਵੇਂ ਧੱਕੇ ਨਾਲ ਹਟਾਇਆ ਗਿਆ, ਧੱਕੇ ਨਾਲ ਉਹਨਾਂ ਦੇ ਬੁੱਚੜਖਾਨੇ ਬੰਦ ਕੀਤੇ, ਉਹ ਵੀ ਧੱਕਾ ਸੀ। ਉਸ ਤਰ੍ਹਾਂ ਦਾ ਵੀ ਜਿਹੜਾ ਰੁਝਾਨ ਆ ਮਾੜਾ ਵਾ। ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੀ ਕਿਸੇ ਨਾਲ ਧੱਕਾ ਨਾ ਹੋਵੇ, ਹਰ ਇੱਕ ਨੂੰ ਆਜ਼ਾਦੀ ਹੋਵੇ, ਖਾਣ ਦੀ ਆਜ਼ਾਦੀ ਹੋਵੇ, ਪਹਿਨਣ ਦੀ ਆਜ਼ਾਦੀ ਹੋਵੇ। ਜਿਵੇਂ ਗੁਰੂ ਕਾਲ ਦੇ ਅੰਦਰ ਸ਼ਿਕਾਰ ਦੀ ਆਜ਼ਾਦੀ ਨਹੀਂ ਸੀ, ਗੁਰੂ ਸਾਹਿਬ ਨੇ ਆਖਿਆ ਸ਼ਿਕਾਰ ਕਰਨਾ। ਘੋੜਸਵਾਰੀ ਦੀ ਆਜ਼ਾਦੀ ਨਹੀਂ ਸੀ, ਗੁਰੂ ਸਾਹਿਬ ਨੇ ਘੋੜਸਵਾਰੀ ਕੀਤੀ। ਉਹ ਆਜ਼ਾਦੀ ਦਾ ਹੀ ਇੱਕ ਪ੍ਰਤੀਕ ਸੀ। ਤੇ ਉਸ ਤਰ੍ਹਾਂ ਖਾਣ ਪ੍ਰਤੀ ਵੀ ਜਦੋਂ ਕਿਤੇ ਬਾਹਰ ਲੜਾਈਆਂ ਹੋਈਆਂ, ਤੁਸੀਂ ਝਟਕਾ ਕਾਨਫਰੰਸ ਬਾਰੇ ਦੇਖਦੇ ਆ, ਤੇ ਉਹ ਕਰਤਾਰ ਸਿੰਘ ਝੱਬਰ ਨੇ ਉਹੀ ਮੁਕਾਬਲਾ ਕੀਤਾ ਸੀ। ਉਹ ਕਹਿੰਦੇ ਸਾਡਾ ਇਹ ਮੰਤਵ ਨਹੀਂ ਅਸੀਂ ਵੀ ਝਟਕੇ ਕਰੀਏ, ਝਟਕਾਈਏ। ਅਸੀਂ ਤਾਂ ਇਹ ਚਾਹੁੰਦੇ ਹਾਂ ਜੇ ਮੁਸਲਮਾਨਾਂ ਨੂੰ ਹਲਾਲ ਕਰਨ ਦੀ ਆਗਿਆ ਹੈ ਤੇ ਸਿੱਖਾਂ ਨੂੰ ਵੀ ਮਾਸ ਖਾਣ ਦੀ ਖੁੱਲ੍ਹ ਹੋਵੇ। ਬਸ ਇਹ ਅੱਜ ਵੀ ਸਾਡਾ ਇਹੀ ਹੋਵੇ ਵੀ ਹਰ ਇੱਕ ਆਜ਼ਾਦੀ ਦੀ ਖਾਤਰ ਆਵਾਜ਼ ਵੀ ਬੁਲੰਦ ਕਰੀਏ, ਤੇ ਇਹ ਵਹਿਮ ਨਾ ਪੈਦਾ ਕਰੀਏ ਵੀ ਮਾਸ ਖਾਣਾ ਧਰਮ ਦਾ ਅੰਗ ਨਹੀਂ ਜਾਂ ਮਾਸ ਨਹੀਂ ਖਾਣਾ ਧਰਮ ਦਾ ਅੰਗ ਆ। ਇਹ ਸੋਚ ਤੋਂ ਅਸੀਂ ਉੱਪਰ ਉੱਠੀਏ। ਮੈਂ ਤਾਂ ਹੋ ਸਕਦਾ ਮੈਂ ਤੁਹਾਡੇ ਲਈ ਕੋਈ ਬੜਾ ਸੰਤੁਸ਼ਟੀ
ਪੂਰਨ ਕੋਈ ਵਿਚਾਰ ਨਾ ਰੱਖ ਸਕਿਆ, ਮੈਂ ਉਹਦੇ ਲਈ ਮਾਫੀ ਤੇ ਠੀਕ ਹੈ। ਸਾਰਿਆਂ ਦਾ ਧੰਨਵਾਦ। ਠੀਕ ਹੈ ਡਾਕਟਰ ਸਾਹਿਬ, ਇਹ ਇੱਕ ਰੇਜ਼ ਕੀਤਾ BS ਕੁਮਾਰ ਵਾਲਾ ਜੀ, 1 ਮਿੰਟ ਕਰ ਲਓ ਫਿਰ ਮੈਂ ਕੰਕਲੂਡ ਕਰਨਾ ਕੁਇਕਲੀ। ਹਾਂਜੀ, ਇਸ ਤਰ੍ਹਾਂ ਹੈ ਕਿ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਪਹਿਲਾਂ ਵੈਜੀਟੇਰੀਅਨ ਐਂਡ ਦੈਨ ਮੀਟ, ਉਹ ਥੋੜਾ ਲੌਜੀਕਲੀ ਠੀਕ ਨਹੀਂ ਲੱਗਦਾ ਮੈਨੂੰ, ਕਿਉਂਕਿ ਜਿਹੜੇ ਆਸਟ੍ਰੇਲੀਆ ਦੇ ਓਰੀਜਨਲ ਲੋਕੀ ਸਨ ਉਹ ਹੰਟਰ ਤੇ ਗੈਦਰਰ ਸਨ, ਉਹਨਾਂ ਨੂੰ ਕਲਟੀਵੇਸ਼ਨ ਟਿਲ ਅੰਗਰੇਜ਼ ਆਏ ਜਾਂ ਨਹੀਂ ਆਉਂਦੀ ਸੀ, ਸੋ ਦੇ ਵਰ ਸਰਵਾਈਵਿੰਗ ਵਿਦ ਮੀਟ ਐਂਡ ਰੂਟਸ। ਤੇ ਦੂਸਰੇ ਪਾਸੇ ਇਹ ਵੀ ਚੀਜ਼ ਕਹਿ ਦੇਣੀ ਕਿ ਗਊ ਨੂੰ ਖਾਣਾ ਠੀਕ ਹੈ ਜਾਂ ਨਹੀਂ ਹੈ, ਉਹ ਇਸ ਕਰਕੇ ਹੈ ਕਿ ਸਿਵਲਾਈਜੇਸ਼ਨ ਹੁੰਦੀਆਂ ਨੇ। ਜਿਹੜੀ ਮਿਡਲ ਈਸਟ ਦੀ ਸਿਵਲਾਈਜੇਸ਼ਨ ਸੀ ਉਹ ਜੂਸ ਤੋਂ ਪਹਿਲਾਂ ਤੋਂ ਤੁਰੀ ਆਉਂਦੀ ਸੀ, ਤੇ ਉਹ ਲੋਕ ਬੜੇ ਆਲ ਦਾ ਵੇ ਫਰਮ ਵੈਸਟ ਅਫਰੀਕਾ ਆਲ ਦਾ ਵੇ ਟੂ ਅਰਬਨ ਲੈਂਡ ਤੱਕ ਰੇਤ ਹੀ ਰੇਤ ਹੈਗੀ ਹੈ, ਤੇ ਉੱਥੇ ਖੇਤੀ ਦਾ ਜਾਂ ਗ੍ਰੀਨਰੀ ਦਾ ਹੋਣਾ ਬਹੁਤ ਮੁਸ਼ਕਲ ਸੀਗਾ, ਤੇ ਇਸ ਕਰਕੇ ਉਹ ਮਰੇ ਹੋਏ ਵੀ ਜਾਨਵਰ ਖਾ ਲੈਂਦੇ ਸੀਗੇ ਤੇ ਫਿਰ ਬਿਮਾਰ ਹੁੰਦੇ ਸੀ ਤੇ ਮਰਦੇ ਵੀ ਸੀ। ਦੈਟਸ ਵਾਈ ਉਹਨਾਂ ਨੇ ਰਿਲੀਜਨ ਦੇ ਵਿੱਚ ਇਨਕੋਰਪੋਰੇਟ ਕਰ ਲਿਆ ਕਿ ਆਪ ਮਾਰ ਕੇ ਖਾਓ, ਉਹਨੂੰ ਕੋਸ਼ਰ ਕਹਿ ਦਿਓ ਜਾਂ ਜੋ ਮਰਜੀ ਕਹਿ ਦਿਓ। ਸਿਮਿਲਰਲੀ ਇਨ ਇੰਡੀਆ ਕਲਟੀਵੇਸ਼ਨ ਬਹੁਤ ਜਲਦੀ ਸ਼ੁਰੂ ਹੋ ਗਈ, ਤੇ ਉੱਥੇ ਘੋੜੇ ਨਹੀਂ ਸੀ ਹੁੰਦੇ, ਉੱਥੇ ਬੇਸਿਕਲੀ ਗਾਂ ਜ਼ਿਆਦਾ ਹੁੰਦੀ ਸੀ, ਤੇ ਗਾਂ ਦੇ ਕਰਕੇ ਹੀ ਸਾਰੀ ਇਕੋਨਮੀ ਚੱਲਦੀ ਸੀ, ਸਾਰਾ ਕੁਝ ਉਹਦੇ ਸਿਰ ਤੇ ਹੀ ਸੀ, ਟਰਾਂਸਪੋਰਟ ਵੀ ਉਹਦੇ ਸਿਰ ਤੇ ਸੀ, ਹਲ ਬਾਣਾ ਵੀ ਉਹਦੇ ਸਿਰ ਤੇ ਸੀ, ਹੋਰ ਵੀ ਕਈ ਕੰਮ, ਫਿਊਲ ਵੀ ਉਹਦੇ ਕੋਲੋਂ ਮਿਲ ਜਾਂਦਾ ਸੀ। ਸੋ ਦੈਟ ਐਨੀਮਲ ਬਿਕੇਮ ਅ ਵੈਰੀ ਲਵਿੰਗ ਐਨੀਮਲ ਕਹਿ ਲਓ, ਫਿਰ ਉਹ ਰਿਲੀਜਨ ਵਿੱਚ ਇਨਕੋਰਪੋਰੇਟ ਹੋ ਗਿਆ। ਦਿਸ ਇਜ਼ ਹਾਊ ਇਟ ਇਜ਼, ਸੋ ਨੀਡ ਟੂ ਰਿਸਪੈਕਟ ਇਟ ਐਂਡ ਕੀਪ ਔਨ ਮੂਵਿੰਗ, ਬਟ ਰਿਲੀਜਨ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ। ਹਾਂਜੀ ਬਿਲਕੁਲ ਠੀਕ ਹੈ ਜੀ, ਤੁਸੀਂ ਜੋ ਕਿਹਾ ਅਸੀਂ ਉਹਨੂੰ ਕੰਟੈਸਟ ਨਹੀਂ ਕਰਦੇ, ਕਿਉਂਕਿ ਹਿਸਟੋਰੀਅਨਸ ਨੇ ਡਿਫਰੈਂਟ ਚੀਜ਼ਾਂ ਲਿਖੀਆਂ and I don't contest it. It is whatever is written by it. I am not a authority on it. ਬਾਕੀ ਡਾਕਟਰ ਸਾਹਿਬ ਨੇ ਬੜਾ ਵਧੀਆ ਗੱਲ ਕਹੀ, ਜਿਹੜੀ ਮੇਨ ਗੱਲ ਸਟ੍ਰੈਸ ਕੀਤੀ ਡਾਕਟਰ ਸਾਹਿਬ ਨੇ, ਡਾਕਟਰ ਪੂਰਨ ਸਿੰਘ ਹੋਰਾਂ ਨੇ, ਉਹ ਹੈ ਰਾਈਟ ਐਂਡ ਫੇਥ, ਜਿਹੜੀ ਇੰਡੀਪੈਂਡੈਂਸ ਹੈ, ਉਹ ਦੈਟ ਇਜ਼ ਦੀ ਮੋਸਟ ਇੰਪੋਰਟੈਂਟ। ਕਿਸੇ ਤੇ ਫੋਰਸ ਨਹੀਂ ਕਰਨਾ ਕਿ ਕੌਣ ਕੀ ਖਾਂਦਾ ਕੀ ਨਹੀਂ ਖਾਂਦਾ। ਜਿਹੜੀ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਦੀ ਬਹਿਸ ਹੈ, ਮੇਰੇ ਖਿਆਲ ਉੱਥੇ ਹੀ ਖਤਮ ਹੋ ਜਾਂਦੀ ਜਦੋਂ ਪਹਿਲੇ ਅਸੀਂ ਜੰਮਦੇ ਹਾਂ ਤੇ ਪਹਿਲੇ ਹੀ ਨਾਨ ਵੈਜ ਦੁੱਧ ਪੀਂਦੇ ਹਾਂ ਅਸੀਂ ਮਾਂ ਦਾ। ਉਹ ਵੈਜੀਟੇਰੀਅਨ ਦੁੱਧ ਕਿੱਦਾਂ ਪ੍ਰੂਵ ਕਰੋਗੇ? ਕੋਈ ਮੈਨੂੰ ਇੱਥੇ ਬੈਠਾ ਦੱਸ ਦੇ ਕਿ ਉਹਨੂੰ ਵੈਜੀਟੇਰੀਅਨ ਦੁੱਧ ਕਿੱਦਾਂ ਪ੍ਰੂਵ ਕਰੋਗੇ? ਮਾਂ ਇਜ਼ ਨਾਟ, ਮਾਂ ਦਾ ਦੁੱਧ ਇਜ਼ ਨਾਟ ਏ ਵੈਜੀਟੇਰੀਅਨ ਮਿਲਕ, ਔਰ ਵੈਜੀਟੇਰੀਅਨ ਨਹੀਂ ਹੈ, ਸੋ ਪਹਿਲੇ ਦਿਨ ਤੋਂ ਹੀ ਅਸੀਂ ਨਾਨ ਵੈਜ ਬਣ ਜਾਂਦੇ ਹਾਂ। ਦੂਜਾ, ਜਦੋਂ ਅਸੀਂ ਸਾਹ ਲੈਂਦੇ ਹਾਂ ਸਾਇੰਟੀਫਿਕਲੀ ਕਿੰਨੇ ਬੈਕਟੀਰੀਆ ਬਗੈਰ ਮਾਸ ਤੋਂ ਅੰਦਰ ਜਾ ਰਹੇ ਆ, ਪਹਿਲੇ ਅਸੀਂ ਉਹ ਤਾਂ ਡਿਫਾਈਨ ਕਰ ਲਈਏ ਕਿ ਵੈਜੀਟੇਰੀਅਨ ਹੈ ਕਿ ਨਾਨ ਵੈਜ ਹੈ, ਮੀਟ ਹੈ ਕਿ ਨਾਨ ਮੀਟ ਹੈ, ਕਿੰਨਾ ਅੰਦਰ ਜਾ ਰਿਹਾ, ਕੀ ਹੋ ਰਿਹਾ। ਸੋ ਇਹ ਬਹਿਸ ਛੇੜਨੀ ਅਸੀਂ ਅਨਲਿਮਿਟਿਡ ਗੱਲ ਕਰ ਸਕਦੇ ਹਾਂ, ਪਰ ਫੋਰਸ ਕਰਨਾ ਕਿਸੇ ਨੂੰ ਇਹ ਰਿਲੀਜਨ ਦੇ ਵਿੱਚ ਨਹੀਂ ਹੋਣਾ ਚਾਹੀਦਾ। ਔਰ ਸਪੈਸ਼ਲੀ ਸਿੱਖੀ ਵਿੱਚ ਜਿਹੜੀ ਇੰਡੀਪੈਂਡੈਂਸ ਹੈ, ਗੁਰੂ ਤੇਗ ਬਹਾਦਰ ਜੀ ਦੀ ਐਮਪੈਥੀ, ਰਾਈਟਸ, ਹਿਊਮਨ ਰਾਈਟਸ ਦੀ ਗੱਲ ਸਾਰੀ ਕੀਤੀ ਹੈ। ਸਾਨੂੰ ਉਸ ਤੋਂ ਲੈਸਨ ਲੈ ਕੇ, ਤੇ ਡਾਕਟਰ ਸਾਡੇ ਕੋਲ ਕਈ ਡਾਕਟਰ ਸਾਹਿਬਾਨ ਬੈਠੇ ਆ, ਕਈ ਦਵਾਈਆਂ ਜਿਹੜੀਆਂ ਉਹ ਅਸੀਂ ਐਨੀਮਲਸ ਤੋਂ ਹੀ ਬਣਾਉਂਦੇ ਹਾਂ, ਕੀ ਉਹ ਮੀਟ ਦਾ ਪ੍ਰੋਡਕਟ ਨਹੀਂ ਬਣਨਗੀਆਂ? ਅਸੀਂ ਦਵਾਈਆਂ, ਕਈ ਚੀਜ਼ਾਂ, ਕਈ ਇੰਜੈਕਸ਼ਨ, ਕਈ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਮੀਟ ਤੋਂ ਬਣ ਰਹੀ ਹੈ, ਔਰ ਅਸੀਂ ਜਾਣੇ ਅਣਜਾਣੇ ਵਿੱਚ ਅਸੀਂ ਯੂਜ਼ ਕਰ ਰਹੇ ਹਾਂ। ਸੋ ਮੇਰਾ ਖਿਆਲ ਹੈ ਇਹ ਬਹਿਸ ਜਿਹੜੀ ਔਨ ਰਿਲੀਜਨ ਕਰਨੀ ਨਹੀਂ ਹੈ, ਇੰਡੀਵਿਜੂਅਲ ਦੀ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ। ਤੇ ਬੜਾ ਵਧੀਆ ਡਾਕਟਰ ਸਾਹਿਬ ਨੇ ਕਿਹਾ, ਵਿਵੇਕਾਨੰਦ ਅਹਿੰਸਾ ਦੀ ਡੈਫੀਨੇਸ਼ਨ ਜਦੋਂ ਦਿੰਦਾ, ਉਹ ਬਿਲਕੁਲ ਬਹੁਤ ਵਧੀਆ ਡੈਫੀਨੇਸ਼ਨ ਹੈ ਕਿ ਅਸੀਂ ਬਾਕੀਆਂ ਤੇ ਕੀ ਜ਼ੁਲਮ ਕਰਦੇ ਹਾਂ, ਤੇ ਮੀਟ ਖਾਣ ਤੇ ਅਸੀਂ ਆਪਣੇ ਆਪ ਨੂੰ ਬੜਾ ਸੰਤ ਬਣਾ ਲੈਂਦੇ ਹਾਂ। ਸੋ ਆਲਰੇਡੀ ਇਹ ਚੀਜ਼ਾਂ ਤੇ ਕਾਫੀ ਹੈ। ਸੋ ਡਾਕਟਰ ਪੂਰਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਥੈਂਕਸ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ, ਔਰ ਆਈ ਥਿੰਕ ਸਾਰਿਆਂ ਨੂੰ ਇਹੀ ਲੈਸਨ ਤੇ ਔਰ ਇਸ ਗੱਲ ਤੇ ਆਉਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਫੋਰਸ ਨਾ ਕਰੀਏ, ਪਿਆਰ ਰੱਖੀਏ। ਕਿਸੇ ਦੀਆਂ ਕੀ ਹੈਬਿਟਸ ਹੈ, ਦੋਜ਼ ਆਰ ਪਰਸਨਲ। ਸੋ ਇਹਨਾਂ ਲਫ਼ਜ਼ਾਂ ਨਾਲ ਵੀ ਕਨਕਲੂਡ ਦਿਸ ਸੈਸ਼ਨ।
ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ।